ਹਾਂਜੀ, ਸੋ ਅੱਜ ਜੋ ਆਪਾਂ ਰੀਡਿੰਗ ਕਰਦੇ ਹਾਂ ਜੀ ਉਹਦਾ ਨਾਮ ਹੈਗਾ ਵਾ ਓਕੇ ਵੀਨਸ ਇਨ ਟ੍ਰਾਂਜ਼ਿਟ। ਓਕੇ, ਵੀਨਸ ਇੱਕ ਪਲੈਨਟ ਆ ਤੇ ਟ੍ਰਾਂਜ਼ਿਟ ਵਰਡ ਦਾ ਮਤਲਬ ਹੁੰਦਾ ਮੋਸ਼ਨ ਜੀ। ਓਕੇ, ਟਰਾਂਸਪੋਰਟੇਸ਼ਨ ਤੋਂ ਇਹ ਇੱਕ ਤਰ੍ਹਾਂ ਦਾ ਪਿਆ, ਯਾਨੀ ਕਿ ਟ੍ਰਾਂਜ਼ਿਟ ਦਾ ਮਤਲਬ ਹੁੰਦਾ ਜਿਹੜੀ ਚੀਜ਼ ਮੋਸ਼ਨ ਦੇ ਵਿੱਚ ਹੋਵੇ ਜੀ, ਯਾਨੀ ਕਿ ਵੀਨਸ ਇਨ ਟ੍ਰਾਂਜ਼ਿਟ। ਤੇ ਕੈਂਬਰਿਜ ਦੀ ਰੀਡਿੰਗ ਦਾ ਇੱਕ ਪੈਸੇਜ ਹੈ ਤੇ ਫਾਈਨਲ ਲੈਵਲ ਦਾ ਪੈਸੇਜ ਹੈ ਜੀ, ਜਿਹਦੇ ਵਿੱਚ ਸਟਾਰਟਿੰਗ ਚ ਤੁਸੀਂ ਦੇਖੋਗੇ ਤੁਹਾਡੇ ਕੋਲੇ ਹੈਡਿੰਗਸ ਆ ਲੌਂਗ ਲਾਈਨਾਂ ਵਾਲੀਆਂ ਜੀ, ਲੌਂਗ ਲਾਈਨਸ ਵਾਲੀਆਂ ਹੈਡਿੰਗਸ ਆ। ਤੇ ਜੇ ਤੁਸੀਂ ਦੇਖੋਗੇ ਤੁਹਾਨੂੰ ਇਹ ਪਹਿਲੀਆਂ 4 ਦਿੱਤੀਆਂ ਹੋਈਆਂ, ਅੱਗੇ ਜਾ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਕੋਲੇ ਲਿਸਟ ਆਫ ਪੀਪਲ ਆ ਜੀ ਅੱਜ, ਵੀ ਕਿਹਨੇ ਕੀ ਕਿਹਾ ਵਾ ਕਿਹਨੇ ਕੀ ਕੀਤਾ ਵਾ, ਉਹ ਆਪਾਂ ਮੈਚ ਕਰਨੇ ਹੁੰਦੇ ਇਹਦੇ ਵਿੱਚ। ਤੇ ਜੇ ਤੁਸੀਂ 9 ਤੋਂ 13 ਦੇਖੋਗੇ ਤਾਂ ਤੁਹਾਡੇ ਕੋਲੇ ਇੱਥੇ ਟਰੂ ਫਾਲਸ ਨੋਟ ਗਿਵਨ ਹੈ ਜੀ। ਸੋ ਇਹਦੇ ਵਿੱਚ ਕੀ ਹੁੰਦਾ ਜੀ, ਜਦੋਂ ਹੀ ਆਪਣੇ ਕੋਲੇ ਸਟਾਰਟਿੰਗ ਤੋਂ ਹੈਡਿੰਗਸ ਹੁੰਦੀਆਂ, ਦੇਖੋ ਹੈਡਿੰਗਸ ਤੁਹਾਡੇ ਕੋਲੇ 4 ਆ ਜੀ, ਜੇ ਤੁਸੀਂ ਕੁਐਸਚਨ ਦੇਖੋ ਤਾਂ ਤੁਹਾਡੇ ਕੋਲ 4 ਦਿੱਤੇ ਹੋਏ ਆ ਤੇ ਇੱਥੇ ਉੱਪਰ ਲਿਖਿਆ ਵੀ ਨਹੀਂ ਹੋਇਆ ਵੀ ਤੁਸੀਂ ਇੱਕ ਨੂੰ ਇੱਕ ਤੋਂ ਜ਼ਿਆਦਾ ਵਾਰੀ ਯੂਜ਼ ਕਰ ਸਕਦੇ ਹੋ। ਇਹਦਾ ਮਤਲਬ ਰਿਪੀਟ ਤਾਂ ਹੋਣਾ ਨਹੀਂਗਾ, ਵੱਖਰਾ ਵੱਖਰਾ ਹੀ ਹੋਊਗਾ ਸਾਰਿਆਂ ਦਾ। ਤੇ ਜੇ ਆਪਾਂ ਉਧਰ ਜਾ ਕੇ ਦੇਖੀਏ ਜੀ ਕਿ ਆਪਣੇ ਕੋਲੇ ਪੈਰੇ ਕਿੰਨੇ ਆ ਜੀ, ਤਾਂ ਪੈਰੇ ਆਪਣੇ ਕੋਲੇ ਜੀ ਤੱਕ ਦਿੱਤੇ ਹੋਏ ਆ ਜੀ। ਇੱਧਰ ਪੈਰੇਗ੍ਰਾਫ ਜੋ ਆਪਣੇ ਕੋਲੇ ਦਿੱਤੇ ਹੋਏ ਆ ਉਹ ਜੀ ਤੱਕ ਦਿੱਤੇ ਹੋਏ ਆ ਜੀ, ਯਾਨੀ ਕਿ ਆਪਾਂ ਨੂੰ 7 ਪੈਰਾਗ੍ਰਾਫਸ ਦਿੱਤੇ ਹੋਏ ਆ ਜੀ, ਤੇ ਕੁਐਸਚਨ ਵਿੱਚੋਂ ਹੈਗੇ ਆ 4। ਇਹਦਾ ਮਤਲਬ ਕੋਈ 3 ਪੈਰਾਗ੍ਰਾਫ ਜੋ ਹੈ ਉਹ ਕੀ ਹੈ ਜੀ, ਉਹ ਫालतू ਹੈ ਜੀ, ਕੋਈ 3 ਪੈਰਾਗ੍ਰਾਫ। ਹੁਣ ਮੈਂ ਇਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਪ੍ਰੈਕਟੀਕਲ ਕਰਕੇ ਦਿਖਾਉਣਾ ਵੀ ਕਿਵੇਂ ਇੱਕ ਬੱਚਾ ਫਾਈਨਲ ਦੇ ਵਿੱਚ ਖੁਦ ਰੀਡਿੰਗਸ ਜਿਹੜੀ ਹੈਗੀ ਆ ਆਪਣੀ ਉਹ 5.5 ਬੈਂਡ ਤੇ ਲੈ ਕੇ ਆ ਸਕਦਾ। ਨੋ ਮੈਟਰ ਕਿ ਉਹ ਬੱਚਾ ਇੰਟੈਲੀਜੈਂਟ ਕਿੰਨਾ ਕੁ ਹੋ ਸਕਦਾ, ਉਹਦੀ ਰੀਡਿੰਗ ਸਕਿੱਲ ਵਧੀਆ ਹੋਵੇ, ਬਟ ਮੰਨ ਕੇ ਚੱਲੋ ਅੱਜ ਆਪਾਂ ਕਿਵੇਂ ਰੀਡਿੰਗ ਕਰਨ ਲੱਗੇ ਹਾਂ ਜਿਵੇਂ ਇੱਕ ਸਟੂਡੈਂਟ ਕਰਦਾ ਵਾ ਜੀ। ਸੋ ਆਪਣੇ ਕੋਲੇ ਹੈਗੀ ਹੈ ਜੀ ਹੈਡਿੰਗਸ ਤੇ ਨੀਚੇ ਆਪਣੇ ਕੋਲੇ ਹੈਗੇ ਆ ਜੀ ਰਾਈਟਰ ਦੇ ਨੇਮ, ਬੱਚਾ ਆਪਦੇ ਮਾਈਂਡ 'ਚ ਰੱਖ ਲੈਂਦਾ ਹੁੰਦਾ, ਜਿਵੇਂ ਐਡਮੰਡ ਹੈਲੇ ਦਾ ਨਾਮ ਆ ਇੱਥੇ, ਫਿਰ ਕੈਪਲਰ ਦਾ ਨਾਮ ਆ, ਫਿਰ ਆਪਣੇ ਕੋਲੇ ਲੀ ਜੈਂਟਲ ਹੋ ਗਿਆ ਤੇ ਇਹ ਆਪਣੇ ਕੋਲੇ ਹੋ ਗਿਆ ਜੀ ਜੋਹਨ, ਆਪਣੇ ਕੋਲੇ ਨਾਮ ਹੋ ਗਏ ਜੀ। ਸੋ ਬੱਚੇ ਦਾ ਪਹਿਲਾ ਕੀ ਸਟੈਪ ਹੁੰਦਾ, ਬੱਚੇ ਨੇ ਪਹਿਲੇ ਪੈਰੇ ਤੇ ਜਾਣਾ ਹੁੰਦਾ ਜੀ ਸਭ ਤੋਂ ਪਹਿਲਾਂ, ਕਿਉਂਕਿ ਹੈਡਿੰਗਸ ਉੱਥੇ ਪਹਿਲੀਆਂ 4 ਦਿੱਤੀਆਂ ਆਪਣੀਆਂ 1 ਤੋਂ 4। ਸੋ ਚਲੋ ਜੀ ਆਪਾਂ ਦੇਖਦੇ ਹਾਂ ਕੀ ਲਿਖਿਆ ਇਹਨਾਂ ਨੇ ਤੇ ਕੀ ਕਹਿੰਦੇ ਜੀ। ਕਹਿੰਦੇ ਹੁਣ ਜੂਨ 8 2004, ਕਹਿੰਦੇ 8 ਜੂਨ ਨੂੰ 2004 ਦੇ ਵਿੱਚ ਮੋਰ ਦੈਨ ਹਾਫ ਆਫ ਦਾ ਪੋਪੂਲੇਸ਼ਨ ਜਿਹੜੀ ਵਰਲਡ ਦੀ ਸੀਗੀ ਵਰ ਟ੍ਰੀਟਡ, ਉਹ ਟ੍ਰੀਟ ਕੀਤੀ ਗਈ ਸੀਗੀ ਟੂ ਅ ਰੇਅਰ ਐਸਟਰੋਨੋਮਿਕਲ ਇਵੈਂਟ। ਇੱਕ ਕਹਿੰਦੇ ਇਵੈਂਟ ਵਗੈਰਾ ਹੋਇਆ ਸੀਗਾ ਉਦੋਂ, ਹਾਫ ਆਫ ਦਾ ਪੋਪੂਲੇਸ਼ਨ ਨੇ ਉਹ ਚੀਜ਼ ਦੇਖੀ ਸੀਗੀ ਕਮ ਸੇ ਕਮ। ਫॉर ओवर 6 ਆਰ, 6 ਘੰਟਿਆਂ ਤੱਕ ਪਲੈਨਟ ਵੀਨਸ ਜਿਹੜਾ ਸੀਗਾ ਜੀ ਸਟੈਡਲੀ ਉਹ ਕੀ ਹੋ ਗਿਆ ਸੀਗਾ, ਇੰਚਡ ਹੋ ਗਿਆ ਸੀਗਾ ਇਟਸ ਵੇ ਓਵਰ ਦਾ ਸਰਫੇਸ ਆਫ ਦਾ ਸਨ ਦੇ ਸਰਫੇਸ ਤੋਂ ਇਹ ਸਟੈਡਲੀ ਇਹਨੇ ਕੋਈ ਮੂਵਮੈਂਟ ਵਗੈਰਾ ਕੀਤੀ ਸੀਗੀ ਜੀ, ਯਾਨੀ ਕਿ ਗਤੀ ਦੇ ਵਿੱਚ ਸੀਗਾ। ਦਾ ਟ੍ਰਾਂਜ਼ਿਟ ਆਫ ਵੀਨਸ, ਜਿਹੜੀ ਵੀਨਸ ਦੀ ਗਤੀ ਸੀਗੀ ਜੀ, ਜਿਹੜੀ ਯਾਨੀ ਕਿ ਮੋਸ਼ਨ ਸੀਗੀ, ਵਾਸ ਦਾ ਫਸਟ ਸਿੰਸ 6 ਦਸੰਬਰ, ਉਹ ਕਦੋਂ ਤੋਂ ਹੋਈ ਸੀਗੀ 6 ਦਸੰਬਰ ਤੋਂ ਹੋਈ ਸੀਗੀ 1882 ਚ। ਤੇ ਬਾਅਦ ਚੋਂ ਦੇਖਦੇ ਜਿਹੜਾ ਓਕੇਜ਼ਨ ਸੀਗਾ ਜੀ, ਅਮਰੀਕਨ ਐਸਟਰੋਨੋਮਰ ਸੀਗਾ ਇੱਕ ਸਾਈਮਨ ਲੀਡ, ਉਹ ਕਹਿੰਦੇ ਕਿ ਲੈਡ ਏ ਪਾਰਟੀ ਟੂ ਸਾਊਥ ਅਫਰੀਕਾ ਰਿਜ਼ਰਵ ਦਾ ਇਵੈਂਟ। ਹੁਣ ਬੱਚਾ ਹੀ ਕਰਦਾ ਇੱਥੋਂ ਤੱਕ ਪੜ੍ਹਦਾ ਵਾ, ਇੱਥੋਂ ਤੱਕ ਪੜ੍ਹ ਕੇ ਉਹਨੇ ਉਧਰ ਜਾ ਕੇ ਦੇਖਣਾ ਜੀ ਵੀ ਕੀ ਕੋਈ ਨਾ ਕੋਈ ਮੈਚ ਹੋਇਆ ਜੀ। ਪਹਿਲੇ ਵਿੱਚ ਹੈਗਾ ਜੀ ਐਗਜ਼ਾਮਪਲਸ ਆਫ ਡਿਫਰੈਂਟ ਵੇਜ਼, ਕੋਈ ਵੀ ਪੈਰਾਲੈਕਸ ਮੈਥਡ ਦੀ ਗੱਲ ਨਹੀਂ ਹੋਈ ਜੀ ਇਹਦੇ ਵਿੱਚ। ਕਹਿੰਦੇ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ, ਡਿਸਕ੍ਰਿਪਸ਼ਨ ਕਿਹਦੀ ਜੀ, ਉਹ ਕਹਿੰਦੇ ਕਿ ਵਿਚ ਪ੍ਰੀਵੈਂਟਡ ਅ ਟ੍ਰਾਂਜ਼ਿਟ, ਜਿਹਨੇ ਗਤੀ ਨੂੰ ਰੋਕਤਾ ਸੀਗਾ। ਉਹਦੇ ਵਿੱਚ ਗਤੀ ਨੂੰ ਰੋਕਣ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਹੋਈ, ਤਾਂ ਗਤੀ ਹੋਈ ਸੀਗੀ ਉਹਦੇ ਵਿੱਚ, ਫਿਊਚਰ ਦੀ ਕੋਈ ਗੱਲ ਨਹੀਂ ਹੋਈ ਜੀ। ਅੱਗੇ ਜਾ ਕੇ ਡਿਸਕ੍ਰਿਪਸ਼ਨ ਦਿੱਤੀ, ਕਹਿੰਦੇ ਫਿਜ਼ੀਕਲ ਸਟੇਟ ਕਨੈਕਟਡ ਵਿਦ ਵੀਨਸ, ਫਿਜ਼ੀਕਲ ਸਟੇਟ ਜਿਹੜੀਆਂ ਕਿਹਦੇ ਨਾਲ, ਵੀਨਸ ਦੇ ਨਾਲ ਜੀ, ਜਿਨ੍ਹਾਂ ਨੇ ਉਹਨਾਂ ਨੂੰ ਫੇਲਡ ਕਰਤਾ, ਜਿਨ੍ਹਾਂ ਦਾ ਇੰਸਟਰੂਮੈਂਟ ਸੀਗੇ ਉਹ ਫੇਲਡ ਹੋ ਗਏ ਟੂ ਓਵਰਕਮ, ਕੋਈ ਗੱਲ ਨਹੀਂ ਹੋਈ। ਤਾਂ ਬੱਚਾ ਇੱਕ ਵਾਰੀ ਹੁਣ ਲਾਸਟ ਲਾਈਨ ਵੀ ਪੜੂਗਾ ਵੀ ਸ਼ਾਇਦ ਕੋਈ ਲਾਸਟ ਲਾਈਨ ਤੋਂ ਲਾਇਆ ਪਿਆ ਹੋਵੇ, ਤਾਂ ਲਾਸਟ ਲਾਈਨ 'ਚ ਲਿਖਿਆ ਪਿਆ ਜੀ ਦੇ ਵਰ ਬੇਸਡ ਐਟ ਯਾਨੀ ਕਿ ਗਰਲਸ ਸਕੂਲ ਵੇਅਰ, ਇੱਥੇ ਲਾਸਟ ਵਾਲੇ ਵਿੱਚ ਕੋਈ ਵੀ ਗੱਲ ਨਹੀਂ ਹੋਈ। ਸੋ ਬੱਚਾ ਸ਼ਾਇਦ ਇਹਨੂੰ ਇੱਕ ਵਾਰੀ ਫੇਰ ਪੜੂਗਾ, ਉਹਨੂੰ ਇਦਾਂ ਲੱਗਦਾ ਹੁੰਦਾ ਵੀ ਮੈਂ ਕਿਤੇ ਗਲਤ ਨਾ ਹੋਵਾਂ, ਇੱਕ ਵਾਰੀ ਪਰ ਇਹਨੂੰ ਫੇਰ ਮੈਂ ਪੜ੍ਹ ਲਵਾਂ। ਕੁੱਲ ਮਿਲਾ ਕੇ ਉਹਨੇ ਕਮ ਸੇ ਕਮ ਆਪਣੇ 2 ਮਿੰਟ ਇਹਦੇ ਉੱਪਰ ਸਪੈਂਡ ਕਰਨੇ ਆ, 2 ਮਿੰਟ ਤੋਂ ਘੱਟ ਤਾਂ ਤੁਸੀਂ ਮੰਨ ਕੇ ਹੀ ਨਾ ਚੱਲੋ। ਤਾਂ ਫਿਰ ਉਹਨੂੰ ਪਤਾ ਲੱਗਿਆ ਵੀ ਇਹ ਐਕਚੁਅਲ 'ਚ ਹੈ ਨਹੀਂ ਸੀਗਾ। ਹੁਣ ਉਹ ਗਿਆ ਜੀ ਬੀ ਦੇ ਉੱਪਰ, ਸਟੂਡੈਂਟ ਬੀ ਦੇ ਉੱਪਰ ਗਿਆ, ਪਹਿਲਾਂ ਉਹਨੂੰ ਨਹੀਂ ਲੱਗਿਆ ਕੋਈ ਵੀ।
ਬੀ ਚੋਂ ਕੀ ਕਹਿੰਦੇ, ਕਹਿੰਦਾ ਫੋਰ ਸੈਂਚੁਰੀ ਜਿਹੜੀ ਟ੍ਰਾਂਜ਼ਿਟ ਸੀਗੀ ਵੀਨਸ ਦੀ ਹੈਵ ਡਰਾਨ, ਨੇ ਕਹਿੰਦੇ ਧਿਆਨ ਖਿੱਚਿਆ ਐਕਸਪਲੋਰਰਸ ਦਾ ਤੇ ਐਸਟਰੋਨੋਮਰ ਦਾ ਇੱਕੋ ਜਿਹਾ, ਸੇਮ ਹੀ ਦੋਨਾਂ ਦਾ, ਟੂ ਦਾ ਫੋਰ ਕਾਰਨਰਸ ਆਫ ਦਾ ਗਲੋਬ, ਚਾਰੇ ਪਾਸਿਆਂ ਤੋਂ ਧਿਆਨ ਖਿੱਚ ਲਿਆ ਜੀ ਇਹਨੇ, ਜਿਹੜੀ ਇਹਦੇ ਵਿੱਚ ਗਤੀ ਹੋਈ ਸੀਗੀ ਜੀ। ਯੂ ਕੈਨ ਪੁੱਟ ਇਟ ਆਲ ਡਾਊਨ ਟੂ ਐਕਸਟਰਾਆਰਡੀਨਰੀ, ਆ ਕੋਈ ਨਾਮ ਲਿਖਿਆ, ਇੱਥੋਂ ਬੱਚੇ ਨੇ ਨਾਮ ਨੂੰ ਰਾਉਂਡ ਕਰ ਲਿਆ ਤਾਂ ਕਿ ਹੁੰਦਾ ਉਹ ਹੋ ਜਾਵੇ ਰਾਈਟਰ ਦੇ ਨੇਮ ਵੇਲੇ। ਕਹਿੰਦੇ 1677 ਦੇ ਵਿੱਚ ਹੈਲੇ ਨੇ ਕੀ ਦੇਖਿਆ, ਟ੍ਰਾਂਜ਼ਿਟ ਦੇਖੀ ਕਹਿੰਦੇ ਜੀ, ਕਹਿੰਦੇ ਵਿੱਚ ਇਨਰ ਮੋਸਟ ਜਿਹੜੀ ਵਿੱਚ ਵਾਲੇ ਪਲੈਨਟ ਆ ਜੀ, ਕਹਿੰਦਾ ਜਿਵੇਂ ਮਰਕਰੀ ਹੋ ਗਿਆ, ਫਰੋਮ ਦਾ ਓਕੇ ਡੈਸੋਲੇਟ ਆਈਲੈਂਡ, ਆ ਉਹ ਜਗ੍ਹਾ ਤੋਂ ਦੇਖੀ ਉਹਨੇ ਖੜ ਕੇ, ਇਹਦੀ ਜਿਹੜੀ ਟ੍ਰਾਂਜ਼ਿਟ ਸੀਗੀ। ਹੀ ਰਿਅਲਾਈਜ਼ਡ ਦੈਟ, ਤੇ ਉਹਨੇ ਯਾਨੀ ਕਿ ਰਿਅਲਾਈਜ਼ ਕੀਤਾ ਫਰੋਮ ਡਿਫਰੈਂਟ ਲੈਟੀਟਿਊਡ, ਯਾਨੀ ਕਿ ਡਿਫਰੈਂਟ ਹਾਈਟ ਤੋਂ, ਕਿ ਯਾਨੀ ਕਿ ਦਾ ਪੈਸੇਜ ਆਫ ਦਾ ਹਾਂਜੀ ਪਲੈਨਟ ਅਕਰੋਸ ਦਾ ਡਿਸਕ ਵੁੱਡ ਅਪੀਅਰ ਡਿਫਰੈਂਟ, ਕਹਿੰਦੇ ਜਦੋਂ ਯਾਨੀ ਕਿ ਪਾਸਿਸ ਕਰਦਾ ਵਾ ਯਾਨੀ ਕਿ ਪਲੈਨਟ, ਤਾਂ ਡਿਫਰੈਂਟ ਲੈਟੀਟਿਊਡ ਤੋਂ ਉਹ ਕੀ ਹੁੰਦਾ ਵਾ ਜੀ, ਕਹਿੰਦੇ ਯਾਨੀ ਕਿ ਡਿਫਰ ਦਿਖਦਾ ਜੀ ਉਹ। ਬਾਅਦ ਚ ਲਿਖਿਆ ਪਿਆ ਓਕੇ ਬਾਏ ਟਾਈਮਿੰਗ ਦਾ ਟ੍ਰਾਂਜ਼ਿਟ, ਇੱਥੋਂ ਤੱਕ ਹੁਣ ਬੱਚਾ ਸ਼ਾਇਦ ਉਧਰ ਪੜ੍ਹ ਕੇ ਜਾਊਗਾ ਜੀ ਕਿ ਹਲੇ ਤੱਕ ਕੀ ਕੋਈ ਗੱਲ ਕੀਤੀ ਹੋਊ, ਅੱਗੇ ਜਾ ਕੇ ਉਹਨੂੰ ਇੱਕ ਚੀਜ਼ ਲੱਭੀ, ਇੱਕ ਲਾਈਨ ਚ ਕੀ ਲਿਖਿਆ ਪਿਆ ਵਾ, ਕਹਿੰਦੇ ਬਾਏ ਟਾਈਮਿੰਗ ਦਾ ਟ੍ਰਾਂਜ਼ਿਟ ਫਰੋਮ ਟੂ ਵਾਈਡਲੀ ਸੈਪਰੇਟ ਲੋਕੇਸ਼ਨ, ਕਹਿੰਦੇ ਜੀ ਉਹਨਾਂ ਨੇ ਟਾਈਮਿੰਗ ਨੋਟ ਕੀਤੀ, ਬਾਈ ਟਾਈਮਿੰਗ ਦਾ ਟ੍ਰਾਂਜ਼ਿਟ ਫਰੋਮ ਟੂ ਵਾਈਡਲੀ ਸੈਪਰੇਟ ਲੋਕੇਸ਼ਨ, ਦੋ ਸੈਪਰੇਟਲੀ ਲੋਕੇਸ਼ਨ ਸੀਗੀਆਂ, ਟੀਮਸ ਜਿਹੜੀਆਂ ਸੀਗੀਆਂ ਉਹਨਾਂ ਨੇ ਕੈਲਕੂਲੇਟ ਕੀਤਾ, ਯਾਨੀ ਕਿ ਪੈਰਾਲੈਕਸ ਐਂਗਲ ਜਿਹੜਾ ਸੀਗਾ, ਤੇ ਉਹਨਾਂ ਨੇ ਕੀ ਕਰ ਲਿਆ ਜੀ, ਯਾਨੀ ਕਿ ਮੈਜ਼ਰ ਕਰ ਲਿਆ, ਹਾਂਜੀ ਕੈਲਕੂਲੇਟ ਕਰ ਲਿਆ। ਤਾਂ ਸਾਰੀ ਰਾਮ ਕਹਾਣੀ ਪੜ੍ਹ ਕੇ ਫਿਰ ਬੱਚਾ ਉਧਰਲੇ ਪਾਸੇ ਜਾਂਦਾ ਜੀ, ਵੀ ਹੁਣ ਮੈਂ ਦੇਖਦਾ ਬੀ ਦੇ ਵਿੱਚੋਂ ਮੇਰਾ ਕਿਹੜਾ ਮੈਚ ਹੁੰਦਾ, ਬੀ ਦੇ ਵਿੱਚ ਕਿਤੇ ਨਹੀਂ ਮੈਚ ਹੋਵੇ ਡਿਸਕ੍ਰਿਪਸ਼ਨ ਜਿਹਦੇ ਕਰਕੇ ਰੁਕੀ ਹੋਵੇ ਜੀ ਕੋਈ ਟ੍ਰਾਂਜ਼ਿਟ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਡਿਫਰੈਂਟ ਵੇਜ਼ ਜਿਹਦੇ ਵਿੱਚ ਪੈਰਾਲੈਕਸ ਮੈਥਡ ਅਪਲਾਈ ਹੋ ਸਕਦਾ ਵਾ, ਤੁਹਾਡੇ ਪੈਸੇਜ ਦੇ ਵਿੱਚ ਗੱਲ ਕੀਤੀ ਸੀਗੀ ਜੀ ਪੈਰਾਲੈਕਸ ਐਂਗਲ ਦੀ ਗੱਲ ਕੀਤੀ ਹੋਈ ਸੀਗੀ ਉਹਨੂੰ ਮੰਨਣ ਦੀ, ਬਸ ਕੋਈ ਡਿਫਰੈਂਟ ਵੇ ਨਹੀਂ ਦਿੱਤੇ ਹੋਏ, ਤੇ ਬੱਚੇ ਨੇ ਇਹਦਾ ਬੀ ਲਾ ਦੇਣਾ ਕਿਉਂਕਿ ਉਹਨੂੰ ਜਸਟ ਇੱਕ, ਕਿਉਂਕਿ ਉਹਨੂੰ ਹੋਰ ਤਾਂ ਕੁਝ ਸਮਝ ਆਇਆ ਨਹੀਂਗਾ, ਤੇ ਉਹਨੇ ਇਹਦਾ ਬੀ ਲਾ ਦੇਣਾ ਇੱਥੇ, ਹਾਲਾਂਕਿ ਬੀ ਇਹਦਾ ਹੈ ਹੀ ਨਹੀਂਗਾ, ਇਹ ਚ ਕੋਈ ਡਿਫਰੈਂਟ ਰਾਸਤੇ ਨਹੀਂ ਦੱਸੇ ਹੋਏ ਜੀ ਹੁੰਦੇ ਜਿਹੜੇ ਅਪਲਾਈ ਕੀਤੇ ਜਾ ਸਕਦੇ। ਤੀਸਰਾ ਜਾ ਕੇ ਦੇਖੀਏ ਸਟੇਟਮੈਂਟ, ਹਾਂਜੀ ਫਿਊਚਰ ਦੀ ਕੋਈ ਗੱਲ ਨਹੀਂ ਕੀਤੀ ਜੀ। ਅੱਗੇ ਜਾ ਕੇ ਦੇਖੋਗੇ ਫਿਜ਼ੀਕਲ ਸਟੇਟ ਕਨੈਕਟਡ ਵਿਦ ਵੀਨਸ, ਤੇ ਉਹਨਾਂ ਦੇ ਇੰਸਟਰੂਮੈਂਟ ਜਿਹੜੇ ਸੀਗੇ ਉਹ ਫੇਲ ਟੂ ਰਿਕਵਰ, ਕੋਈ ਗੱਲ ਨਹੀਂ ਕੀਤੀ। ਤਾਂ ਇਹਦੇ ਵਿੱਚ ਬੱਚਾ ਹੁਣ ਬੀ ਨੂੰ ਥੋੜਾ ਜਿਹਾ ਗਾਉਂ ਪੜ੍ਹਨ ਦੀ ਕੋਸ਼ਿਸ਼ ਕਰੂਗਾ ਕਿ ਮੈਂ ਬੀ ਨੂੰ ਗਾਉਂ ਪੜ੍ਹ ਲੈਣਾ, ਜਿਹਦੇ ਵਿੱਚ ਫਿਰ ਕੈਲਕੂਲੇਟਿੰਗ ਦਿਸ ਐਂਗਲ ਦੀ ਗੱਲ ਕੀਤੀ ਪਈ ਆ, ਤਾਂ ਘੁਮਾ ਫਿਰਾ ਕੇ ਇਹਦਾ ਬੀ ਚੋਂ ਵੀ ਕੋਈ ਮੈਚ ਨਹੀਂ ਹੋਣਾ। ਤੇ ਕਮ ਸੇ ਕਮ ਪੈਰਾ ਵੱਡਾ ਹੋਣ ਕਰਕੇ 2.5 ਮਿੰਟ ਬੱਚੇ ਨੇ ਲਾਤੇ ਜੀ ਫਾਈਨਲ ਦੇ ਵਿੱਚ, ਇਹਦੇ ਤੇ 2 ਮਿੰਟ ਉੱਪਰ ਵਾਲੇ ਚ ਹੋ ਚੁੱਕਿਆ ਜੀ, 2.5 ਮਿੰਟ ਇਹਦੇ ਵਿੱਚ ਹੋ ਚੁੱਕਿਆ, ਟੋਟਲ ਹਾਲੇ ਤੱਕ 5.5 ਮਿੰਟ ਹੋ ਚੁੱਕਿਆ, 5 ਮਿੰਟ 30 ਸੈਕਿੰਡ। ਤਾਂ ਬੱਚਾ ਜਾਂਦਾ ਜੀ ਹੁਣ ਸੀ ਪੈਰੇ ਦੇ ਉੱਪਰ ਮਿੰਟੋ ਮਿੰਟੀ, ਤੇ ਇੱਥੇ ਹੁਣ ਜਦੋਂ ਸੀ ਪੈਰੇ ਉੱਪਰ ਬੱਚਾ ਜਾ ਵੜਿਆ, ਟਾਈਮ ਵੱਲ ਦੇਖ ਕੇ ਉਹਨੂੰ ਇਦਾਂ ਲੱਗਿਆ ਕਿ ਮੇਰੇ ਕਮ ਸੇ ਕਮ 6 ਮਿੰਟ ਸਾਰੇ ਲੰਘ ਚੁੱਕੇ ਆ ਜੀ, ਤੇ ਇੱਥੇ ਹੁਣ ਬੱਚਾ ਪੈਨਿਕ ਹੋਣਾ ਸਟਾਰਟ ਹੋ ਗਿਆ ਜੀ। ਇੱਥੇ ਉਹਨਾਂ ਦੀ ਜਿਹੜੀ ਸਾਈਕੋਲੋਜੀਕਲ ਕੰਡੀਸ਼ਨ ਆ, ਨੋ ਮੈਟਰ ਕਿ ਉਹ ਰੀਡਿੰਗ ਦੇ ਵਿੱਚੋਂ ਇੰਟੈਲੀਜੈਂਟ ਕਿੰਨਾ ਕਾ, ਨੋ ਮੈਟਰ ਕਿ ਉਹਦੇ ਘਰੇ 6:30 ਜਾਂਦੇ ਆ ਜਾਂ 7 ਜਾਂਦੇ ਆ ਜਾਂ 8:30 ਜਾਂਦੇ, ਇੱਥੇ ਉਹਦਾ ਥੋੜਾ ਸਾਈਕੋਲੋਜੀਕਲੀ ਹਿੱਲ ਗਿਆ ਉਹਨੂੰ ਜੀ, ਉਹਨੂੰ ਹੁਣ ਇਦਾਂ ਲੱਗਣ ਲੱਗਿਆ ਕਿ ਜਿਹੜਾ ਪੈਸੇ ਮੈਂ ਕਰੀ ਜਾਂਦਾ ਇਹ ਬੜਾ ਟਫ ਲੈਵਲ ਦਾ ਡਿਜ਼ਾਈਨ ਕੀਤਾ। ਫਿਰ ਵੀ ਚਲੋ ਉਹਨੇ ਹੌਸਲਾ ਰੱਖ ਕੇ ਆਪਦਾ ਸੀ ਪੈਰੇ ਤੇ ਪਹੁੰਚਿਆ ਜੀ। ਤੁਹਾਨੂੰ ਸੀ ਪੈਰਾ ਦੇਖਿਓ ਜੀ, ਕਹਿੰਦਾ ਹੈਲੀ ਨੂੰ ਕਹਿੰਦੇ ਪਤਾ ਸੀਗਾ ਜੀ, ਮੈਂ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਸਟੂਡੈਂਟ ਫਾਈਨਲ ਦੇ ਵਿੱਚ ਅਪਰੋਚ ਨੂੰ ਲਾਗੂ ਕਰਦੇ ਆ ਜੀ, ਤਾਂ ਕਹਿੰਦੇ ਹੈਲੇ ਨੂੰ ਹਾਂਜੀ ਕਹਿੰਦੇ ਪਤਾ ਸੀ ਜਿਹੜੀ ਇਜ਼ੂ ਹੈਗੀ ਆ ਉਹ ਵਨ ਆਫ ਦਾ ਮੋਸਟ ਫੰਡਾਮੈਂਟਲ ਆਫ ਆਲ ਓਕੇ ਮੈਜ਼ਰਮੈਂਟ ਹੈ ਜੋਨਸ ਕੈਪਲਰ, ਉਹਨੇ ਇੱਥੇ ਇਹਨੂੰ ਅੰਡਰਲਾਈਨ ਕਰ ਲਿਆ ਜੀ ਕਿਉਂਕਿ ਇਹਨੂੰ ਪਤਾ ਮੇਰੇ ਰਾਈਟਰ ਦਾ ਨਾਮ ਹੈ ਕਿਤੇ ਨਾ ਕਿਤੇ ਹੈਗਾ ਵਾ ਜੀ ਰਾਈਟਰ ਦਾ ਨਾਮ। ਤਾਂ ਅੱਗੇ ਜਾ ਕੇ ਦੇਖਦੇ ਜੀ ਇਹਨਾਂ ਨੇ ਕੀ ਕਿਹਾ, ਹੁਣ 17th ਸੈਂਚੁਰੀ ਦੇ ਵਿੱਚ ਹੈਡ ਸ਼ੋਨ ਦੈਟ ਡਿਸਟੈਂਸ ਜਿਹੜਾ ਪਲੈਨਟ ਦਾ ਹੈਗਾ ਵਾ ਸਨ ਤੋਂ ਗਵਰਨਡ ਦੇਅਰ, ਉਹ ਉਹਨਾਂ ਦੀ ਆਰਬਿਟਲ ਸਪੀਡ ਯਾਨੀ ਕਿ ਨਿਰਧਾਰਿਤ ਕਰਦਾ ਵਾ ਉਹਦੇ ਤੋਂ, ਯਾਨੀ ਕਿ ਉਹ ਚੀਜ਼ ਦਾ ਕੋਈ ਲੈਣਾ ਦੇਣਾ ਵਾ ਇੱਕ ਚੀਜ਼ ਨਾਲ, ਕਿਹਦੇ ਨਾਲ ਜੀ, ਜਿਹੜੀ ਵੀ ਕਿਸੇ ਪਲੈਨਟ ਦੀ ਜਿਹੜਾ ਡਿਸਟੈਂਸ ਹੁੰਦਾ ਵਾ ਕਿਸੇ ਪਲੈਨਟ ਦਾ ਸਨ ਤੋਂ, ਉਹ ਗਵਰਨ ਕਰਦਾ ਵਾ ਕਿਹਨੂੰ ਜੀ, ਜਿਹੜੀ ਉਹਦੀ ਆਰਬਿਟਲ ਸਪੀਡ ਹੁੰਦੀ, ਯਾਨੀ ਕਿ ਜਿੰਨੀ ਜ਼ਿਆਦਾ ਡਿਸਟੈਂਸ ਹੋਊਗਾ ਉਹਦੇ ਨਾਲ ਸਪੀਡ ਦਾ ਕੋਈ ਲੈਣਾ ਦੇਣਾ ਹੋਊਗਾ ਜੀ। ਵਿਚ ਵਰ ਈਜ਼ਲੀ ਮੈਜ਼ਰੇਬਲ, ਜੋ ਕਿ ਸੌਖੀ ਮਿਣੀ ਜਾ ਸਕਦੀ ਸੀ, ਬਟ ਨੋ ਵਨ ਹੈਜ਼ ਫਾਊਂਡ ਏ ਵੇ, ਬਟ ਕਿਸੇ ਨੂੰ ਰਾਸਤਾ ਨਹੀਂ ਪਤਾ ਸੀਗਾ ਇਹ ਬਈ ਸਹੀ ਮੈਨੇ ਅਸੀਂ ਕੈਲਕੂਲੇਟ ਕਿਵੇਂ ਕਰਨੀ ਹੈ ਟੂ ਦਾ ਪਲੈਨਟ ਫਰੋਮ ਅਰਥ, ਵੀ ਧਰਤੀ ਤੋਂ ਕਿਵੇਂ ਕੈਲਕੂਲੇਟ ਕਰੀ।
the goal was to measure, goal ਸੀਗਾ ਜਿਹੜੀ ਆਹ ਵਾਲੀ ਚੀਜ਼ ਇਹਨੂੰ ਮਿਲਣਾ, then knowing the orbital speed, ਤੇ ਬਾਅਦ ਚੋਂ orbital speed ਦੇ ਬਾਰੇ ਜਾਣਨਾ, the scale of the solar system would fall into place। ਹੁਣ ਇੱਥੋਂ ਤੱਕ ਬੱਚੇ ਨੇ ਪੜ੍ਹਿਆ ਜੀ, ਹੁਣ ਉਹ ਫਿਰ ਉੱਧਰ ਜਾਊਗਾ ਜੀ, ਫਿਰ ਨਾ ਹੀ ਤਾਂ ਉਹਨੂੰ ਕੋਈ ਡਿਫਰੈਂਟ ਰਾਸਤੇ ਮਿਲੇ ਆ ਜੀ ਹਲੇ ਤੱਕ, ਤੇ ਨਾ ਹੀ ਉਹਨੂੰ ਡਿਸਕ੍ਰਿਪਸ਼ਨ ਮਿਲੀ ਹੈ ਜਿਹਦੇ ਨਾਲ ਜੋ ਯਾਨੀ ਕਿ ਟ੍ਰਾਂਜ਼ਿਟ ਸੀਗੀ ਉਹ ਰੁਕੀ ਹੋਵੇ, ਨਾ ਹੀ ਉਹਨੂੰ ਹਲੇ ਤੱਕ ਕੀ ਮਿਲਿਆ ਜੀ ਕੋਈ ਫਿਊਚਰ ਦੀ ਕੋਈ ਪੋਟੈਂਸ਼ੀਅਲ ਦੀ ਗੱਲ ਹੋਈ ਆ, ਤੇ ਨਾ ਹੀ ਉਹਨੂੰ ਹਲੇ ਤੱਕ ਜੀ ਵੀਨਸ ਦੀਆਂ ਫਿਜ਼ੀਕਲ ਸਟੇਟ ਜਿਨ੍ਹਾਂ ਨਾਲ ਕੋਈ ਚੀਜ਼ ਫੇਲ ਹੋ ਗਈ ਹੋਵੇ, ਵਿਚ ਅਰਲੀ ਐਸਟ੍ਰੋਨੋਮਿਕਲ ਫੇਲ ਟੂ ਓਵਰਕਮ। ਹਾਂ ਲਾਸਟ ਵਾਲੀ ਉਹਨੂੰ ਮਾੜੀ ਮੋਟੀ ਜ਼ਰੂਰ ਲੱਗ ਸਕਦੀ ਹੈ ਜੀ, ਬਟ ਉਹ ਕਿਹੜੀ ਚੀਜ਼ 'ਚ ਫੇਲ ਹੋਏ ਸੀਗੇ, ਉਹ ਐਕਚੁਅਲ ਦੇ ਵਿੱਚ ਡਿਸਟੈਂਸ ਨੂੰ ਮਾਪਣ ਦੇ ਵਿੱਚ ਫੇਲ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਦਾ ਕਿਵੇਂ ਪਤਾ ਲਾਈਏ। ਜੇ ਚੌਥੀ ਨੂੰ ਧਿਆਨ ਨਾਲ ਪੜ੍ਹੋ ਤਾਂ ਕੀ ਹੈ ਜੀ, ਕਹਿੰਦੇ ਉਹ ਪਹਿਲੇ 'ਚ ਡਿਸਕ੍ਰਿਪਸ਼ਨ ਦਿੱਤੀ ਹੋਈ ਆ, ਫਿਜ਼ੀਕਲ ਸਟੇਟ ਦਿੱਤੀਆਂ ਹੋਈਆਂ ਜਿਹੜੀਆਂ ਵੀਨਸ ਦੇ ਨਾਲ ਜੁੜੀਆਂ ਹੋਈਆਂ, ਏਦਾਂ ਦੀ ਕੋਈ ਗੱਲ ਨਹੀਂ ਹੋਈ, ਜਿਹੜੀ ਕਿ ਪਹਿਲਾਂ ਵਾਲੇ ਜਿਹੜੇ ਐਸਟ੍ਰੋਨੋਮਿਕਲ ਜੋ ਯਾਨੀ ਕਿ ਜੰਤਰ ਸੀਗੇ, ਡਿਵਾਈਸਸ ਸੀਗੀਆਂ, ਕਹਿੰਦੇ ਉਹ ਫੇਲ ਹੋ ਗਈਆਂ ਸੀਗੀਆਂ ਉਹਨੂੰ ਯਾਨੀ ਕਿ ਕਾਬੂ ਕਰਨ ਦੇ ਵਿੱਚ, ਤਾਂ ਏਦਾਂ ਦੀ ਆਪਣੇ ਕੋਲੇ ਕੋਈ ਗੱਲ ਨਹੀਂ ਕੀਤੀ। ਤਾਂ ਸੀ ਨੂੰ ਬੱਚਾ ਗਾਂਹ ਪੜੂਗਾ ਜੀ। ਹੁਣ ਹੈਲੇ ਨੇ ਕਹਿੰਦੇ ਰੀਅਲਾਈਜ਼ ਕੀਤਾ ਮਰਕਰੀ ਜਿਹੜਾ ਹੈਗਾ ਵਾ ਸੋ ਫਾਰ ਅਵੇ, ਜਿਹੜਾ ਹੁੰਦਾ ਨੇ ਉਹ ਕਹਿੰਦੇ ਕਿ ਪੈਰਾਲੈਕਸ ਐਂਗਲ, ਆ ਗਾ ਆਪਣੇ ਕੋਲੇ ਵਰਡ ਫਿਰ ਆ ਗਿਆ ਜੀ, ਵੁੱਡ ਬੀ ਵੈਰੀ ਡਿਫੀਕਲਟ ਟੂ ਡਿਟਰਮਾਈਨ, ਵੀ ਉਹਦਾ ਜਿਹੜਾ ਪੈਰਾਲੈਕਸ ਐਂਗਲ ਹੈਗਾ ਵਾ ਮਰਕਰੀ ਦਾ ਉਹ ਬਹੁਤ ਡਿਫੀਕਲਟ ਹੋਊਗਾ ਜੀ ਪਤਾ ਲਾਉਣਾ। ਤੇ ਵੀਨਸ ਕਹਿੰਦੇ ਕਲੋਜ਼ ਆ ਜੀ ਧਰਤੀ ਦੇ, ਇਹਦਾ ਕਹਿੰਦੇ ਜਿਹੜਾ ਪੈਰਾਲੈਕਸ ਐਂਗਲ ਹੈਗਾ ਵਾ ਕਹਿੰਦੇ ਉਹ ਲਾਰਜਰ ਹੋਊਗਾ। ਇੱਥੋਂ ਤੱਕ ਪੜ੍ਹ ਕੇ ਬੱਚੇ ਨੇ ਮਿੰਟੋ ਮਿੰਟੀ ਸਪੀਡ ਨਾਲ ਇਹਨੂੰ ਪੜ੍ਹਿਆ, ਤੇ ਜਦੋਂ ਜਾ ਕੇ ਉਧਰ ਮੈਚ ਕੀਤਾ ਜੀ ਤੇ ਹਲੇ ਤੱਕ ਵੀ ਉਹਦਾ ਇਹ ਹੈਡਿੰਗ ਦੇ ਵਿੱਚ ਕੋਈ ਵੀ ਮੈਚ ਨਹੀਂ ਹੋਇਆ ਜੀ। ਤੇ ਇਹ ਪੈਰਾ ਵੱਡਾ ਹੋਣ ਕਰਕੇ ਇਹਨੂੰ ਉਹਦੇ ਤੇ ਲੱਗੇ ਜੀ 3 ਮਿੰਟ, ਤਾਂ ਪਹਿਲੇ ਤੇ 2.5 ਮਿੰਟ ਜੀ, ਦੂਸਰੇ ਤੇ ਕਮ ਸੇ ਕਮ 3 ਮਿੰਟ, ਤੇ ਤੀਸਰੇ ਤੇ ਕਮ ਸੇ ਕਮ 3.5 ਮਿੰਟ। ਇੱਥੇ ਬੱਚਾ ਜ਼ਿਆਦਾ ਟਾਈਮ ਲਾਊਗਾ ਕਿਉਂਕਿ ਬੱਚੇ ਨੂੰ ਏਦਾਂ ਕਿ ਪਹਿਲੇ 3 ਖਾਲੀ ਕਿਵੇਂ ਜਾ ਸਕਦੇ ਆ, ਬਈ ਪੱਕਾ ਮੈਂ ਹੀ ਰੋਂਗ ਹੋਊਂਗਾ, ਰੀਡਿੰਗ ਤਾਂ ਉਹਨਾਂ ਨੇ ਸਹੀ ਪਾਈ ਹੋ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖੋ 5.5 ਮਿੰਟ ਇੱਥੇ ਹੋ ਗਏ ਸੀਗੇ ਜੀ, ਫਿਰ 8 ਤੇ ਟੋਟਲ ਮਿਲਾ ਕੇ 9 ਮਿੰਟ ਹੋ ਗਏ ਜੀ ਬੱਚੇ ਦੇ, ਤੇ 9 ਦੇ ਮਿੰਟਾਂ ਵਿੱਚੋਂ ਜਸਟ ਹਲੇ ਤੱਕ ਬੱਚਾ ਫਾਈਨਲ 'ਚ ਬਲੈਂਕ ਬੈਠਾ, ਉਹਨੇ ਹਜੇ ਸਿੰਗਲ ਕੁਐਸਚਨ ਵੀ ਨਹੀਂ ਆਪਣੀ ਸ਼ੀਟ ਦੇ ਉੱਪਰ ਟ੍ਰਾਂਸਫਰ ਕੀਤਾ। ਤੇ ਹੁਣ 1 ਮਿੰਟ ਉਹਨੂੰ ਬਹੁਤ ਫਿਕਰ ਪੈ ਜਾਣਾ, ਹੁੰਦਾ ਵੈਸੇ ਹੀ ਨਹੀਂ ਹੱਥ ਚੱਲਣਾ। ਕੁੱਲ ਮਿਲਾ ਕੇ ਹੁਣ ਇੱਥੇ 10 ਮਿੰਟ ਰੱਖ ਲਓ ਜੀ, ਮਿੰਟ 10 ਲੰਘ ਚੁੱਕੇ ਆ ਤੇ ਬੱਚੇ ਨੇ ਅਜੇ ਸਿੰਗਲ ਕੁਐਸਚਨ ਵੀ ਅਟੈਂਪਟ ਨਹੀਂ ਕੀਤਾ। ਤੇ ਮੈਂ ਤੁਹਾਨੂੰ ਦੱਸ ਦੇਵਾਂ ਪਹਿਲੇ 10 ਮਿੰਟਾਂ ਦੇ ਵਿੱਚ ਹੀ ਰਿਜ਼ਲਟ ਡਿਕਲੇਅਰ ਹੋ ਜਾਂਦਾ ਹੁੰਦਾ ਉੱਥੇ ਬੱਚੇ ਦੇ ਬ੍ਰੇਨ ਦੇ ਵਿੱਚ, ਬੱਚੇ ਦੇ ਬ੍ਰੇਨ ਦੇ ਵਿੱਚ ਇੱਕ ਰਿਜ਼ਲਟ ਆਪ ਹੀ ਬਣ ਜਾਂਦਾ ਹੁੰਦਾ। ਇਹ ਚੀਜ਼ ਸ਼ਾਇਦ ਤੁਹਾਡੇ ਚੋਂ ਕਿਸੇ ਨੇ ਰੀਅਲਾਈਜ਼ ਕੀਤੀ ਹੋਵੇ ਕਿ ਜਦੋਂ ਰੀਡਿੰਗ ਕਰੀ ਜਾਂਦੇ ਆ ਬ੍ਰੇਨ ਉਹਦੇ ਸਿਗਨਲ ਦੇਣੇ ਸ਼ੁਰੂ ਕਰ ਦਿੰਦਾ ਹੁੰਦਾ। ਇੱਕ 2 ਤਰ੍ਹਾਂ ਦੇ ਸਿਗਨਲ ਹੁੰਦੇ ਰੀਡਿੰਗ ਕਰਦੇ ਕਰਦੇ, ਇੱਕ ਤਾਂ ਹੁੰਦੇ ਆ ਕਿ ਮੇਰੇ ਤੋਂ ਹੋ ਰਹੇ ਆ ਵਧੀਆ ਵਾ, ਹੁਣ ਰੀਡਿੰਗ ਪਾਰ ਹੋ ਜੂਗੀ, ਤੇ ਦੂਸਰਾ ਸਿੰਗਲ ਹੁੰਦਾ ਵੀ ਬਸ ਹੁਣ ਤਾਂ ਮਾਰੇ ਗਏ, ਹੁਣ ਕੌਣ ਨਹੀਂ ਹੋ ਸਕਦਾ, ਪੇਪਰ ਦੁਬਾਰਾ ਭਰ ਕੇ ਆਉਣਾ ਪੈਣਾ ਇੱਥੇ। ਤਾਂ ਹੁਣ ਦੇਖੋ ਵੀ ਜਿਹੜਾ ਆ ਬੱਚੇ ਦੀ ਅਪਰੋਚ ਸੀਗੀ ਜੀ, ਪਹਿਲਾ ਪੜ੍ਹਿਆ, ਦੂਸਰਾ ਪੜ੍ਹਿਆ, ਤੀਸਰਾ ਪੜ੍ਹਿਆ, ਤੇ ਮੈਂ ਤੁਹਾਨੂੰ ਦੱਸਾਂ ਪਹਿਲੇ 3 ਪੈਰਿਆਂ ਦੇ ਵਿੱਚੋਂ ਕੋਈ ਵੀ ਨਹੀਂ ਸੀਗੇ। ਇਹ ਹੁਣ ਕਿਸ ਟਾਈਪ ਦਾ ਬੱਚਾ ਹੁੰਦਾ ਵਾ ਜਿਹੜਾ ਸਾਰੀਆਂ ਸਟ੍ਰੈਟਜੀਆਂ ਸਿੱਖਣ ਦੇ ਬਾਵਜੂਦ ਵੀ, ਤਰੀਕੇ ਆਪਣੇ ਮਾਈਂਡ ਦੇ ਵਿੱਚ ਰੱਖਣ ਦੇ ਬਾਵਜੂਦ ਵੀ, ਕਲਾਸ ਦੇ ਵਿੱਚ ਜੋ ਆਪਾਂ ਕਹਿੰਦੇ ਉਹਨਾਂ ਦੇ ਬਾਵਜੂਦ ਵੀ ਜਾ ਕੇ ਫਾਈਨਲ ਦੇ ਵਿੱਚ ਪਹਿਲੇ ਕੁਐਸਚਨ ਤੋਂ ਸ਼ੁਰੂ ਕਰ ਦਿੰਦਾ ਜੀ, ਜਿਹੜਾ ਜਿਹਨੂੰ ਆਪਾਂ ਰਿਜਿਡ ਮਾਈਂਡ ਕਹਿ ਦਿੰਦੇ ਆ, ਜਿਹੜਾ ਸਾਰੀਆਂ ਚੀਜ਼ਾਂ ਸਿੱਖਣ ਤੋਂ ਬਾਅਦ ਚੋਂ ਵੀ ਆਪਣੀ ਮਰਜ਼ੀ ਦੇ ਨਾਲ ਫਿਰ ਉਹ ਚੀਜ਼ਾਂ ਨੂੰ ਪਹਿਲੇ ਤੋਂ ਹੀ ਕਰਨ ਲੱਗ ਜਾਂਦੇ। ਤੇ ਇੱਥੇ ਬੱਚੇ ਦੇ 10 ਮਿੰਟ ਪਹਿਲੇ ਖਰਾਬ ਹੋ ਗਏ ਜੀ, ਤੇ ਬੈਂਡ ਆਉਣ ਇੱਥੇ 90% ਪੋਸੀਬਿਲਿਟੀ ਆ ਕਿ ਇਹਦੇ 5.5 ਬੈਂਡ ਡਿਸਾਈਡ ਹੋ ਗਏ, ਕਿਉਂਕਿ ਇਹ ਜਦੋਂ ਪਹਿਲੇ 10 ਮਿੰਟਾਂ ਦੇ ਵਿੱਚ ਹੀ ਪੈਨਿਕ ਹੋ ਗਿਆ, ਹੁਣ ਇਹਦੇ ਤੋਂ ਰੀਡਿੰਗ ਹੋ ਹੀ ਨਹੀਂ ਸਕਦੀ ਜੀ। ਹੁਣ ਜੇ ਗਾਂ ਜਾ ਕੇ ਕੋਈ ਸੌਖਾ ਵੀ ਪਿਆ ਹੋਇਆ, ਹੋ ਸਕਦਾ ਇਹਨੂੰ ਸਮਝਣ ਦੇ ਵਿੱਚ ਦਿੱਕਤ ਆਵੇ, ਕਿਉਂਕਿ ਜਦੋਂ ਸਾਈਕੋਲੋਜੀਕਲੀ ਕੋਈ ਬੰਦਾ ਹਿੱਲ ਜਾਂਦਾ ਵਾ ਤਾਂ ਫਿਰ ਥੋੜੀ ਜਿਹੜੀਆਂ ਸਹੀ ਚੀਜ਼ਾਂ ਵਾ, ਸਹੀ ਚੀਜ਼ਾਂ ਨੂੰ ਵੀ ਫਿਰ ਗਲਤ ਮੰਨਣ ਲੱਗ ਜਾਂਦਾ ਜੀ। ਤੇ ਮੈਂ ਇੱਥੇ ਕੀ ਕਹਿਣਾ ਚਾਹੁੰਦਾ ਸੀ, ਪਤਾ ਲੱਗ ਗਿਆ ਜੀ ਸਾਰਿਆਂ ਨੂੰ? ਹਾਂਜੀ ਸਰ। ਹਾਂਜੀ ਸਰ। ਹਾਂਜੀ ਕੀ ਕਹਿਣਾ ਚਾਹੁੰਦਾ ਸੀ ਜੀ ਮੈਂ ਭਾਵੇਂ ਸਰ ਮਤਲਬ ਕਿ ਸਹੀ ਅਪਰੋਚ ਕਰਨੀ ਚਾਹੀਦੀ, ਜਿਹੜਾ ਮਤਲਬ ਟਾਈਪ ਪਹਿਲਾਂ ਮੈਂ ਤੁਹਾਨੂੰ ਕਰਨੀ ਕਹਿ ਰਿਹਾ ਚਾਹੀਦੀ ਕਿ ਉਹਨੇ ਹੈਡਿੰਗਸ ਨੂੰ ਸਟਾਰਟਿੰਗ ਚੋਂ ਕਰਕੇ ਗਲਤੀ ਕਰ ਲਈ ਬਹੁਤ ਵੱਡੀ। ਹਾਂਜੀ ਸਮਝ ਗਏ ਮੇਰੀ ਗੱਲ? ਹਾਂਜੀ ਮੈਂ ਕਹਿ ਰਿਹਾ ਕਿ ਬੱਚਾ ਭਾਵੇਂ name 9 ਵਗੈਰਾ ਬੈਂਡ ਦਾ ਲੈਵਲ ਨੂੰ ਅਪਰੋਚ ਕਰਦਾ, ਬਟ ਉਹਨੇ ਇੱਥੇ ਹੈਡਿੰਗ ਨੂੰ ਸ਼ੁਰੂ ਕਰਕੇ ਬਹੁਤ ਵੱਡੀ ਗਲਤੀ ਕਰ ਲਈ, ਕਿਉਂਕਿ ਐਗਜ਼ਾਮੀਨਰ ਨੇ ਜਾਣ ਬੁੱਝ ਕੇ ਉਹਨਾਂ ਦੀ ਡਿਜ਼ਾਈਨਿੰਗ ਹੈਡਿੰਗ ਤੋਂ ਕੀਤੀ ਪਈ ਸੀ। ਇਹ ਬੱਚਾ ਸਮਝ ਹੀ ਨਹੀਂ ਪਾਇਆ ਉਹ ਚੀਜ਼। ਜਦੋਂ ਹੀ ਇਹਨੂੰ ਸਟਾਰਟਿੰਗ ਤੋਂ ਪਤਾ ਲੱਗਿਆ ਕਿ ਮੇਰੇ ਪਹਿਰੇ 7 ਆ, ਕੁਐਸਚਨ ਮੇਰੇ 4 ਆ, ਤੈਨੂੰ ਸਮਝ ਜਾਣਾ ਚਾਹੀਦਾ ਸੀ ਕਿ ਉਹ ਪਹਿਲੇ 3 ਲਗਾਤਾਰ ਵੀ ਤਾਂ ਹੋ ਹੀ ਸਕਦੇ ਆ ਨਾ, ਹਾਂਜੀ ਜਿਹੜੇ ਖਾਲੀ ਲੰਘਣੇ ਆ।
ਸਮਝ ਗਏ ਜੀ ਮੇਰੀ ਗੱਲ? ਯੈਸ ਸਰ। ਤੇ ਹੁਣ ਜਿਹੜੇ ਰੈਸਟ ਆਫ ਦੇ 4 ਆ ਉਹਨਾਂ ਵਿੱਚ ਆਨਸਰ ਹੋਣਗੇ ਹੀ ਨਾ, ਹਾਂਜੀ ਉਹਨਾਂ ਵਿੱਚ ਤਾਂ ਹਰ ਇੱਕ ਦੇ ਵਿੱਚ ਆਨਸਰ ਪਿਆ ਵਾ ਜੀ। ਤੇ ਹਮੇਸ਼ਾ ਇਹ ਗਲਤੀ ਨਹੀਂ ਕਰਨੀ, ਜਦੋਂ ਤੁਸੀਂ ਫਾਈਨਲ ਦੇ ਵਿੱਚ ਏਦਾਂ ਦੀ ਗਲਤੀ ਕਰਦੇ ਹੋ ਤੇ ਸਮਝ ਲਓ ਤੁਸੀਂ ਜਿਹੜਾ ਟਾਈਮ ਕੋਚਿੰਗ ਸੈਂਟਰ 'ਚ ਵੀ ਲਾਇਆ ਵਾ, ਜਾਂ ਜਿੰਨਾ ਟਾਈਮ ਵੀ ਤੁਸੀਂ ਕਿਸੇ ਕੋਲ ਲਾਇਆ, ਕਿਸੇ ਵੀ ਟ੍ਰੇਨਰ ਕੋਲੇ, ਸਮਝ ਲਓ ਬਣਿਆ ਤਨਿਆ ਵੈਸੇ ਹੀ ਵੇਸਟ ਹੋ ਜਾਂਦਾ ਜੀ। ਸਟ੍ਰੈਟਜੀਸ ਵਗੈਰਾ, ਚੀਜ਼ਾਂ ਵਗੈਰਾ, ਉਹ ਸਾਰੀਆਂ ਇੱਕ ਸਾਲ ਦੀਆਂ ਖੂਹ ਖਾਤੇ ਪੈ ਜਾਂਦੀਆਂ ਤੁਹਾਡੇ ਇੱਕ ਨਿੱਕੀ ਜਿਹੀ ਚੀਜ਼ ਦੇ ਗਲਤ ਪਰਫਾਰਮ ਕਰਨ ਦੇ ਨਾਲ। ਨੈਚੁਰਲ ਦੀ ਗੱਲ ਆ, ਰੀਡਿੰਗ ਤੋਂ ਬਾਅਦ ਚੋਂ ਕੀ ਹੁੰਦੀ ਹੈ, ਰਾਈਟਿੰਗ ਹੁੰਦੀ ਹੈ। ਜਦੋਂ ਕਿਸੇ ਬੱਚੇ ਦੀ ਰੀਡਿੰਗ ਹੀ ਨਾ ਵਧੀਆ ਹੋਈ ਹੋਵੇ, ਹਮੇਸ਼ਾ ਯਾਦ ਰੱਖਿਓ ਰਾਈਟਿੰਗ ਉਹ ਜ਼ਿਆਦਾ ਮਨ ਚ ਲਾ ਕੇ ਨਹੀਂ ਕਰੂਗਾ, ਕਿਉਂਕਿ ਰਾਈਟਿੰਗ ਕਰਦੇ ਕਰਦੇ ਰੀਡਿੰਗ ਬ੍ਰੇਨ ਚ ਚੱਲਦੀ ਰਹਿੰਦੀ ਹੈ ਕਿ ਮੇਰਾ ਪਿਛਲਾ ਮੋਡਿਊਲ ਜਿਹੜਾ ਹੋਇਆ ਉਹ ਕਿੱਦਾਂ ਦਾ ਹੋਇਆ। ਹੁਣ ਅੱਗੇ ਚੱਲਦੇ ਹਾਂ ਆਪਾਂ। ਮੇਰੇ ਸਮਝਾਉਣ ਦਾ ਮਤਲਬ ਸੀਗਾ ਕਿ ਅਪਰੋਚ ਉਹਨੇ ਬਹੁਤ ਜ਼ਿਆਦਾ ਰੋਂਗ ਪਿਕ ਕਰ ਲਈ ਜੀ। ਇੱਥੇ ਪਹਿਲੇ 10 ਮਿੰਟ ਉਹਦੇ ਵੈਸੇ ਹੀ ਖਰਾਬ ਹੋ ਗਏ, ਲੱਭਿਆ ਉਹਨੂੰ ਹਾਲੇ ਤੱਕ ਕੁਝ ਨਹੀਂ। ਸੋ ਤੁਸੀਂ ਨਹੀਂ ਏਦਾਂ ਕਰਨਾ ਜੀ। ਆਪਾਂ ਇਹਦੇ ਤੋਂ ਅੱਜ ਜਾਣ ਬੁੱਝ ਕੇ ਸ਼ੁਰੂ ਕੀਤਾ ਸੀਗਾ, ਨਹੀਂ ਆਪਾਂ ਇਹਦੇ ਤੋਂ ਸ਼ੁਰੂ ਨਹੀਂ ਕਰਦੇ ਹੁੰਦੇ। ਆਪਾਂ ਸ਼ੁਰੂ ਕਿੱਥੋਂ ਕਰਨਾ ਸੀ, ਆਪਾਂ ਪਹਿਲਾਂ ਦੇਖਣਾ ਸੀ ਅਕੋਰਡਿੰਗ ਟੂ ਮੈਪ ਰੀਡਿੰਗ, ਆਪਾਂ ਲੋਕੇਸ਼ਨ ਦੇਖਣੀ ਸੀ ਸਾਰਿਆਂ ਦੀ ਕਿ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ। ਪਹਿਲੀ ਗੱਲ ਤਾਂ ਹੈਲੇ ਦੀ ਗੱਲ ਹੋ ਰਹੀ ਹੈ, ਆਪਾਂ ਸਿੱਧਾ ਜਾਣਾ ਸੀਗਾ ਜਿਹੜੇ ਉਹ ਦੂਜੇ ਖਣੀ ਤੀਜੇ ਪੈਰੇ ਦੇ ਵਿੱਚ ਹੈਲੇ ਦਾ ਨਾਮ ਲਿਖਿਆ ਪਿਆ। ਬਾਅਦ ਚੋਂ ਲੀਜੈਂਟਲ ਆਪਾਂ ਜਾ ਕੇ ਨਾਂ ਲੱਭ ਲੈਣਾ ਸੀਗਾ ਜੀ। ਆਪਣੇ ਦੋ ਕੰਮ ਹੋ ਜਾਣੇ ਸੀਗੇ, ਇੱਕ ਤਾਂ ਆਪਣੇ ਰਾਈਟਰ ਦੇ ਨੇਮ ਹੋ ਜਾਣੇ ਸੀਗੇ, ਜਾਨੀ ਕਿ ਦੋਨੇ ਰਾਈਟਰ ਦੇ ਨੇਮ ਵੀ ਆਪਣੇ ਲੱਭ ਜਾਣੇ ਸੀਗੇ, ਤੇ ਆਪਣਾ 9ਵੇਂ ਤੇ 10ਵੇਂ ਦੀ ਲੋਕੇਸ਼ਨ ਵੀ ਲੱਭ ਜਾਣੀ ਸੀ। ਅੱਗੇ ਜਾ ਕੇ ਆਪਾਂ ਦੇਖਣਾ ਸੀਗਾ ਜੀ ਨੈਕਸਟ ਦੇ ਵਿੱਚ ਆਪਾਂ ਸਨ ਉਹ ਕਹਿੰਦੇ ਕਿ ਸਨ ਵਰਡ ਲੱਭਣਾ ਸੀ ਆਪਾਂ ਜੀ, ਜਾਂ ਆਪਾਂ ਸਟਾਰਟ ਲਿਖਿਆ ਇੱਥੇ ਤਾਂ ਆਪਾਂ ਸਨ ਵਰਡ ਲੱਭਣਾ ਸੀਗਾ ਕਿ ਸਨ ਦੇ ਮੂਹਰ ਦੀ ਏਦਾਂ ਦਾ ਕੋਈ ਸ਼ੇਪ ਜਿਹੜੀ ਵੀਨਸ ਦੀ ਜਿੱਥੇ ਗੱਲਾਂ ਹੋਈਆਂ ਹੋਣ, ਇਹ ਵਾਲਾ ਹੋ ਗਿਆ। ਅੱਗੇ ਜਾ ਕੇ ਆਪਾਂ ਲੱਗਣਾ ਸੀ ਕਿ ਜਿਹੜੀਆਂ ਪਹਿਲਾਂ ਵਾਲੀਆਂ ਐਸਟਰੋਨੋਮਰਸ ਹੈਗੇ ਆ ਸਸਪੈਕਟਡ, ਸ਼ੱਕ ਆ ਜੀ ਉਹਨਾਂ ਨੂੰ ਕਿ ਜਿਹੜਾ ਐਟਮੋਸਫੀਅਰ ਆ ਵੀਨਸ ਦੇ ਉੱਪਰ ਉਹ ਟੌਕਸਿਸ ਸੀਗਾ, ਜ਼ਹਿਰੀਲਾ। ਟੌਕਸਿਸ ਵਰਡ ਹੋ ਗਿਆ, ਇਦਾਂ ਦਾ ਆਪਾਂ ਸਕੈਨ ਕਰਨ ਦੀ ਕੋਸ਼ਿਸ਼ ਕਰਨੀ ਸੀ, ਨਾਲ ਨਾਲ ਸਮਝ ਵੀ ਮਾਈਂਡ 'ਚ ਰੱਖਣੇ ਸੀਗੇ। ਅੱਗੇ ਜਾਨੀ ਕਿ ਪੈਰਾਲੈਕਸ ਪ੍ਰਿੰਸੀਪਲ ਜਿਹੜਾ ਹੈਗਾ ਜੀ, ਤੇ ਇਸ ਤੋਂ ਬਾਅਦ ਚੋਂ ਡਿਸਟੈਂਸ ਸਟਾਰਸ ਫਰੋਮ ਦਾ ਅਰਥ, ਆਪਾਂ ਜਾਨੀ ਕਿ ਆਹ ਵਾਲੇ ਵਰਡ ਆਪਣੇ ਮਾਈਂਡ 'ਚ ਰੱਖਣੇ ਸੀ। ਚਲੋ ਜੀ ਆਪਾਂ ਜਾ ਕੇ ਦੇਖਦੇ ਹਾਂ। ਹੁਣ ਆਪਣਾ ਜੋ ਪਹਿਲਾ ਸਟੈਪ ਹੋਊਗਾ, ਪਹਿਲੀ ਗੱਲ ਤਾਂ ਆਪਾਂ ਰਾਈਟਰਸ ਦੇ ਜੋ ਨੇਮ ਆ, ਰਾਈਟਰਸ ਦੇ ਨੇਮ ਨੂੰ ਆਪਾਂ ਅੰਡਰਲਾਈਨ ਕਰਦੇ ਹਾਂ ਜੀ, ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਚੀਜ਼ਾਂ ਨੇ ਕਿੱਦਾਂ ਕਿੱਦਾਂ ਵਰਕ ਕਰਨਾ। ਤਾਂ ਧਿਆਨ ਨਾਲ ਦੇਖਿਓ ਜੀ, ਆਪਣਾ ਜਿਹੜਾ ਬੀ ਪੈਰਾ ਵਾ ਉੱਥੇ ਆਪਾਂ ਨੂੰ ਰਾਈਟਰ ਦਾ ਨਾਮ ਮਿਲਿਆ ਇੱਕ, ਤਾਂ ਆਪਾਂ ਨੂੰ ਅੰਡਰਲਾਈਨ ਕਰ ਲਿਆ ਜੀ। ਆਪਾਂ ਪੈਰਾਗ੍ਰਾਫ ਸੀ ਦੇ ਵਿੱਚ ਗਏ ਤਾਂ ਉੱਥੇ ਆਪਾਂ ਨੂੰ ਇੱਕ ਰਾਈਟਰ ਦਾ ਨਾਮ ਮਿਲਿਆ ਜੀ, ਜੋਨਸ, ਆਪਾਂ ਉਹਨੂੰ ਵੀ ਅੰਡਰਲਾਈਨ ਕਰ ਲਿਆ। ਨੈਕਸਟ ਆਪਾਂ ਹੁਣ ਗਾਂ ਵਾਲੇ ਪੈਰੇ ਤੇ ਚੱਲਦੇ ਹਾਂ ਜੀ। ਇੱਥੇ ਹੈਲੇ ਇੱਕ ਜਗ੍ਹਾ ਤੇ ਫੇਰ ਲਿਖਿਆ ਪਿਆ ਸੀਗਾ, ਆਪਾਂ ਨੈਕਸਟ ਵਾਲੇ ਪੈਰੇ ਤੇ ਚੱਲਦੇ ਹਾਂ। ਨੈਕਸਟ ਵਾਲੇ ਵਿੱਚ ਇਹਨਾਂ ਨੇ ਆਪਾਂ ਨੂੰ ਨਾਮ ਦਿੱਤਾ ਹੋਇਆ ਜੀ ਇੱਥੇ, ਹਾਂਜੀ ਆਪਣੇ ਕੋਲੇ ਤੁਹਾਡਾ ਨਾਮ ਪਿਆ ਜੀ ਲੀਜੈਂਟਲ, ਨਾਲੇ ਇੱਥੇ ਤੁਹਾਡਾ ਇੱਕ ਪਿਆ ਵਾ ਟਰੂ ਫਾਲਸ ਨੋਟ ਗਿਵਨ, ਤੇ ਦੂਜੇ ਨੰਬਰ ਤੇ ਤੁਹਾਡਾ ਰਾਈਟਰ ਦਾ ਨੇਮ ਆ, ਇੱਥੇ ਤੁਹਾਡਾ ਦੂਸਰਾ ਕੁਐਸਚਨ ਵੀ ਪਿਆ ਹੋਊਗਾ ਜੀ। ਤਾਂ ਨੈਕਸਟ ਜੇ ਆਪਾਂ ਦੇਖੀਏ ਜਾ ਕੇ ਜੀ, ਹਾਂਜੀ ਜੇ ਆਪਾਂ ਨੈਕਸਟ ਜਾ ਕੇ ਦੇਖੀਏ, ਆਪਾਂ ਸਨ ਵਰਡ ਲੱਭਦੇ ਫਿਰਦੇ ਸੀਗੇ, ਇੱਥੇ ਆਪਣੇ ਕੋਲੇ ਸਨ ਵਰਡ ਪਿਆ ਜੀ। ਆਪਾਂ ਉਧਰੋਂ ਇੱਕ ਕੁਐਸਚਨ ਦੇ ਵਿੱਚ ਸਨ ਵਰਡ ਲੱਭਦੇ ਫਿਰਦੇ ਸੀਗੇ, ਤਾਂ ਆਪਣੇ ਕੋਲੇ ਤੇ ਸਨ ਵਰਡ ਪਿਆ ਜੀ। ਇੱਕ ਤੁਹਾਡੇ ਟਰੂ ਫਾਲਸ ਨੋਟ ਗਿਵਨ ਦੇ ਵਿੱਚ ਪੈਰਾਲੈਕਸ ਪ੍ਰਿੰਸੀਪਲ ਪਿਆ ਵਾ, ਉਧਰ ਟਰੂ ਫਾਲਸ ਦੇ ਵਿੱਚ ਪੈਰਾਲੈਕਸ ਪ੍ਰਿੰਸੀਪਲ, ਤੇ ਉਹਨੂੰ ਵੀ ਆਪਾਂ ਇੱਥੇ ਟਾਰਗੇਟ ਕਰ ਲਿਆ ਜੀ। ਤੇ ਆਪਣਾ ਇੱਕ ਲਾਸਟ ਨੇਮ ਰਹਿ ਗਿਆ ਸੀਗਾ ਜੀ, ਉਹ ਆਪਾਂ ਉਧਰ ਜਾ ਕੇ ਦੇਖਦੇ ਹਾਂ। ਮਾਈਂਡ 'ਚ ਥੋੜਾ ਜਿਹਾ ਫੇਡ ਹੋ ਗਿਆ ਆਪਣੇ, ਤੋਂ ਜਿਹੜਾ ਆਪਣਾ ਇੱਕ ਨਾਮ ਬਚਿਆ ਹੋਇਆ ਸੀਗਾ ਉਹਦਾ ਨਾਮ ਕੀ ਸੀ, ਆਹ ਪਿਆ ਜੀ ਤੁਹਾਡਾ ਜੋਹਨ। ਤਾਂ ਆਪਾਂ ਕੀ ਕੀਤਾ ਜੀ, ਮੈਂ ਜਾ ਕੇ ਦੇਖਦਾ ਕਿ ਪੈਰਾਲੈਕਸ ਪ੍ਰਿੰਸੀਪਲ ਵਾਲਾ ਜਿਹੜਾ ਟਰੂ ਫਾਲਸ ਹੈਗਾ ਵਾ ਜੀ, ਉਹ ਕਿੰਨੇਵੇਂ ਨੰਬਰ ਵਾਲਾ, ਤਾਂ ਦੇਖੋ ਉਹ 13ਵੇਂ ਨੰਬਰ ਵਾਲਾ ਜੀ। ਇਹਦਾ ਮਤਲਬ ਕਿ ਆਹ ਤੁਹਾਡਾ 13ਵੇਂ ਨੰਬਰ ਵਾਲਾ ਕੁਐਸਚਨ ਪਿਆ ਵਾ ਜੀ, ਆਹ ਤੁਹਾਡਾ 13 ਨੰਬਰ ਵਾਲਾ ਕੁਐਸਚਨ ਪਿਆ। ਤੇ 13ਵੇਂ ਤੋਂ ਉੱਪਰਲਾ ਆਪਾਂ ਨੂੰ ਥੋੜੇ ਜਿਹੇ ਕੀਵਰਡ ਦੇਖਦੇ ਹਾਂ ਤਾਂ ਕਿ ਆਪਾਂ ਸਾਰਿਆਂ ਨੂੰ ਟਾਰਗੇਟ ਕਰ ਲੈਂਦੇ ਹਾਂ ਜੀ। ਇੱਥੇ ਤੁਹਾਡਾ ਸਨ ਵਾਲਾ ਪਿਆ ਜੀ, ਸਨ ਵੀ ਉੱਤੇ ਸੀਗਾ, ਤੇ ਲੀਜੈਂਟਲ ਪਿਆ ਤੇ ਹੈਲੇ ਪਿਆ। ਜਾ ਕੇ ਉਧਰ ਦੇਖਦੇ ਹਾਂ ਜੀ, ਜਦੋਂ ਹੀ ਆਪਾਂ ਨੂੰ ਦੇਖਿਆ ਕਿ ਸਨ ਆਪਣਾ ਹੈਗਾ ਜੀ ਆਹ ਵਾਲਾ, ਇਹਦਾ ਮਤਲਬ ਹੈ 11ਵੇਂ ਦਾ ਆਂਸਰ ਆ। 12ਵਾਂ ਕਿੱਥੇ ਆ, 12ਵਾਂ ਜਿਹੜਾ ਫਾਸਲੇ ਦੇ ਵਿੱਚ ਹੀ ਕਿਤੇ ਪਿਆ ਜੀ। ਤੇ 10ਵਾਂ ਤੁਹਾਡਾ ਪਿਆ ਜੀ, ਇਹਦਾ ਮਤਲਬ ਫਿਰ ਆਹ ਵਾਲਾ, ਕਿਉਂਕਿ ਇੱਥੇ ਲੀਜੈਂਟਲ ਲਿਖਿਆ ਪਿਆ। ਤੇ 9ਵਾਂ ਤੁਹਾਡਾ ਕਿੱਥੇ ਪਿਆ ਵਾ, 9ਵਾਂ ਤੁਹਾਡਾ ਇਹਦਾ ਮਤਲਬ ਪਿਆ ਵਾ ਇੱਥੇ ਸਟਾਰਟਿੰਗ ਦੇ ਵਿੱਚ, ਜਾਂ ਤਾਂ ਇੱਥੇ ਤੇ ਜਾਂ ਫਿਰ ਹੈਲੇ ਦੀ ਗੱਲ ਇੱਥੇ ਵੀ ਹੋਈ ਹੈ, ਜਾਂ ਹੋਇਆ ਹੋਊਗਾ ਜੀ ਇੱਥੇ। ਤੇ ਆਪਾਂ ਟਰੂ ਫਾਲਸ ਦੀ ਸਾਰਿਆਂ ਦੀ ਲੋਕੇਸ਼ਨ ਲੱਭ ਲਈ, ਤੇ ਨਾਲ ਨਾਲ ਰਾਈਟਰ ਦੇ ਨੇਮ ਵੀ ਆਪਣੇ ਡਨ ਹੋ ਗਏ ਜੀ ਸਾਰੇ। ਚਲੋ ਜੀ ਹੁਣ ਜਾ ਕੇ ਦੇਖਦੇ ਹਾਂ ਆਪਾਂ
ਹਾਂਜੀ ਜੀ। ਹੁਣ ਸਭ ਤੋਂ ਪਹਿਲਾਂ ਟਰੂ ਫਾਲਸ ਪੜ੍ਹਦੇ ਹਾਂ ਜੀ, 9ਵੇਂ ਨੰਬਰ ਵਾਲਾ ਪੜ੍ਹਦੇ ਹਾਂ ਜੀ। 9ਵੇਂ ਨੰਬਰ ਵਾਲਾ ਪੜ੍ਹਦੇ ਹਾਂ ਜੀ। ਕੀ ਕਹਿੰਦੇ ਜੀ? ਕਹਿੰਦੇ ਜਿਹੜਾ ਹੈਲੇ ਸੀਗਾ ਜੀ, ਇਹਨੇ ਓਬਜ਼ਰਵਡ ਕੀਤਾ, ਦੇਖਿਆ ਸੀ ਇਹਨੇ। ਕੀ ਦੇਖਿਆ ਸੀਗਾ? ਵਨ ਟ੍ਰਾਂਜ਼ਿਟ। ਕਹਿੰਦਾ ਨੇ ਇੱਕ ਮੂਵਮੈਂਟ ਦੇਖ ਲਈ ਸੀਗੀ ਜੀ। ਕਿਹਦੀ ਜੀ? ਪਲੈਨਟ ਵੀਨਸ ਆ ਜਿਹੜਾ। ਚਲੋ ਜਾ ਕੇ ਦੇਖਦੇ ਹਾਂ ਜੀ, ਆਪਾਂ ਹੁਣੀ ਜਾ ਕੇ ਵੈਰੀਫਾਈ ਕਰ ਲੈਣੇ ਵੀ ਕੀ ਇਹਨੇ ਟ੍ਰਾਂਜ਼ਿਟ ਦੇਖੀ ਜੀ ਇਹਦੀ। ਤਾਂ ਕੀ ਕਹਿੰਦੇ ਜੀ ਇੱਥੇ? ਕਹਿੰਦੇ ਯੂ ਕੈਨ ਪੁੱਟ ਇਟ ਡਾਊਨ ਟੂ ਐਕਸਟਰਾਆਰਡੀਨਰੀ, ਯਾਨੀ ਕਿ ਪੋਲੀਮੈਥ ਜਿਹੜਾ ਹੈਲੇ ਸੀਗਾ ਜੀ, ਨਵੰਬਰ 1677 ਦੇ ਵਿੱਚ ਹੈਲੇ ਨੇ ਕਹਿੰਦੇ ਓਬਜ਼ਰਵਡ ਕੀਤਾ ਸੀ ਕਿ ਇੱਕ ਟ੍ਰਾਂਜ਼ਿਟ ਕੀਤੀ ਸੀਗੀ। ਕਿਹਦੇ ਵਿੱਚ ਜੀ? ਇਹਨੇ ਇਨਰਮੋਸਟ ਜਿਹੜਾ ਪਲੈਨਟ ਸੀਗਾ ਮਰਕਰੀ ਦੇ ਵਿੱਚ ਜੀ। ਫਰੋਮ ਦਾ ਜੋ ਵੀ ਆ ਜਗ੍ਹਾ ਲਿਖੀ ਪਈ ਆ, ਤੇ ਬਾਅਦ ਚੋਂ ਕੀ ਲਿਖੀ ਉਹਨੇ? ਹੀ ਯਾਨੀ ਕਿ ਰਿਅਲਾਈਜ਼ਡ ਹੈ, ਤੇ ਉਹਨੇ ਹਾਂਜੀ ਰਿਅਲਾਈਜ਼ਡ ਕੀਤਾ ਕਿ ਇਹਦੀ ਦੂਰੀ ਵੱਖਰੀਆਂ ਵੱਖਰੀਆਂ ਚੀਜ਼ਾਂ ਤੋਂ ਉਹ ਬਦਲਦੀ ਰਹਿੰਦੀ ਹੈ ਜੀ। ਤੇ ਅੱਗੇ ਜਾ ਕੇ ਦੇਖਦੇ ਜੀ ਆਪਾਂ ਕੀ ਲੱਭਣ ਆਏ ਆ? ਆਪਾਂ ਲੱਭਣ ਆਏ ਆ ਕਿ ਜੀ ਇਹਨੇ ਵੀਨਸ ਦੀ ਟ੍ਰਾਂਜ਼ਿਟ ਦੇਖੀ ਸੀਗੀ ਜੀ। ਜਾ ਕੇ ਦੇਖਦੇ ਹਾਂ ਜੀ ਆਪਾਂ ਅੱਗੇ, ਆਪਾਂ ਹੋਰ ਕਿਤੇ ਨਾ ਕਿਤੇ ਦੇਖ ਲੈਂਦੇ ਹਾਂ, ਕਿਤੇ ਹੋਰ ਗੱਲ ਕੀਤੀ ਹੋਵੇ ਜਿੱਥੇ ਹੈਲੇ ਦੇ ਨਾਲ ਵੀਨਸ ਵੀ ਲਿਖਿਆ ਪਿਆ ਹੋਵੇ ਜੀ। ਹਾਂਜੀ, ਇੱਥੋਂ ਦੇਖਦੇ ਹਾਂ ਜੀ ਆਪਾਂ। ਸਨ ਡਿਸਕ, ਓਕੇ, ਆਪ ਸਾਰਾ ਪੜ੍ਹਿਆ ਹੀ ਹੈ ਜੀ, ਆਪ ਚੀਜ਼ ਸਾਰੀ ਪੜ੍ਹੀ ਹੈ। ਅੱਗੇ ਚੱਲਦੇ ਜੀ। ਹੈਲੇ ਨੂੰ ਕਹਿੰਦੇ ਪਤਾ ਸੀਗਾ? ਨਹੀਂ ਜੀ, ਇੱਥੇ ਕੋਈ ਗੱਲ ਏਦਾਂ ਦੀ ਨਹੀਂ ਕੀਤੀ। ਹਾਂਜੀ, ਤਾਂ ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ, ਮੈਨੂੰ ਦੱਸੋ ਕਿ ਇਹਦਾ ਆਨਸਰ ਆਪਾਂ ਨੂੰ ਕੀ ਲਾਉਣਾ ਚਾਹੀਦਾ ਜੀ। ਹਾਂਜੀ ਹਾਂਜੀ, ਕੀ ਲਾਈਏ ਜੀ? ਹਲੇ ਤਾਂ ਨੋਟ Not given. Not given, sir. ਜੀ ਹਲੇ ਤੱਕ false है sir ਸਰ ਵੀਨਸ ਦਾ ਕੀ ਕਹਿ ਰਹੇ ਹੋ ਜੀ? false ਉੱਥੇ ਉਹਨਾਂ ਨੇ ਕਿਤੇ ਲਿਖਿਆ ਵੀ ਵੀਨਸ ਦੀ ਟ੍ਰਾਂਜ਼ਿਟ ਦੇਖੀ ਇਹਨੇ ਜੀ? Sir, Not C given. paragraph ਵਿੱਚ ਆ but ਹਲੇ proper location ਨਹੀਂ ਪਤਾ। ਹਾਂਜੀ, ਸੀ ਪੈਰਾਗ੍ਰਾਫ ਸੀ ਦੇ ਵਿੱਚ। ਓਕੇ, ਚਲੋ ਕੋਈ ਨਾ ਦੇਖਦੇ। ਹਾਲੇ ਤੱਕ ਇਹ ਨੋਟ ਗਿਵਨ ਲੱਗ ਰਿਹਾ ਕਿਉਂਕਿ ਮਰਕਰੀ ਇਹਨੇ ਦੇਖਿਆ, ਬਟ ਦੇਖੋ ਆਪਾਂ ਮਰਕਰੀ ਤੋਂ ਕੀ ਲੈਣਾ ਵਾ? ਆਪਾਂ ਦੇਖਣਾ ਹੈ ਕਿ ਇਹਨੇ ਵੀਨਸ ਦੀ ਜਿਹੜੀ ਟ੍ਰਾਂਜ਼ਿਟ ਸੀਗੀ ਉਹ ਦੇਖੀ ਸੀ ਕਿ ਨਹੀਂ ਸੀਗੀ। ਗਾਂ ਜਾ ਕੇ ਆਪਾਂ ਥੋੜਾ ਜਿਹਾ ਇੱਥੋਂ ਸਕੈਨ ਕਰਕੇ ਦੇਖ ਲੈਂਦੇ ਆ ਵੀ ਵੀਨਸ ਦੀ ਕਿਤੇ ਗੱਲ ਹੋਈ ਹੋਵੇ ਜੀ। ਵੀਨਸ ਦੀ ਹੈਲੇ ਨੂੰ ਕਹਿੰਦੇ ਪਤਾ ਹੀ ਸੀਗਾ ਜੀ, ਫੰਡਾਮੈਂਟਲ ਆਫ ਆਲ ਮੈਜ਼ਰਮੈਂਟ। ਜੋਨਸ ਜਿਹੜਾ ਸੀਗਾ ਅਰਲੀ ਸੈਂਚਰੀ ਵਿੱਚ ਹੈਡ ਸ਼ੋਨ ਦਾ ਡਿਸਟੈਂਸ ਆਫ ਦਾ, ਉਹ ਡਿਸਟੈਂਸ ਸ਼ੋ ਕਰ ਚੁੱਕਾ ਸੀ ਜੀ, ਬਟ ਨੋ ਵਨ ਫਾਊਂਡ ਨੋਇੰਗ ਦ ਆਰਬਿਟਲ। ਇੱਥੇ ਕੋਈ ਗੱਲ। ਹੈਲੇ ਨੂੰ ਰਿਅਲਾਈਜ਼ ਹੋਇਆ ਕਿ ਮਰਕਰੀ ਕਹਿੰਦੇ ਜਿਹੜਾ ਹੈਗਾ ਹੁੰਦਾ ਪੈਰਲੈਕਸ ਐਂਗਲ ਆ ਜਿਹੜਾ ਉਹ ਡਿਫੀਕਲਟ ਹੋਊਗਾ, ਤੇ ਵੀਨਸ ਕਹਿੰਦੇ ਕਲੋਜ਼ਰ ਹੈ ਜੀ, ਇਹਦਾ ਪੈਰਲੈਕਸ ਐਂਗਲ ਆ ਜਿਹੜਾ ਉਹ ਲਾਰਜਰ ਹੋਊਗਾ। ਹੈਲੇ ਨੇ ਵਰਕਆਊਟ ਵੀ ਕੀਤਾ ਬਾਈ ਯੂਜ਼ਿੰਗ ਵੀਨਸ। ਕਹਿੰਦੇ okay, it would be possible to measure the sun distance, okay, but there was a problem. ਇੱਥੇ ਇੱਕ ਪ੍ਰੋਬਲਮ ਸੀਗੀ, ਜਿਹੜੀ ਟ੍ਰਾਂਜ਼ਿਟ ਵੀਨਸ ਦੀ ਸੀਗੀ ਜੀ, ਕਹਿੰਦੇ ਉਹ ਕਹਿੰਦੇ ਮਰਕਰੀ ਵਾਂਗੂ ਨਹੀਂ ਸੀਗੀ, ਉਹ ਰੇਅਰ ਸੀਗੀ। ਕਹਿੰਦੇ ਵੀ ਕਦੇ ਕਦੇ ਹੀ ਹੁੰਦਾ ਸੀਗਾ। ਕਹਿੰਦੇ ਅਕਰਿੰਗ ਇਨ ਪੇਅਰਸ ਰਫਲੀ, ਕਹਿੰਦੇ 8 ਸਾਲਾਂ ਬਾਅਦ ਚੋਂ ਜੀ, 300 okay, so year. Nevertheless, he accurately predicted that Venus would cross the face of the sun in both. ਧਿਆਨ ਨਾਲ ਦੇਖਿਓ ਜੀ, ਕੀ ਕਹਿੰਦੇ ਜੀ? he accurately predicted, ਉਹਨੇ ਕਹਿੰਦੇ ਪ੍ਰੈਡਿਕਸ਼ਨ ਕੀਤੀ ਸੀਗੀ ਕਿ ਜਿਹੜਾ ਵੀਨਸ ਆ would cross the face of the sun, ਵੀ ਉਹ ਸਨ ਦੇ ਮੂਹਰ ਦੀ ਲੰਘੂਗਾ। ਕਿਹਦੇ ਵਿੱਚ? 1761 ਵਿੱਚ ਵੀ ਲੰਘੂਗਾ, 1769 ਵਿੱਚ ਵੀ ਲੰਘੂਗਾ। though he did not survive to see either, ਤੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਉਹ ਦੇਖ ਨਹੀਂ ਸਕਿਆ ਜੀ, ਉਹਦੇ ਕਰਮਾਂ 'ਚ ਹੀ ਨਹੀਂ ਸੀ, ਉਹ ਸਰਵਾਈਵ ਵੀ ਨਹੀਂ ਕਰ ਸਕਿਆ ਜੀ। ਤਾਂ ਹੁਣ ਮੈਨੂੰ ਦੱਸੋ ਜੀ ਇਹਦਾ ਕੀ ਲਾਈਏ? ਹੁਣ ਇਹ ਪ੍ਰੈਡਿਕਸ਼ਨ ਕਰਤੀ ਸੀ ਕਿ ਜਾਣੀ ਕਿ ਆ 2 ਸਾਲਾਂ ਦੇ ਵਿੱਚ ਇਹ 'ਚ ਟ੍ਰਾਂਜੈਕਸ਼ਨ ਹੋਊਗੀ ਜੀ, ਜਾਣੀ ਕਿ ਟ੍ਰਾਂਜ਼ਿਟ ਹੋਊਗੀ, ਤੇ ਉਹ ਕਹਿੰਦੇ ਬਟ ਉਹ ਸਰਵਾਈਵ ਹੀ ਨਹੀਂ ਕਰ ਸਕਿਆ। False. false है ਬਿਲਕੁਲ ਜੀ, ਹੁਣ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਕੀ ਹੈ ਜੀ। Yes, sir. ਤਾਂ ਦੇਖੋ ਪਹਿਲੇ ਤੋਂ ਤਾਂ ਨੋਟ ਗਿਵਨ ਬਣਦਾ ਸੀ ਨਾ ਜੀ, ਹਾਂਜੀ। ਉੱਤੇ ਫਾਲਸ ਥੋੜੀ ਬਣਦਾ ਸੀ। ਆਪਾਂ ਨੂੰ ਕੀ ਪਤਾ ਉਹਨੇ ਵੀਨਸ ਦੇਖਿਆ ਕਿ ਨਹੀਂ ਦੇਖਿਆ ਜੀ, ਟ੍ਰਾਂਜ਼ਿਟ ਦੇਖੀ ਕਿ ਨਹੀਂ ਦੇਖੀ। ਤਾਂ ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਣਾ ਜੀ। ਆਪਣੀਆਂ ਲੋਕੇਸ਼ਨ ਸੈੱਲ ਹੈਗੀਆਂ, ਐਕਚੁਅਲ ਦੇ ਵਿੱਚ ਨਾ ਉਹ PDF ਤੇ ਲਿਖਣਾ ਬੰਦ ਹੋ ਗਿਆ ਸੀ। ਚਲੋ ਕੋਈ ਨਾ, ਆਪਾਂ ਨੂੰ ਰਫਲੀ ਜੀ ਆਪਣੇ ਮਾਈਂਡ 'ਚ ਆਉਣ। ਆਪਣੀ ਐਡਮਿਟ ਹੈਲੇ ਵਾਲੀ ਸੀਗੀ, ਇੱਥੋਂ ਆਪਾਂ ਆਪਦਾ ਲਾਸਟ ਵਾਲਾ ਲੱਭਤਾ ਜੀ, ਸੀ ਵਾਲਾ ਆਪਾਂ ਇੱਥੋਂ ਲੱਭਿਆ ਜੀ, ਯਾਦ ਰੱਖਿਓ। ਤੇ ਆਪਣਾ ਕੈਪਲਰ ਆ, ਆਪਣਾ ਇੱਥੇ ਹੈਲੀਫੇਅਰ ਪਿਆ ਸੀ। ਚਲੋ ਆਪਾਂ ਸੈਕਿੰਡ ਤੇ ਚੱਲਦੇ ਹਾਂ। ਆਪਾਂ ਨੂੰ ਆਪਣੇ ਮਾਈਂਡ 'ਚ ਰੱਖਿਆ ਹੁਣ ਲੋਕੇਸ਼ਨ। ਕੀ ਕਹਿੰਦੇ ਜੀ ਹੁਣ 10ਵੇਂ 'ਚ ਕਹਿੰਦੇ ਜਿਹੜੇ ਲੀ ਜੈਂਟਲ ਸੀਗੇ ਮੈਨੇਜ ਟੂ
ਆਬਜ਼ਰਵ, ਮੈਨੇਜ ਦਾ ਮਤਲਬ ਹੁੰਦਾ ਮੈਨੇਜ ਟੂ ਦਾ ਮਤਲਬ ਸਕਸੈਸਫੁਲ ਹੋ ਗਿਆ ਸੀਗਾ ਇਹ ਦੇਖਣ ਚ। ਕੀ ਦੇਖਣ ਚ? ਸੈਕੰਡ ਵੀਨਸ ਟ੍ਰਾਂਜ਼ਿਟ। ਜਾ ਕੇ ਵੈਰੀਫਾਈ ਕਰੋ ਕਿ ਲੀ ਜੈਂਟਲ ਸਕਸੈਸਫੁਲ ਰਿਹਾ ਜੀ। ਜਦੋਂ ਇਹਨੇ ਸੈਕੰਡ ਉਹ ਕਹਿੰਦੇ ਟ੍ਰਾਂਜ਼ਿਟ ਦੇਖਣੀ ਸੀਗੀ, ਟ੍ਰਾਂਜ਼ਿਟ ਦੀ ਪ੍ਰੈਡਿਕਸ਼ਨ ਹੋਈ ਸੀਗੀ, ਹੈਲਨ ਨੇ ਕੀਤੀ ਸੀ ਕਿ 61 ਤੇ 69 ਦੇ ਵਿੱਚ ਇਹ ਹੋਊਗਾ। ਹੁਣ ਆਪਾਂ ਜਾ ਕੇ ਦੇਖਣਾ ਕਿ ਦੂਸਰੇ ਨੰਬਰ ਵਾਲੀ ਟ੍ਰਾਂਜ਼ਿਟ ਨੂੰ ਲੀ ਜੈਂਟਲ ਨੇ ਦੇਖਿਆ ਜੀ। ਤੁਹਾਡਾ ਇੱਥੇ ਨਾਮ ਪਿਆ ਜੀ ਲੀ ਜੈਂਟਲ। ਤਾਂ ਇਹ ਕੀ ਕਹਿੰਦੇ ਜੀ ਹੁਣ ਇੱਥੇ ਜਿਹੜਾ ਹੀ ਲਾਇਆ ਕਿਹਦੇ ਲਾਇਆ ਜੀ? ਲੀ ਜੈਂਟਲ ਦੇ ਲਾਇਆ ਜੀ ਇਹਨਾਂ ਨੇ। ਤੇ ਇਹਨਾਂ ਨੇ ਕਿਹਾ ਜੀ ਇੱਕ ਪਰਸਨ ਆ who deserve more sympathy। ਓਕੇ, ਹੀ ਵਾਦ ਇੱਥੇ ਦੇਖਦੇ ਹਾਂ ਜੀ ਗਾਂ ਜਾ ਕੇ ਹੁਣ। ਓਕੇ, his observation site at dash ਇੰਡੀਆ ਦੇ ਵਿੱਚ ਉਹ ਸੀਗਾ ਜੀ ਕਹਿੰਦੇ ਆ ਸਾਈਟ ਤੇ fleeing on a French warship crossing the Indian Ocean। ਕਹਿੰਦੇ ਉਹ ਕਹਤੇ ਸੀਗਾ fleeing on, ਕਹਿੰਦੇ ਕਿ ਫ੍ਰੈਂਚ ਵਾਰਸ਼ਿਪ ਸੀ ਜਿਹੜਾ ਇੰਡੀਅਨ ਓਸ਼ਨ ਆ। ਲੀ ਜੈਂਟਲ saw a wonderful transit, ਇਹਨੇ ਕਹਿੰਦੇ wonderful transit ਦੇਖੀ। ਹੁਣ ਇਹ ਟ੍ਰਾਂਜ਼ਿਟ ਪਹਿਲੇ ਨੰਬਰ ਵਾਲੀ ਹੈ ਕਿ ਦੂਜੇ ਨੰਬਰ ਵਾਲੀ ਆ ਆਪਾਂ ਨੂੰ ਨਹੀਂ ਪਤਾ ਜੀ। ਆਪਾਂ ਲੱਭਣ ਆਇਆ ਵੀ ਇਹ ਦੂਜੇ ਨੰਬਰ ਵਾਲੀ ਦੇਖਣ ਚ ਸਕਸੈਸਫੁਲ ਰਿਹਾ। ਬਟ ਕਹਿੰਦੇ ਜੀ ਜਿਹੜਾ ਓਕੇ ਕਹਿੰਦੇ ਪਰ ਜਿਹੜੀ ਸ਼ਿਪ ਦੀ ਪਿਚਿੰਗ ਤੇ ਰੋਲਿੰਗ ਰੂਲ ਆਊਟ, ਜਿਹੜੀ ਸ਼ਿਪ ਦੀ ਪਿਚਿੰਗ ਸੀਗੀ ਤੇ ਰੋਲਿੰਗ ਸੀਗੀ, ਰੂਲ ਆਊਟ ਦਾ ਮਤਲਬ ਹੁੰਦਾ ਰਿਮੂਵ ਕਰ ਦੇਣਾ, ਕੋਈ ਚੀਜ਼ ਦਾ ਨਾ ਹੋਣਾ, ਐਲੀਮੀਨੇਟ ਕਰ ਦੇਣਾ। ਇੱਦਾਂ ਨੇ ਕਹਿੰਦੇ ਕੀ ਐਲੀਮੀਨੇਟ ਕਰਤਾ ਸੀਗਾ ਜੀ? ਜਿਹੜੀ ਕੋਸ਼ਿਸ਼ ਸੀਗੀ ਮੇਕਿੰਗ ਐਕੂਰੇਟ ਆਬਜ਼ਰਵੇਸ਼ਨ, ਯਾਨੀ ਕਿ ਉਹ ਆਬਜ਼ਰਵ ਉਹਨੂੰ ਕਰ ਹੀ ਨਹੀਂ ਸਕਿਆ ਜੀ। ਜਿਹੜੀ ਉਹ ਚੀਜ਼ ਨੂੰ ਉਹਨੇ ਫੇਲ ਹੀ ਕਰਤਾ। ਕੀ ਨੇ? ਜਿਹੜੀ ਸ਼ਿਪ ਦੀ ਪਿਚਿੰਗ ਤੇ ਰੋਲਿੰਗ ਸੀਗੀ। ਅੱਗੇ ਜਾ ਕੇ ਲਿਖਿਆ ਹੀ ਰਿਮੇਨਡ ਸਾਊਥ ਆਫ ਦਾ ਇਕੁਏਟਰ ਕੀਪਿੰਗ ਹਿਮਸੈਲਫ ਬਿਜ਼ੀ, ਉਹਨੇ ਆਪਦੇ ਆਪ ਨੂੰ ਬਿਜ਼ੀ ਰੱਖਿਆ ਜੀ। ਬਿਫੋਰ ਸੈਟਿੰਗ ਆਫ ਦਾ ਆਬਜ਼ਰਵ ਦਾ ਨੈਕਸਟ ਟ੍ਰਾਂਜ਼ਿਟ ਨੂੰ ਦੇਖਣ ਦੇ ਲਈ। ਇਹਦਾ ਮਤਲਬ ਨੈਕਸਟ ਟ੍ਰਾਂਜ਼ਿਟ ਕਿਹੜੀ ਆ? ਸੈਕਿੰਡ ਨੰਬਰ ਵਾਲੀ। ਹੁਣ ਇੱਥੋਂ ਦੇਖਣਾ ਆਪਾਂ ਜੀ, ਪਹਿਲੇ ਨੰਬਰ ਵਾਲੀ ਇਹ ਤੋਂ ਨਹੀਂ ਦੇਖੀ ਗਈ ਕੋਈ ਚੱਕਰ ਨਹੀਂ। ਹੁਣ ਆਪਾਂ ਦੂਜੇ ਨੰਬਰ ਵਾਲੀ ਦੇਖਣੀ ਕਿ ਇਹਨੇ ਦੂਜੇ ਨੰਬਰ ਵਾਲੀ ਟ੍ਰਾਂਜ਼ਿਟ ਜਿਹੜੀ ਸੀਗੀ ਟ੍ਰਾਂਜ਼ਿਟ ਦੇਖ ਲਈ ਸੀ ਕਿ ਨਹੀਂ। ਤੇ ਕਹਿੰਦੇ ਜੀ ਹਾਸੇ ਵਾਲੀ ਗੱਲ ਆ, ਕਹਿੰਦੇ ਟਰੈਵਲਿੰਗ ਕਰਨ ਤੋਂ ਬਾਅਦ ਚੋਂ ਯਾਨੀ ਕਿ 50,000 ਕਿਲੋਮੀਟਰ ਟਰੈਵਲ ਕਰਨ ਤੋਂ ਬਾਅਦ ਚੋਂ ਜਿਹੜਾ ਉਹਦਾ ਵਿਊ ਸੀਗਾ, ਜਿਹੜਾ ਉਹਨੇ ਉਹ ਟ੍ਰਾਂਜ਼ਿਟ ਦਾ ਵਿਊ ਸੀਗਾ ਵਾਜ਼ ਕਲਡਡ, ਕਹਿੰਦੇ ਜੀ ਉਹ ਤਾਂ ਬੱਦਲ ਹੀ ਛਾ ਗਏ ਸੀਗੇ ਅਸਮਾਨ ਦੇ ਵਿੱਚ। ਲਾਸਟ ਮੂਵਮੈਂਟ ਦੇ ਵਿੱਚ ਕਹਿੰਦੇ ਜੀ ਬੱਦਲ ਛਾ ਗਏ। ਤੇ ਉਹਦਾ ਜਿਹੜਾ ਐਕਸਪੀਰੀਅੰਸ ਸੀਗਾ ਬੜਾ ਹੀ ਯਾਨੀ ਕਿ ਡਿਸਅਪੁਆਇੰਟਿੰਗ ਸਿਨੋਨਿਮ ਹੁੰਦਾ ਜੀ, ਨਿਰਾਸ਼ਾਜਨਕ ਰਿਹਾ ਜੀ ਉਹਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਕੀ ਉਹਨੇ ਸੈਕਿੰਡ ਟ੍ਰਾਂਜ਼ਿਟ ਦੇਖ ਪਾਇਆ? ਫਾਲਸ ਹੈ ਸਰ। ਫਾਲਸ, ਨਹੀਂ ਦੇਖ ਪਾਇਆ। ਨਹੀਂ ਦੇਖ ਪਾਇਆ Yes. ਤਾਂ ਕੀ ਹੈ ਜੀ? ਫਾਲਸ ਹੈ ਜੀ। ਅੱਗੇ ਪਤਾ ਜੀ? ਹਾਂਜੀ, ਅੱਗੇ ਜਾ ਕੇ ਦੇਖਿਓ ਜੀ ਧਿਆਨ ਨਾਲ। ਅੱਜ ਵਾਲੀ ਰੀਡਿੰਗ ਇੰਟਰਸਟਿੰਗ ਹੈ ਜੀ ਕਾਫੀ ਜ਼ਿਆਦਾ। ਏਦਾਂ ਦੀ ਰੀਡਿੰਗ ਨੂੰ ਟ੍ਰਾਂਸਲੇਟ ਕਰਨ ਦੇ ਵਿੱਚ ਵੀ ਬਹੁਤ ਮਜ਼ਾ ਆਉਂਦਾ। ਅੱਗੇ ਉਹ ਤੁਹਾਨੂੰ ਕਹਿੰਦੇ ਜੀ ਜਿਹੜੀ ਸ਼ੇਪ ਆ ਵੀਨਸ ਦੀ ਉਹ ਡਿਸਟੋਰਟਡ ਦਾ ਮਤਲਬ ਕੀ ਹੁੰਦਾ ਵਾ? ਰੀਅਲ ਤੋਂ ਹਟ ਕੇ ਹੋਰ ਦਿਖਣਾ, ਰੀਅਲ ਤੋਂ ਹਟ ਕੇ। ਓਕੇ, ਡਿਸਟੋਰਟਡ ਉਹ ਕਹਿੰਦੇ ਪਿਕਚਰ ਕਿਹੜੀ ਹੁੰਦੀ ਆ? ਕੋਈ ਚੀਜ਼ ਜਿਵੇਂ ਰੀਅਲ ਤਾਂ ਹੋਰ ਤਰੀਕੇ ਨਾਲ ਦਿਖਦੀ ਆ ਬਟ ਉਹ ਬਾਅਦ ਚੋਂ ਹੋਰ ਤਰੀਕੇ ਨਾਲ ਦਿਖਣ ਲੱਗ ਜੀ। ਉਹ ਹੁੰਦਾ ਵੀ ਉਹਦੀ ਪਿਕਚਰ ਡਿਸਟੋਰਟ ਹੋ ਗਈ, ਸ਼ੇਪ ਡਿਸਟੋਰਟ ਹੋ ਗਈ, ਸ਼ੇਪ ਬਦਲ ਗਈ। ਕਹਿੰਦੇ ਜਿਹੜੀ ਸ਼ੇਪ ਆ ਵੀਨਸ ਦੀ ਉਹ ਦਿਖਦੀ ਆ ਬਦਲੀ ਜੇ ਹੋਈ ਦਿਖਦੀ ਆ, ਡਿਸਟੋਰਟ ਹੋਈ ਦਿਖਦੀ ਆ ਜਦੋਂ ਕਹਿੰਦੇ ਉਹ ਕਹਿੰਦੇ ਕਿ when it starts to pass in front of the sun, ਜਦੋਂ ਸਨ ਦੇ ਮੂਹਰ ਦੀ ਲੰਘਣ ਲੱਗਦਾ ਵਾ ਨਾ ਵੀਨਸ, ਇਹਦੀ ਜਿਹੜੀ ਸ਼ੇਪ ਆ ਉਹ ਸ਼ੇਪ ਡਿਸਟੋਰਟਡ ਜੀ ਲੱਗਣ ਲੱਗ ਜਾਂਦੀ ਹੈ, ਯਾਨੀ ਕਿ ਰੀਅਲ ਤੋਂ ਹਟ ਕੇ ਕੁਝ ਹੋਰ ਲੱਗਣ ਲੱਗ ਜਾਂਦੀ। ਚਲੋ ਜਾ ਕੇ ਦੇਖਦੇ ਜੀ, ਜਾ ਕੇ ਦੇਖਦੇ ਆਪਾਂ ਨੂੰ ਲਾਸਟ ਵਾਲਾ ਕਿੱਥੋਂ ਲੱਭਿਆ ਜੀ ਇੱਥੋਂ। ਹੁਣ ਆਪਾਂ ਅੱਗੇ ਜਾ ਕੇ ਦੇਖਦੇ ਵੀ ਕੀ ਗੱਲਾਂ ਕੀਤੀਆਂ ਜੀ। ਤਾਂ ਨੈਕਸਟ ਵਾਲੇ ਵਿੱਚ ਜਾ ਕੇ ਦੇਖਿਓ ਜੀ ਵੀਨਸ ਕਹਿੰਦੇ ਬਿਗਨ ਟੂ ਕ੍ਰਾਸ ਦਾ ਸਨ ਡਿਸਕ, ਬਿਲਕੁਲ ਇੱਥੇ ਗੱਲਾਂ ਕੀਤੀਆਂ ਜੀ। ਜਦੋਂ ਕਹਿੰਦੇ ਵੀਨਸ ਸ਼ੁਰੂ ਕਰਦਾ ਵਾ ਸਨ ਨੂੰ ਕ੍ਰਾਸ ਕਰਨਾ ਤਾਂ ਕਹਿੰਦੇ ਜੀ ਇਹ ਕਿੱਦਾਂ ਦਾ ਲੱਗਦਾ ਵਾ? ਸਮੀਅਰਡ ਜਿਹਾ ਲੱਗਦਾ, ਨਾਟ ਸਰਕੂਲਰ ਨਹੀਂ ਦਿਖਦਾ। ਮੈਨੂੰ ਇਹਨਾਂ ਦਾ ਪਤਾ ਲੱਗ ਗਿਆ ਵੀ ਐਕਚੁਅਲ ਦੇ ਵਿੱਚ ਸਰਕੂਲਰ ਆ ਕਿਉਂਕਿ ਰੀਡਿੰਗ ਆਪੀ ਕਹੀ ਜਾਂਦੀ। ਤੇ ਜਦੋਂ ਇਹ ਸਨ ਦੇ ਮੂੰਹ ਦੀ ਲੰਘਦਾ ਤਾਂ ਉਦੋਂ ਇਹ ਕਿੱਦਾਂ ਲੱਗਦਾ? ਸਮੀਅਰਡ ਜਿਹਾ ਦਿਖਦਾ ਹੈ। ਸਮੀਅਰਡ ਦਾ ਮੀਨਿੰਗ ਮੈਨੂੰ ਪਤਾ ਹੋਵੇ ਨਾ ਪਤਾ ਹੋਵੇ ਕੋਈ ਮੈਟਰ ਨਹੀਂ ਰੱਖਦਾ, ਮੈਂ ਸਿਰਫ ਇਹ ਵੈਰੀਫਾਈ ਕਰਨ ਆਇਆ ਸੀ ਕਿ ਇਹਦੀ ਸ਼ੇਪ ਬਦਲਦੀ ਹੈ ਜਦੋਂ ਇਹ ਸਨ ਦੇ ਮੂਹਰ ਦੀ ਲੰਘਦਾ। ਰੀਡਿੰਗ ਕਹਿੰਦੀ ਜਦੋਂ ਇਹ ਸਨ ਦੇ ਮੂਹਰ ਦੀ ਲੰਘਦਾ ਵਾ ਤੇ ਸਮੀਅਰਡ ਜਿਹਾ ਲੱਗਦਾ ਵਾ, ਨੋਟ ਸਰਕੂਲਰ। ਇਹਦਾ ਮਤਲਬ ਸਰਕੂਲਰ ਇਹਦੀ ਰੀਅਲ ਸ਼ੇਪ ਆ, ਇਹਦਾ ਮਤਲਬ ਸਮੀਅਰਡ ਇਹਦੀ ਹੋਰ ਸ਼ੇਪ ਆ ਨਾ ਕਿ ਸਰਕੂਲਰ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸੋ ਕਿ ਕੀ ਲਾਵਾਂ ਜੀ ਇਹਦਾ? ਸ਼ੇਪ ਬਦਲਦੀ ਹੈ, ਡਿਸਟੋਰਟ ਹੁੰਦੀ ਹੈ? ਬਿਲਕੁਲ, ਇਹ ਤੁਹਾਡਾ ਟਰੂ ਆ ਗਿਆ ਜੀ। ਨੋ ਮੈਟਰ ਕਿ ਤੁਹਾਨੂੰ ਸਮੀਅਰਡ ਦਾ ਮਤਲਬ ਪਤਾ ਕਿ ਨਹੀਂ ਪਤਾ। ਜਿਵੇਂ ਮੰਨ ਲਓ ਕੁਐਸਚਨ ਚ ਡਿਸਟੋਰਟ ਲਿਖਿਆ ਜੀ, ਉਹ ਕਈ ਵਾਰੀ ਉਹਦਾ ਮਤਲਬ ਵੀ ਨਹੀਂ ਪਤਾ ਹੁੰਦਾ, ਫਿਰ ਆਨਸਰ ਡਿਸਟੋਰਟ ਦਾ
ਡਿਸਟੋਰਟ ਦਾ ਮਤਲਬ ਇਹ ਤਾਂ ਫਿਰ ਤਾਂ ਵੋਕੈਬ ਤੇ ਖੜ ਗਿਆ ਨਾ, ਇਹਦਾ ਹੁਣ ਹਾਂਜੀ। ਜ਼ਿਆਦਾ ਹੱਲ ਨਹੀਂ ਆਪਾਂ ਕਹਿ ਸਕਦੇ, ਇਹ ਕਿਤੇ ਨਾ ਕਿਤੇ ਹੁਣ ਤੁਹਾਨੂੰ ਤੁੱਕਾ ਲਾਉਣਾ ਪੈਣਾ, ਕਿਉਂਕਿ ਉਹਦਾ ਹੱਲ ਆ ਕਿ ਬੇਸਿਕ ਜੀ ਵੋਕੈਬ ਆ ਜਿਹੜੀ ਉਹ ਆਪਣੀ ਤੁਸੀਂ ਤੇਜ਼ ਕਰੋ ਨਾਲ ਥੋੜੀ ਬਾਹਲੀ ਨਹੀਂ, ਸਮਝ ਗਏ ਨਾ। ਤੇ ਬਾਕੀ ਜੇ 13 ਵਿੱਚੋਂ ਇੱਕ ਤੁਹਾਨੂੰ ਵੋਕੈਬਲਰੀ ਤੇ ਨਾ ਵੀ ਆਊਗਾ, ਡੋਂਟ ਵਰੀ, ਸਟਿਲ ਤੁਹਾਡੇ ਕੋਲ ਡਿਵੈਲਪ ਕੁਐਸਚਨ ਪਏ ਆ, ਸਮਝ ਗਏ ਜੀ। ਹਰ ਇੱਕ ਵੋਕੈਬ ਤੇ ਨਹੀਂ ਖੜਾ ਹੋਊਗਾ, ਜੇ ਆਪਾਂ ਇਹਨੂੰ ਪੱਲੇ ਮੰਨ ਲਈ ਕਿ ਵੋਕੈਬ ਤੇ ਖੜਾ ਵਾ ਤਾਂ ਆਪਾਂ ਗਾਂਹ ਜਾ ਕੇ ਦੇਖਦੇ ਹਾਂ। ਹਾਂਜੀ ਜੀ, ਕੀ ਕਹਿੰਦੇ ਜਿਹੜੇ ਪਹਿਲਾਂ ਵਾਲੇ ਐਸਟਰੋਨੋਮਰਸ ਸੀਗੇ ਜੀ, ਉਹ ਕਹਿੰਦੇ ਕਿ ਸਸਪੈਕਟਡ, ਏਦਾਂ ਦੀਆਂ ਚੀਜ਼ਾਂ ਤਾਂ ਰੀਡਿੰਗ ਦੇ ਵਿੱਚ ਡੇਲੀ ਬੇਸਿਸ ਤੇ ਆਉਂਦੀਆਂ ਜੀ। ਸਸਪੈਕਟਡ ਵਰਡ ਹਰ ਇੱਕ ਤੀਜੀ ਰੀਡਿੰਗ ਚ ਆਉਂਦਾ ਵਾ। ਸ਼ੱਕ ਸੀਗਾ ਜੀ ਉਹਨਾਂ ਨੂੰ, ਸ਼ੱਕ ਨੋਟ ਕਰ ਲਓ ਜੀ। ਡਾਊਟ ਸੀਗਾ ਜੀ ਉਹਨਾਂ ਨੂੰ, ਡਾਊਟ। ਜਿਹੜੇ ਪਹਿਲਾਂ ਵਾਲੇ ਐਸਟਰੋਨੋਮਰ ਸੀ ਉਹਨਾਂ ਨੂੰ ਡਾਊਟ ਸੀਗਾ ਵੀ ਜਿਹੜਾ ਐਟਮੋਸਫੀਅਰ ਆ ਵੀਨਸ ਦੇ ਉੱਪਰ ਉਹ ਟੌਕਸਿਸ ਆ। ਚਲੋ ਜਾ ਕੇ ਦੇਖਦੇ ਜੀ, ਪਹਿਲਾਂ ਵਾਲਿਆਂ ਨੂੰ ਸ਼ੱਕ ਸੀਗਾ, ਜਾ ਕੇ ਦੇਖਦੇ। ਤੁਹਾਡਾ ਇੱਥੇ ਬੈਸਟ ਵਰਡ ਐਟਮੋਸਫੀਅਰ ਹੋ ਸਕਦਾ, ਐਨਵਾਇਰਨਮੈਂਟ ਹੋ ਸਕਦਾ, ਸਰਾਊਂਡਿੰਗ ਹੋ ਸਕਦਾ, ਨਾਲ ਵੀਨਸ ਵੀ ਪਿਆ ਹੋਣਾ ਚਾਹੀਦਾ। ਇੱਥੇ ਤਾਂ ਕੋਈ ਸੈਕੰਡ ਪ੍ਰੋਬਲਮ ਦੀ ਗੱਲ ਕਰੀ ਜਾਂਦੇ ਆ ਜੀ, ਹੈਲੋ ਆਫ ਲਾਈਟ, ਡਿਸਕ, ਹਲੇ ਤਾਂ ਸਨ ਦੀਆਂ ਗੱਲਾਂ ਹੀ ਫੇਰ ਕਰੀ ਜਾਂਦੇ ਆ ਜੀ। ਲੇਅਰ ਆਫ, ਥਿਕ ਲੇਅਰ ਆਫ, ਉਹ ਕਹਿੰਦੀ ਗੈਸਸ, ਕਹਿੰਦੇ ਵੀਨਸ ਜਿਹੜਾ ਹੈਗਾ ਵਾ ਸਰਾਊਂਡਡ ਬਾਈ, ਇਹਦੇ ਆਸੇ ਪਾਸੇ ਕਿਹੜੀਆਂ ਚੀਜ਼ਾਂ ਵਾ, ਦੇਖੋ ਇਹਦੇ ਆਸੇ ਪਾਸੇ ਦੀ ਗੱਲ ਕਰਦੇ ਆ ਉਹ, ਨਾ ਕਿ ਇਹਦੇ ਯਾਨੀ ਕਿ ਵਿੱਚ ਵਾਲੇ ਐਨਵਾਇਰਨਮੈਂਟ ਦੀ। ਤਾਂ ਕਰਕੇ ਇਹ ਤਾਂ ਆਪਣੀ ਜੇ ਲੋਕੇਸ਼ਨ ਹੈ ਹੀ ਨਹੀਂ ਜੀ, ਆਪਾਂ ਲੱਭਦੇ ਫਿਰਦੇ ਆ ਕਿ ਜਿਹੜਾ ਵੀਨਸ ਦਾ ਖੁਦ ਦਾ ਐਨਵਾਇਰਨਮੈਂਟ ਸੀਗਾ। ਇੱਥੇ ਗੱਲ ਕਰੀ ਜਾਂਦੇ ਆ ਜਿਹੜੇ ਉਹਦੇ ਆਸੇ ਪਾਸੇ ਸੀਗੀਆਂ ਚੀਜ਼ਾਂ, ਆਸੇ ਪਾਸੇ ਤੋਂ ਨਹੀਂ ਆਪਾਂ ਕੁਝ ਵੀ ਲੈਣਾ ਜੀ। ਜਾ ਕੇ ਦੇਖੋ ਜੀ, ਐਸਟਰੋਨੋਮਰ ਜਿਹੜੇ ਸੀਗੇ ਲੇਬਰਡ ਹਾਰਡ ਟੂ ਐਨਾਲਾਈਜ਼। ਓਕੇ, ਇੱਥੋਂ ਗਾਂ ਜਾ ਕੇ ਜੀ ਆਪਣਾ ਇੱਕ ਰਾਈਟਰ ਦਾ ਨਾਮ ਲਿਖਿਆ ਪਿਆ ਵਾ, ਹੁਣ ਆਪਾਂ ਏਦਾਂ ਕਰ ਲੈਂਦੇ। ਤਾਂ ਮੈਨੂੰ ਤੁਸੀਂ ਹੁਣ ਪੜ੍ਹ ਕੇ ਧਿਆਨ ਨਾਲ ਦੱਸੋ। ਐਕੂਰੇਟ, ਇੱਥੇ ਤੁਸੀਂ ਬ੍ਰੇਕ ਲਾ ਦੇਣੇ ਜੀ ਸਾਰਿਆਂ ਨੇ, ਕਿਉਂਕਿ ਇਹ ਤਾਂ ਆਪਣੀ ਬਾਉਂਡਰੀ ਹੈ ਨਾ, ਇਹ ਤਾਂ ਆਪਣਾ ਸਭ ਤੋਂ ਲਾਸਟ ਕੁਐਸਚਨ। ਤਾਂ ਮੈਨੂੰ ਦੱਸੋ ਕੀ ਇੱਥੇ ਕਿਤੇ ਲਿਖਿਆ ਵੀ ਜਿਹੜੇ ਪਹਿਲਾਂ ਵਾਲੇ ਐਸਟਰੋਨੋਮਰ ਸੀਗੇ ਉਹਨਾਂ ਨੂੰ ਸ਼ੱਕ ਸੀਗਾ ਕਿ ਉਹਦਾ ਐਨਵਾਇਰਨਮੈਂਟਲ ਟੌਕਸਿਸ ਆ ਜੀ। ਹਾਂਜੀ ਜੀ, Not given, sir. ਹੋ ਗਿਆ ਜੀ ਆਪਣਾ ਫਿਰ ਇਹ ਆਪਣਾ Not given. ਅੱਗੇ ਚੱਲ ਕੇ ਧਿਆਨ ਨਾਲ ਦੇਖਿਓ, ਜਿਹੜੇ ਪੈਰਾਲੈਕਸ ਪ੍ਰਿੰਸੀਪਲ ਆ ਕਹਿੰਦੇ ਜੀ। ਪੈਰਾਲੈਕਸ ਪ੍ਰਿੰਸੀਪਲ ਕੀ ਕਰਦੇ ਆ ਜੀ, ਉਹ ਕਹਿੰਦੇ ਅਲਾਓ ਕਰਦੇ ਆ ਕਿਹਨਾਂ ਨੂੰ, ਜਿਹੜੇ ਐਸਟਰੋਨੋਮਰਸ ਆ, ਕਿਹੜੀ ਚੀਜ਼ ਦੇ ਵਿੱਚ ਅਲਾਓ ਕਰਦੇ ਆ, ਟੂ ਵਰਕ ਆਊਟ ਹਾਊ ਫਾਰ ਅਵੇ ਡਿਸਟੈਂਟ ਸਟਾਰ ਆਰ ਕੈਨ ਫਰੋਮ ਦ ਅਰਥ। ਤਾਂ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜਿਹੜੇ ਪੈਰਾਲੈਕਸ ਜਿਹੜਾ ਮੈਥਡ ਹੈਗਾ ਵਾ ਜੀ, ਉਹ ਕਹਿੰਦੇ ਐਸਟਰੋਨੋਮਰ ਦੀ ਇੱਕ ਹੋਰ ਹੈਲਪ ਕਰਦਾ ਵਾ। ਕਿਹੜੀ ਚੀਜ਼ ਹੈਲਪ ਕਰਦਾ ਵਾ, ਟੂ ਵਰਕ ਆਊਟ, ਉਹ ਪਤਾ ਲਾ ਸਕਦੇ ਆ ਹਾਊ ਫਾਰ ਅਵੇ, ਕਿ ਕਿੰਨੀ ਦੂਰ ਆ, ਕੀ ਜੀ, ਡਿਸਟੈਂਟ ਸਟਾਰਸ, ਦੂਰ ਵਾਲੇ ਤਾਰੇ, ਫਰੋਮ ਦਾ ਅਰਥ। ਕਹਿਣ ਦਾ ਮਤਲਬ ਜੀ ਪੈਰਾਲੈਕਸ ਪ੍ਰਿੰਸੀਪਲ ਤਾਰਿਆਂ ਦੀ ਦੂਰੀ ਮਾਪਣ ਦੇ ਲਈ ਵੀ ਉਹਨਾਂ ਦੀ ਹੈਲਪ ਕਰ ਦਿੰਦਾ। ਇਹਦੇ ਤੋਂ ਇੰਨਾ ਵੀ ਪਤਾ ਲੱਗ ਜਾਂਦਾ ਕਿ ਡਿਸਟੈਂਟ ਸਟਾਰ ਆਪਣੇ ਤੋਂ ਕਿੰਨੀ ਦੂਰ ਆ ਧਰਤੀ। ਚਲੋ ਜਾ ਕੇ ਦੇਖਦੇ ਆ ਜੀ, ਆਪਣੇ ਕੋਲੇ ਪੈਰਾਲੈਕਸ ਪ੍ਰਿੰਸੀਪਲ ਆ ਤੁਹਾਡੇ ਸਾਹਮਣੇ ਲਾਈਨ ਪਈ ਹੈ ਜੀ, ਜਾ ਕੇ ਦੇਖਦੇ ਆ। ਇੱਥੇ ਕਿਹਾ ਜੀ ਮੈਜ਼ਰਿੰਗ ਰੋਡ, ਬੇਸਿਕ ਆਫ ਹਾਊ ਵੀ, ਆ ਸਾਰੀਆਂ ਗੱਲਾਂ ਵੈਸੇ ਕੀਤੀਆਂ, ਗਾਂ ਜਾ ਕੇ ਦੇਖਦੇ ਆਪਾਂ ਆਪਦੀ ਮੇਨ ਲਾਈਨ। ਇਹਨਾਂ ਨੇ ਕਿਹਾ ਜਿਹੜਾ ਪੈਰਾਲੈਕਸ ਪ੍ਰਿੰਸੀਪਲ ਆ ਕੈਨ ਵੀ ਐਕਸਟੈਂਡਡ, ਵਧਾਇਆ ਜਾ ਸਕਦਾ ਹੈ, ਯਾਨੀ ਕਿ ਇਹਦਾ ਹੋਰ ਵੀ ਯੂਜ਼ ਲਿਆ ਜਾ ਸਕਦਾ ਜੀ। ਕਾਹਦੇ ਵਿੱਚ, ਮਿਣਨ ਦੇ ਵਿੱਚ। ਕੀ ਮਿਣਨ ਦੇ ਵਿੱਚ, ਡਿਸਟੈਂਸ ਕਾਹਦਾ ਜੀ, ਸਟਾਰਸ ਦਾ। ਜੇ ਆਪਾਂ ਕਹਿੰਦੇ, ਉਹ ਕਹਿੰਦੇ ਇਫ ਵੀ ਲੁੱਕ ਐਟ ਸਟਾਰਟ ਇਨ ਜਨਵਰੀ ਵੈਨ ਅਰਥ, ਯਾਨੀ ਕਿ ਧਰਤੀ ਦੀ ਗੱਲ ਹੋ ਰਹੀ ਹੈ, ਤਾਰਿਆਂ ਦੇ ਡਿਸਟੈਂਸ ਦੀ ਗੱਲ ਹੋ ਰਹੀ ਹੈ, ਕਹਿੰਦੇ ਤੋਂ ਜੀ ਧਰਤੀ ਤੋਂ ਗੱਲ ਹੋ ਰਹੀ ਹੈ ਜੀ, ਯਾਨੀ ਕਿ ਮੈਜ਼ਰਮੈਂਟ ਕਰਨ ਦੇ ਲਈ। ਤੇ ਹੁੰਦੀ ਵੀ ਕਿਹਦੀ ਹੈਲਪ ਨਾਲ ਆ, ਪੈਰਾਲੈਕਸ ਮੈਥਡ ਦੇ ਨਾਲ। ਇਹਦਾ ਮਤਲਬ ਦੱਸੋ ਕਿ ਪੈਰਾਲੈਕਸ ਜਿਹੜਾ ਪ੍ਰਿੰਸੀਪਲ ਆ ਉਹ ਤਾਰਿਆਂ ਦੀ ਦੂਰੀ ਮਾਪਣ ਦੇ ਲਈ ਵੀ ਯੂਜ਼ ਕੀਤਾ ਜਾ ਸਕਦਾ ਕਿ ਨਹੀਂ ਜੀ। Yes, sir. ਹਾਂਜੀ, ਹਾਂਜੀ, ਕੀ ਲਾਈਏ ਜੀ ਇਹਦਾ ਆਪਾਂ, true, ਆਨਸਰ ਕੀ ਹੈ ਜੀ ਆਪਣਾ, ਟਰੂ ਆਪਣਾ ਆਨਸਰ ਹੈ ਜੀ। ਜਦੋਂ ਇਹ ਤੁਸੀਂ ਸਾਰੇ ਕਰਤੇ, ਨਾਲ ਦੀ ਨਾਲ ਤੁਸੀਂ 1 ਸੈਕਿੰਡ ਵੀ ਨਹੀਂ ਵੇਸਟ ਕਰਨਾ ਹੁੰਦਾ, ਤੁਸੀਂ ਸਭ ਤੋਂ ਪਹਿਲਾਂ ਜਾ ਵੜਨਾ ਹੁੰਦਾ ਵਾ ਜੀ ਜਿਹੜੇ ਤੁਹਾਡੇ ਉਹ ਰਾਈਟਰ ਦੇ ਨੇਮ ਆ। ਤੁਸੀਂ ਐਡਮੰਡ ਹੈਲੇ ਦੇ ਕੋਲੇ ਛੇਤੀ ਜਾ ਵੜਨਾ, ਤੇ ਜਾ ਕੇ ਦੇਖਣਾ ਕੀ ਕਹੀ ਜਾਂਦਾ ਜੀ ਐਡਮੰਡ ਹੈਲੇ। ਇਹਨਾਂ ਨੇ ਇੱਥੇ ਕੀ ਕਿਹਾ ਜੀ, ਹਾਂਜੀ, ਇਹਨਾਂ ਦਾ ਐਡਮੰਡ ਹੈਲੇ ਆ ਜੀ, ਕਹਿੰਦੇ 1670 ਦੇ ਵਿੱਚ ਇਹਨੇ ਟ੍ਰਾਂਜ਼ਿਟ ਦੇਖੀ ਸੀ, ਕਿਹਦੇ ਵਿੱਚ ਜੀ, ਓਕੇ, ਮਰਕਰੀ ਪਲੈਨਟ ਦੇ ਵਿੱਚ। ਆ ਜਗ੍ਹਾ ਦਾ ਨਾਮ ਲਿਖਿਆ ਤੇ ਨੇ ਕਹਿੰਦੇ ਰੀਅਲਾਈਜ਼ ਕੀਤਾ ਕਿ ਡਿਫਰੈਂਟ ਹਾਈਟਸ ਤੋਂ ਜਿਹੜਾ ਨੀ ਕਿ
ਓਕੇ ਜਿਹੜਾ ਯਾਨੀ ਕਿ ਪਾਸੇਸ ਆ ਉਹਦਾ ਲੰਘਣਾ ਵਾ ਉਹਦਾ ਪਲੈਨਟ ਦਾ ਓਕੇ ਸਨ ਦੀ ਡਿਸਕ ਤੋਂ ਉਹ ਕਹਿੰਦੇ ਡਿਫਰ ਹੈ ਜੀ ਕਹਿੰਦੇ ਤੇ ਬਾਅਦ ਚ ਉਹਨੇ ਵਾਈਡਲੀ ਸੈਪਰੇਟ ਲੋਕੇਸ਼ਨ ਤੇ ਗਿਆ ਨੇ ਟੀਮਸ ਜਿਹੜੀਆਂ ਸੀਗੀਆਂ ਜੀ ਕੈਲਕੂਲੇਟ ਕੀਤਾ ਪੈਰਲੈਕਸ ਐਂਗਲ ਇਹਨਾਂ ਨੇ ਤਾਂ ਇੱਥੋਂ ਤੱਕ ਆਪਾਂ ਪੜ੍ਹ ਲਿਆ ਜੀ ਹੈਲੇ ਦਾ ਤੇ ਹੈਲੇ ਨੇ ਇੱਥੇ ਨੀਚੇ ਕਿਹੜੀ ਲਾਈਨ ਕਹੀ ਉਹ ਵੀ ਤੁਸੀਂ ਇੱਕ ਪੱਲੇ ਹੀ ਪੜ੍ਹ ਸਕਦੇ ਹੋ ਹੈਲੇ ਦਾ ਕਹਿੰਦੇ ਓਕੇ ਇੰਸਪਾਇਰਡ ਬਾਈ ਹੈਲੇ ਸੁਜੈਸ਼ਨ ਇਹ ਤਾਂ ਗਾਂ ਜਾ ਕੇ ਰਾਈਟਰ ਬਦਲ ਰਹੇ ਆ ਜੀ ਇੱਥੇ ਹੈਲੇ ਦੀ ਗੱਲ ਨਹੀਂ ਹੋਈ ਐਕਚੁਅਲ ਦੇ ਵਿੱਚ ਇਹਦੀ ਗੱਲ ਹੀ ਹੋਈ ਆ ਇਹ ਉਹਦੇ ਤੋਂ ਪ੍ਰੇਰਿਤ ਹੋਇਆ ਵਾ ਨਾ ਕਿ ਉੱਤੇ ਹੈਲੇ ਦੀ ਕੋਈ ਗੱਲ ਆ ਇਹਦਾ ਮਤਲਬ ਦੂਜੀ ਜਗ੍ਹਾ ਤੇ ਜਿਹੜਾ ਹੈਲੇ ਲਿਖਿਆ ਉਹ ਜਸਟ ਭੁਲੇਖਾ ਪਾਉਣ ਲਈ ਲਿਖਿਆ ਜੀ ਤਾਂ ਹੁਣ ਜਾ ਕੇ ਦੇਖਦੇ ਹਾਂ ਆਪਾਂ ਕਿ ਕੀ ਕੋਈ ਹੈਲੇ ਵਾਲਾ ਮੈਚ ਹੋਇਆ ਜੀ ਪਹਿਲੇ ਵਿੱਚ ਕਹਿੰਦੇ ਜੀ ਉਹਨੇ ਕੈਲਕੂਲੇਟ ਕੀਤਾ ਡਿਸਟੈਂਸ ਕਿਹਦਾ ਜੀ ਸਨ ਦਾ ਕਹਿੰਦੇ ਤੁਸੀਂ ਧਰਤੀ ਤੋਂ ਬੇਸਡ ਔਨ ਆਬਜ਼ਰਵੇਸ਼ਨ ਆਫ ਓਕੇ ਵੀਨਸ ਹਾਲੇ ਤੱਕ ਕੋਈ ਗੱਲ ਨਹੀਂ ਹੋਈ ਕਹਿੰਦੇ ਨੇ ਅੰਡਰਸਟੂਡ ਕੀਤਾ ਜੀ ਕਿਹੜਾ ਡਿਸਟੈਂਸ ਆ ਸਨ ਦਾ ਧਰਤੀ ਤੋਂ could be worked out by comparing ਵੀ ਆਪਾਂ ਕੰਪੇਅਰ ਕਰ ਸਕਦੇ ਆ ਕਿ ਤੁਸੀਂ ਟ੍ਰਾਂਜ਼ਿਟ ਜਿਹੜੀ ਉਹ ਗਤੀ ਹੋਈ ਆ ਹਲੇ ਨਹੀਂ ਕਿਤੇ ਗੱਲ ਹੋਈ ਜੀ ਹੀ ਕਹਿੰਦੇ ਕਿ ਰਿਅਲਾਈਜ਼ਡ ਉਹਨੂੰ ਪਤਾ ਲੱਗਿਆ ਜਿਹੜਾ ਟਾਈਮ ਟੇਕਨ ਕੀਤਾ ਜਾਂਦਾ ਇੱਕ ਪਲੈਨਟ ਦੇ ਦੁਆਰਾ ਸਨ ਦੇ ਦੁਆਰਾ ਉਹ ਕਹਿੰਦੇ ਜੀ ਡਿਪੈਂਡ ਕਰਦਾ ਵਾ ਜਾਨੀ ਕਿ ਸਨ ਤੋਂ ਡਿਸਟੈਂਸ ਕਿੰਨਾ ਇਹਦਾ ਹਲੇ ਕੋਈ ਗੱਲ ਨਹੀਂ ਹੋਈ ਜੀ ਕਹਿੰਦੇ ਉਹਨੇ ਕਹਿੰਦੇ ਵਿਟਨੈਸਡ ਕੀਤੀ ਸਨ ਦੀ ਇੱਕ ਟ੍ਰਾਂਜ਼ਿਟ ਬਟ ਉਹਨੂੰ ਦੇਖਣ ਦੇ ਯੋਗ ਨਹੀਂ ਸੀਗਾ ਜੀ ਉਹ ਨਾ ਹੀ ਉਹ ਕੈਲਕੂਲੇਸ਼ਨ ਬਣਾਉਣ ਦੇ ਯੋਗ ਹੋਇਆ ਮੈਨੂੰ ਦੱਸੋਗੇ ਜੀ ਕਿ ਉਹ ਕਿਹੜਾ ਪਰਸਨ ਸੀਗਾ ਜਿਹਨੇ ਵਿਟਨੈਸਡ ਕੀਤਾ ਓਕੇ ਵੈਨਸ ਟ੍ਰਾਂਜ਼ਿਟ ਬਟ ਉਹਦੀ ਕੈਲਕੂਲੇਸ਼ਨ ਨਹੀਂ ਲੈ ਸਕਿਆ ਸੀਗਾ ਤੁਹਾਨੂੰ ਕੁਝ ਯਾਦ ਆਇਆ ਕਿ ਉਹ ਕਿਹੜਾ ਸਾਇੰਟਿਸਟ ਹੈ ਜੀ ਹਾਂਜੀ ਯਾਦ ਆਇਆ ਤੁਹਾਨੂੰ ਕੋਈ ਜੀ ਇੱਕ ਪਰਸਨ ਸੀ ਜਿਹਨੇ ਉਹ ਚੀਜ਼ ਨੂੰ ਐਕਸਪੀਰੀਅੰਸ ਤਾਂ ਜ਼ਰੂਰ ਕੀਤਾ ਸੀਗਾ ਬਟ ਉਹ ਕੈਲਕੂਲੇਸ਼ਨ ਨਹੀਂ ਲੈ ਪਾਇਆ ਸੀਗਾ ਜੀ ਕਿਹੜਾ ਸੀਗਾ ਜੀ ਉਹ ਦੇਖੋ ਜੀ ਲੀ ਜੈਂਟਲ ਸੀ ਨਾ ਤੁਹਾਡੇ ਸਾਹਮਣੇ ਲਿਖਿਆ ਪਿਆ ਜੀ ਆ ਦੇਖੋ ਲੀ ਜੈਂਟਲ ਜੀ ਲੀ ਜੈਂਟਲ ਨੇ ਕੀ ਕੀਤਾ ਉਹ ਉੱਥੇ ਗਿਆ ਵੀ 50,000 ਕਿਲੋਮੀਟਰ ਤੈਅ ਕਰਕੇ ਤਾਂ ਕੀ ਛਾ ਗਏ ਸੀਗੇ ਪਹਿਲਾਂ ਬੱਦਲ ਛਾ ਗਏ ਸੀਗੇ ਦੂਜੀ ਵਾਰੀ ਪਹਿਲੀ ਵਾਰੀ ਉਹ ਜਿਹੜਾ ਸ਼ਿਪ ਦੀ ਪਿਚਿੰਗ ਸੀ ਤੇ ਰੋਲਿੰਗ ਸੀ ਉਹਨੇ ਨਹੀਂ ਦੇਖਣ ਦਿੱਤਾ ਇਹਨੂੰ ਤਾਂ ਆਪਾਂ ਲੱਭਦੇ ਕਿਸੇ ਹੋਰ ਦਾ ਸੀ ਬਟ ਇੱਕ ਆਪਣਾ ਫਾਈਂਡ ਆਊਟ ਹੋ ਗਿਆ ਇਹਦਾ ਆਨਸਰ ਕੀ ਹੈ ਜੀ ਸੀ ਆਨਸਰ ਹੈ ਜੀ ਹੁਣ ਆਪਾਂ ਜਿਹੜਾ ਹੈਲੇ ਵਾਲਾ ਵਾ ਥੋੜਾ ਜਿਹਾ ਆਪਾਂ ਨੂੰ ਪੜ੍ਹਨਾ ਪੈਣਾ ਜੀ ਉਹ ਗਾਂ ਵਾਲੀ ਲਾਈਨ ਇੱਕ ਵਾਰੀ ਦੇਖਦੇ ਆ ਬਈ ਉਹਨੇ ਕੋਈ ਗਾਂ ਇਦਾਂ ਦੀ ਕੋਈ ਗੱਲ ਕੀਤੀ ਜਾਂ ਨਹੀਂ ਜੀ ਗਾਂ ਜਾ ਕੇ ਦੇਖਦੇ ਹਾਂ ਜੀ ਆਪਾਂ ਮਾੜਾ ਜਿਹਾ ਕਹਿੰਦੇ ਹਾਂਜੀ ਕਹਿੰਦੇ ਕੀ ਕਹਿੰਦੇ ਜੀ ਜਿਹੜਾ ਕਹਿੰਦੇ ਡਿਫਰੈਂਸ ਸੀਗਾ ਜੀ ਦਿਖਦਾ ਹੋਇਆ ਕਿਹਦੇ ਵਿੱਚ ਪੋਜੀਸ਼ਨ ਦੇ ਵਿੱਚ ਐਸਟ੍ਰੋਨੋਮਿਕਲ ਬੋਡੀ ਡਿਊ ਟੂ ਅ ਡਿਫਰੈਂਸ ਕੈਲਕੂਲੇਟਿੰਗ ਦਿਸ ਐਂਗਲ ਜਿਹੜਾ ਐਂਗਲ ਸੀਗਾ ਇਹਨੂੰ ਕੈਲਕੂਲੇਟ ਕਰਨ ਤੋਂ ਬਾਅਦ ਚੋਂ ਉਹਨਾਂ ਨੂੰ ਇਹ ਜਿਹੜਾ ਐਂਗਲ ਸੀਗਾ ਉਹਨੇ ਹੈਲਪ ਕੀਤੀ ਜੀ ਕਿਹਦੀ ਐਸਟ੍ਰੋਨੋਮਰਸ ਦੀ ਟੂ ਮੈਜ਼ਰ what was then the ultimate goal ਉਹਨਾਂ ਦੇ ਮੇਨ ਗੋਲ ਤੱਕ ਪਹੁੰਚਣ ਦੀ ਉਹਨਾਂ ਨੇ ਹੈਲਪ ਕੀਤੀ ਜੀ ਤੇ ਉਹ ਗੋਲ ਕਿਹੜਾ ਸੀਗਾ ਜੀ the distance of the sun okay distance of the earth from the sun ਤੇ ਜਿਹੜਾ ਇਹ distance ਸੀਗਾ ਜੀ ਇਹਨੂੰ ਉਹ ਕੀ ਕਹਿੰਦੇ ਆ ਜੀ ਇਹਨੂੰ ਐਸਟ੍ਰੋਨੋਮਿਕਲ ਯੂਨਿਟ ਕਹਿੰਦੇ ਆ ਤਾਂ ਜਿਹੜਾ ਹੈਲੇ ਸੀਗਾ ਜੀ ਹੈਲੇ ਨੇ ਮਰਕਰੀ ਨੂੰ ਦੇਖਿਆ ਡਿਫਰੈਂਟ ਚੀਜ਼ਾਂ ਤੋਂ ਇਹਦੀ ਲੋਕੇਸ਼ਨ ਨੋਟ ਕੀਤੀ ਬਾਅਦ ਚ ਜਿਹੜੀ ਟੀਮ ਸੀਗੀ ਇਹਦੇ ਨਾਲ ਸੀਗੀ ਇਹਨਾਂ ਸਾਰਿਆਂ ਨੇ ਰਲ ਕੇ ਕੀ ਕੀਤਾ ਜੀ ਇੱਕ ਕੋਨ ਨੂੰ ਫਾਈਂਡ ਕੀਤਾ ਐਂਗਲ ਨੂੰ ਫਾਈਂਡ ਕੀਤਾ ਤੇ ਜਿਹੜਾ ਇਹਨਾਂ ਦਾ ਰੀਅਲ ਗੋਲ ਸੀਗਾ ਜੀ ਅਲਟੀਮੇਟ ਗੋਲ ਤੇ ਉੱਥੋਂ ਤੱਕ ਘਰੇ ਪਹੁੰਚ ਗਏ ਗੋਲ ਕਿਹੜਾ ਸੀਗਾ ਜੀ ਡਿਸਟੈਂਸ ਫਰੋਮ ਜਾਨੀ ਕਿ ਅਰਥ ਫਰੋਮ ਦਾ ਸਨ ਕਿ ਧਰਤੀ ਤੋਂ ਸੂਰਜ ਦਾ ਜਿਹੜਾ ਫਾਸਲਾ ਸੀਗਾ ਜੀ ਤਾਂ ਹੁਣ ਜਾ ਕੇ ਆਪਾਂ ਮੈਚ ਕਰਦੇ ਹਾਂ ਜੀ ਹੁਣ ਜਾ ਕੇ ਆਪਾਂ ਮੈਚ ਕਰਦੇ ਹਾਂ ਕਿ ਕੀ ਆਪਣਾ ਹੋ ਸਕਦਾ ਜੀ ਹਾਂਜੀ ਤਾਂ ਧਿਆਨ ਨਾਲ ਦੇਖੀਏ ਜੀ ਕਹਿੰਦੇ ਜੀ ਹੀ ਕੈਲਕੂਲੇਟਡ ਦਾ ਡਿਸਟੈਂਸ ਆਫ ਦਾ ਸਨ ਫਰੋਮ ਅਰਥ ਕਹਿੰਦੇ ਉਹਨੇ ਜੀ ਡਿਸਟੈਂਸ ਨੋਟ ਕੀਤਾ ਸਨ ਦਾ ਕਹਿੰਦੇ ਧਰਤੀ ਤੋਂ ਬੇਸਡ ਔਨ ਕਾਹਦੇ ਤੇ ਬੇਸ ਜੀ ਜਿਹੜੀ ਆਬਜ਼ਰਵੇਸ਼ਨ ਸੀਗੀ ਵੀਨਸ ਦੀ ਤੁਸੀਂ ਮੈਨੂੰ ਧਿਆਨ ਨਾਲ ਦੱਸੋ ਜੀ ਕਿ ਵੀਨਸ ਦੀ ਆਬਜ਼ਰਵੇਸ਼ਨ ਹੈਲੇ ਕਰ ਸਕਿਆ ਸੀਗਾ ਜੀ ਹਲੇ ਤੱਕ ਲਿਖਿਆ ਕਿ ਉਹਨੇ ਯਾਨੀ ਕਿ ਵੀਨਸ ਦੀ ਆਬਜ਼ਰਵੇਸ਼ਨ ਕੀਤੀ ਆ ਯਾਨੀ ਕਿ ਉਹਨੇ ਤਾਂ ਦੇਖਿਆ ਹੀ ਮਰਕਰੀ ਸੀਗਾ ਜੀ ਵੀਨਸ ਕਿੱਥੋਂ ਦੇਖਿਆ ਉਹਨੇ ਦੱਸਿਓ ਮੈਨੂੰ ਜੀ ਪਹਿਲਾਂ ਹੋ ਸਕਦਾ ਜੀ ਪਹਿਲਾਂ ਤਾਂ ਹੈ ਹੀ ਨਹੀਂ ਨਾ ਉਹਨੇ ਵੀਨਸ ਤਾਂ ਦੇਖਿਆ ਹੀ ਨਹੀਂ ਜੀ ਦੂਸਰਾ ਕੀ ਕਿਹਾ ਕਹਿੰਦੇ ਜੀ ਉਹਨੇ ਅੰਡਰਸਟੂਡ ਕਰ ਲਈ ਸੀਗੀ ਡਿਸਟੈਂਸ ਜਿਹੜਾ ਸੀਗਾ ਕਹਿੰਦੇ ਦਾ ਜੀ ਸਨ ਦਾ ਕਹਿੰਦੇ ਤੋਂ ਅਰਥ ਤੋਂ ਕੁਡ ਬੀ ਵਰਕਡ ਆਊਟ ਕਿਵੇਂ ਜੀ ਬਾਏ ਕੰਪੇਅਰਿੰਗ ਟ੍ਰਾਂਜ਼ਿਟ ਨੂੰ ਕੰਪੇਅਰ ਕਰਕੇ ਗਤੀ ਨੂੰ ਕੰਪੇਅਰ ਕਰਕੇ ਧਿਆਨ ਨਾਲ ਦੇਖੋ ਮਰਕਰੀ ਨੂੰ ਉਹਨਾਂ ਨੇ ਦੋਵਾਂ ਜਗ੍ਹਾ ਤੋਂ ਦੇਖਿਆ ਦੋਵਾਂ ਜਗ੍ਹਾ ਤੋਂ ਉਹਨਾਂ ਨੇ ਕੰਪੇਅਰ ਕਰਕੇ ਇੱਕ ਕੀ ਫਾਈਂਡ ਕਰ ਲਿਆ ਜੀ ਜਿਹੜਾ ਉਹਨਾਂ ਦਾ ਐਂਗਲ ਸੀਗਾ ਉਹ ਫਾਈਂਡ ਕਰ ਲਿਆ ਉਹਦੇ ਤੋਂ ਉਹਨਾਂ ਨੇ ਦੂਰੀ ਪਤਾ ਕਰ ਲਈ ਤਾਂ ਕਿਹੜਾ ਮੈਚ ਹੋ ਰਿਹਾ ਪੰਜਵਾਂ ਕਿ ਛੇਵਾਂ 6th ਕਿਹੜਾ ਮੈਚ ਹੋ ਰਿਹਾ ਦੋਨਾਂ ਚ
6 ਛੇ ਨੰਬਰ minute। ਵਾਲਾ ਮੈਚ ਹੋ ਰਿਹਾ ਜੀ, ਕਿਉਂਕਿ ਇਹਦੇ ਵਿੱਚ ਜਿਹੜੀ ਚੀਜ਼ ਨੇ ਪੰਗਾ ਪਾਇਆ ਉਹ ਆ 3 ਵਰਡਸ ਨੇ ਜੀ, ਕਿਉਂਕਿ ਹੈਲੇ ਨੇ ਤਾਂ ਇਹਦੀ ਆਬਜ਼ਰਵੇਸ਼ਨ ਹੀ ਨਹੀਂ ਦੇਖੀ ਜੀ ਵੀਨਸ ਦੀ, ਉਹਨੇ ਤਾਂ ਮਰਕਰੀ ਦੇਖਿਆ ਵਾ ਨਾ, ਤੇ ਮਰਕਰੀ ਉਹਨੇ ਡਿਫਰੈਂਟ ਲੈਟੀਟਿਊਡ ਤੋਂ ਦੇਖਿਆ ਜੀ, ਡਿਫਰੈਂਟ ਲੈਟੀਟਿਊਡ ਤੋਂ ਦੇਖਣ ਤੋਂ ਬਾਅਦ ਉਹਨੇ ਐਂਗਲ ਪਤਾ ਕਰ ਲਿਆ ਉਹਦੀ ਟ੍ਰਾਂਜ਼ਿਟ ਦੇ ਨਾਲ, ਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ, ਇਹਦਾ ਮਤਲਬ ਐਡਮੰਡ ਹੈਲੇ ਕਿਹਦਾ ਜੀ, 6ਵੇਂ ਨੰਬਰ ਵਾਲੇ ਦਾ ਵਾ ਜੀ। ਹਾਂਜੀ ਜੀ, ਨੈਕਸਟ ਚੱਲਦੇ ਆ ਜੀ, ਧਿਆਨ ਨਾਲ ਦੇਖਿਓ। ਸਰ ਲਾਸਟ ਦੀ ਟਰੂ ਹਾਂਜੀ, ਕੀ ਕਹਿ ਰਹੇ ਹੋ ਜੀ ਲਾਸਟ ਉੱਪਰ ਟਰੂ ਕੀ ਟਰੂ ਫਾਲਸ ਮੈਨੂੰ ਉਹਦੀ ਕਨਫਿਊਜ਼ਨ, ਉਹ ਦੁਬਾਰਾ ਐਕਸਪਲੇਨ ਕਰ ਲੈਣੇ ਡੋਂਟ ਹਾਂਜੀ। ਵਰੀ, ਪਹਿਲਾਂ ਰਾਈਟਰ ਦਾ ਨਾਮ ਕਰਦੇ ਬਾਅਦ ਯੈਸ ਚੋਂ ਸਰ। ਹਾਂਜੀ ਦੇਖਿਓ ਜੀ ਕੀ ਕਿਹਾ ਉਹਨਾਂ ਨੇ ਆਪਾਂ ਨੂੰ, ਹੁਣ ਆਪਾਂ ਚੱਲਦੇ ਆਂ ਜੀ ਇੱਥੇ। ਹਾਂਜੀ, ਤਾਂ ਆਪਣਾ ਦੂਜੇ ਨੰਬਰ ਤੇ ਜਿਹੜਾ ਨਾਮ ਆਉਂਦਾ ਲੀ ਜੈਂਟਲ ਵਾਲਾ ਵੀ ਹੋ ਗਿਆ ਇੱਥੇ ਜੀ ਆਪਣਾ, ਤੇ ਇੱਥੇ ਆਪਣਾ ਹੁਣ ਰਹਿ ਗਿਆ ਜੀ, ਹਾਂਜੀ ਜੋਹਨ ਰਹਿ ਗਿਆ ਜੀ ਆਪਣਾ, ਧਿਆਨ ਨਾਲ ਦੇਖਿਓ ਜੋਹਨ, ਤਾਂ ਆਪਾਂ ਜੋਹਨ ਵਾਲਾ ਦੇਖਦੇ ਹਾਂ ਜੀ ਇੱਕ ਵਾਰੀ ਕਿ ਇਹ ਕਿਹੜਾ ਵਾ ਜੀ ਆਪਣਾ। ਹਾਂਜੀ, ਜੋਹਨ ਨੇ ਕੀ ਕਿਹਾ ਜੀ, ਹਾਂਜੀ ਤਾਂ ਧਿਆਨ ਨਾਲ ਦੇਖਿਓ ਜੀ, ਇਹਨਾਂ ਨੇ ਆਪਾਂ ਨੂੰ ਕਿਹਾ ਕਿ ਬਸ ਜਿਹੜੇ ਐਸਟਰੋਨੋਮਰ ਸੀਗੇ ਲੇਬਰਡ ਹਾਰਡ ਟੂ ਐਨਾਲਾਈਜ਼ ਦਾ ਰਿਜ਼ਲਟ ਆਫ ਥੀਸ ਐਕਸਪੈਡੀਸ਼ਨਸ ਟੂ observe, ਉਹ ਕਹਿੰਦੇ ਕਿ ਵੀਨਸ ਟ੍ਰਾਂਜ਼ਿਟ, ਜਿਹੜੇ ਐਸਟਰੋਨੋਮਰ ਸੀਗੇ ਉਹਨਾਂ ਨੇ ਬੜੀ ਮਿਹਨਤ ਕੀਤੀ ਜੀ ਪਤਾ ਲਾਉਣ ਦੀ, ਕਿਹਦੇ ਜਿਹੜੀਆਂ ਵੀ ਉਹਨਾਂ ਨੇ ਜਰਨੀਜ਼ ਵਗੈਰਾ ਕੀਤੀਆਂ ਸੀਗੀਆਂ ਉਹਨਾਂ ਦੇ ਰਿਜ਼ਲਟ ਵਗੈਰਾ ਪਤਾ ਲਾਉਣ ਦੀ, ਕਾਹਦੇ ਵਾਸਤੇ, ਵੀਨਸ ਦੀ ਟ੍ਰਾਂਜ਼ਿਟ ਨੂੰ ਦੇਖਣ ਵਾਸਤੇ। ਜੋਹਨ ਜਿਹੜਾ ਸੀਗਾ ਡਾਇਰੈਕਟਰ ਸੀ ਜਿਹੜਾ, ਫਾਈਨਲੀ ਡੈਟਰਮਾਈਂਡ, ਕਹਿੰਦੇ ਨੇ ਫਾਈਨਲੀ ਇੱਕ ਵੈਲਿਊ ਪਤਾ ਕਰ ਲਈ ਜੀ, ਵੈਲਿਊ ਕਿਹਦੀ, ਜਿਹੜੀ ਇਹ ਚੀਜ਼ ਸੀਗੀ ਬੇਸਡ ਔਨ ਦਿਸ ਪੈਰਾਲੈਕਸ, ਯਾਨੀ ਕਿ ਮੈਜ਼ਰਮੈਂਟ, ਜਿਹੜੀ ਕਿ ਬੇਸ ਕੀਤੇ ਸੀਗੀ ਪੈਰਾਲੈਕਸ ਮੈਜ਼ਰਮੈਂਟ ਤੇ ਸੀਗੀ ਜੀ। ਚਲੋ ਜਾ ਕੇ ਮੈਚ ਕਰਦੇ ਜੀ ਆਪਣਾ, ਵੈਸੇ ਇੱਕ ਨਾਮ ਹੋਰ ਰਹਿੰਦਾ ਮੇਰੇ ਹਿਸਾਬ ਨਾਲ, ਇੱਕ ਤਾਂ ਆਪਣੇ ਇੱਥੇ ਲੀ ਜੈਂਟਲ ਹੋ ਗਿਆ ਜੀ, ਇਧਰਲੇ ਪੇਜ ਤੇ ਆਪਣਾ ਹਾਂ ਉਹ ਕਹਿੰਦੇ ਕਿ ਜੋਨਸ ਕੈਪਲਰ ਲੈਂਦਾ ਜੀ ਆਪਣਾ, ਜੋਨਸ ਕੈਪਲਰ। ਚਲੋ ਜੀ ਆਪਾਂ ਹੁਣ ਜਾ ਕੇ ਦੇਖਦੇ ਹਾਂ ਜੀ, ਹੁਣ ਤੱਕ ਆਪਾਂ ਜਾ ਕੇ ਦੇਖਦੇ ਆਪਾਂ ਜਿਹੜਾ ਸ਼ੁਰੂ ਕੀਤਾ ਸੀਗਾ ਜੀ। ਅੱਛਾ ਪਹਿਲੇ ਵਿੱਚ ਕਹਿੰਦੇ ਜੀ ਉਹਨੇ ਕਹਿੰਦੇ ਕੈਲਕੂਲੇਟ ਕਰ ਲਿਆ ਸੀਗਾ ਜੀ ਡਿਸਟੈਂਸ ਸਨ ਤੋਂ, ਕਹਿੰਦਾ ਜੀ ਅਰਥ ਦਾ ਪਤਾ ਕਰ ਲਿਆ ਸੀਗਾ ਬੇਸਡ ਔਨ ਕਹਿੰਦੇ ਤੇ ਜੀ ਜਿਹੜੀਆਂ ਵੀਨਸ ਦੀਆਂ ਆਬਜ਼ਰਵੇਸ਼ਨ ਸੀਗੀਆਂ ਵਿਦ ਏ ਫੇਅਰ ਡਿਗਰੀ ਆਫ ਐਕੂਰੇਸੀ। ਫੇਅਰ ਡਿਗਰੀ ਆਫ ਐਕੂਰੇਸੀ ਦਾ ਮਤਲਬ ਉਹ ਜਿਹੜਾ ਨੰਬਰ ਸੀਗਾ ਜੀ ਉਹਦੇ ਤੱਕ ਕਲੋਜ਼ ਪਹੁੰਚ ਗਿਆ ਸੀਗਾ ਮਾੜਾ ਜਿਹਾ, ਯਾਨੀ ਕਿ ਪਹਿਲਾਂ ਵਾਲਿਆਂ ਨੇ ਵੀ ਆਬਜ਼ਰਵੇਸ਼ਨ ਤਾਂ ਕੀਤੀਆਂ ਸੀ ਪਰ ਜਿਹੜਾ ਇਹ ਪਰਸਨ ਸੀਗਾ ਜੀ ਉਹ ਥੋੜਾ ਜਿਹਾ ਹੋਰ ਕਲੋਜ਼ ਪਹੁੰਚ ਗਿਆ ਸੀਗਾ ਜੀ। ਚਲੋ ਜੀ ਆਪਾਂ ਜਾ ਕੇ ਦੇਖਦੇ ਹਾਂ, ਇੱਕ ਵਾਰੀ ਫੇਰ ਪੜ੍ਹਦੇ ਹਾਂ, ਤੁਸੀਂ ਮੈਨੂੰ ਦੱਸੋ ਕਿ ਹੋਰ ਕਲੋਜ਼ ਪਹੁੰਚਿਆ ਸੀਗਾ ਜੀ, ਵੈਰੀਫਾਈ ਕਰਨ ਚੱਲਦੇ ਹਾਂ ਇੱਕ ਵਾਰੀ। ਜੋਨਸ ਕੈਪਲਰ ਜਿਹੜਾ ਦੂਜੇ ਪੇਜ ਤੇ ਆਪਣਾ ਜੋਹਨ, ਆ ਦੇਖਿਓ ਜੋਹਨ ਨੇ ਕੀ ਕੀਤਾ, ਜਿਹੜਾ ਫਰੈਂਚ ਸੀਗਾ ਇਹਨੇ ਕਹਿੰਦੇ ਫਾਈਨਲੀ ਇੱਕ ਵੈਲਿਊ ਪਤਾ ਕੀਤੀ ਜੀ ਇਹਦੀ, ਅੱਗੇ ਲਿਖਿਆ ਕਿ ਜਿਹੜੀ ਆ ਦਿੱਤੇ ਹੋਏ ਆ ਕਿਲੋਮੀਟਰ, ਕਹਿੰਦੇ ਰੀਜ਼ਨੇਬਲੀ, ਕਹਿੰਦੇ ਸਹੀ ਹੈ ਜੀ ਫॉर ਦਾ ਟਾਈਮ, ਦਿਸ ਇਜ਼ ਕੁਆਇਟ ਕਲੋਜ਼ ਟੂ ਟੂਡੇਸ ਵੈਲਿਊ ਆਫ, ਟੂਡੇ ਵੈਲਿਊ ਇੰਨੀ ਹੈ ਜੀ, ਯਾਨੀ ਕਿ ਇਹਨੇ ਇੱਕ ਹੋਰ ਵੈਲਿਊ ਪਤਾ ਕਰ ਲਈ ਜਿਹੜੀ ਹੋਰ ਕਲੋਜ਼ ਸੀ, ਡੈਟਰਮਾਈਂਡ ਬਾਈ ਰਡਾਰ। ਤੇ ਹੁਣ ਤੁਸੀਂ ਮੈਨੂੰ ਜਾ ਕੇ ਦੱਸੋ ਜੀ ਕਿ ਉਹਨਾਂ ਵਿੱਚੋਂ ਕਿਹੜਾ ਮੈਚ ਹੁੰਦਾ ਜੀ ਤੁਹਾਡੀਆਂ ਦਿੱਤੀਆਂ ਗਈਆਂ ਹੈਡਿੰਗਸ ਦੇ ਵਿੱਚੋਂ। ਇੱਕ ਤੁਹਾਡਾ ਰਹਿ ਗਿਆ ਜੀ 5ਵੇਂ ਨੰਬਰ ਵਾਲਾ, ਇੱਕ 7ਵੇਂ ਵਾਲਾ। 7ਵੇਂ ਚ ਕੀ ਕੀਤਾ ਕਹਿੰਦੇ ਜੀ ਉਹਨੇ ਕਹਿੰਦੇ ਰਿਅਲਾਈਜ਼ ਕੀਤਾ ਕਿ ਜਿਹੜਾ ਟਾਈਮ ਟੇਕਨ ਹੁੰਦਾ ਵਾ ਇੱਕ ਪਲੈਨਟ ਦੇ ਦੁਆਰਾ, ਹਾਂਜੀ ਗੋ ਰਾਉਂਡ ਦਾ ਸਨ, ਉਹ ਡਿਪੈਂਡ ਕਰਦਾ ਹੁੰਦਾ ਉਹਦੇ ਡਿਸਟੈਂਸ ਫਰੋਮ ਦਾ ਸਨ। ਇਹਦੇ ਵਿੱਚ ਕਹਿੰਦੇ ਜਿਹੜੇ ਕੈਲਕੂਲੇਟ ਕਰ ਲਿਆ ਸੀ ਡਿਸਟੈਂਸ ਸਨ ਦਾ, ਕਹਿੰਦੇ ਤੋਂ ਜੀ ਅਰਥ ਤੋਂ ਬੇਸਡ ਔਨ ਆਬਜ਼ਰਵੇਸ਼ਨ ਆਫ ਵੀਨਸ ਵਿਦ ਅ ਫੇਅਰ ਡਿਗਰੀ ਐਕੂਰੇਸੀ, ਉਹਦੇ ਵਾਲਾ ਜਿਹੜਾ ਨੰਬਰ ਸੀਗਾ ਉਹ ਜ਼ਿਆਦਾ ਐਕੂਰੇਟ ਸੀਗਾ, ਕਲੋਜ਼ ਹੋ ਗਿਆ ਸੀਗਾ। ਤਾਂ ਮੈਨੂੰ ਦੱਸੋ ਜਿਹੜਾ ਆਪਾਂ ਹੁਣੀ ਰਾਈਟਰ ਪੜ੍ਹ ਕੇ ਆਏ ਆ ਕੀ ਉਹਨੇ ਕੋਈ ਵੈਲਿਊ ਵਗੈਰਾ ਕੋਈ ਚੀਜ਼ ਪਤਾ ਕੀਤੀ ਹੈ ਜੀ, ਹਾਂਜੀ ਕੋਈ ਸਰ। ਨਵੀਂ ਵੈਲਿਊ? ਯੈਸ ਸਰ, ਡੀ। ਬਿਲਕੁਲ ਜੀ, ਤਾਂ ਆਪਣਾ ਫਿਰ ਆ ਕੀ ਆ ਗਿਆ ਜੀ ਡੀ। ਹੁਣ 7th ਨੰਬਰ ਲੱਭਣ ਦੀ ਲੋੜ ਹੈ ਕਿ ਜਿਹੜਾ ਬਚਿਆ ਵਾ ਆਪਣਾ ਬਚ ਗਿਆ, ਵੈਸੇ ਹੀ ਲੱਗ ਗਿਆ। ਇਹ ਆਪਣਾ ਬੀ ਹੁੰਦਾ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਯੈਸ ਸਰ। ਹਾਂਜੀ ਠੀਕ ਹੈ ਜੀ। ਤੁਸੀਂ 6 ਵਾਲਾ ਥੋੜਾ ਕਨਫਿਊਜ਼ਨ ਜਿਹਾ ਲੱਗਦਾ ਸੀ। ਇਸ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਜੀ, ਕਹਿੰਦੇ ਉਹਨੇ ਕਹਿੰਦੇ ਕਿ ਨਵੀਂ ਵੈਲਿਊ ਇਹਦੀ ਪਤਾ ਕਰ ਲਈ ਸੀ। ਜੇ ਤੁਸੀਂ ਆਹ ਵਾਲੀ ਚੀਜ਼ ਧਿਆਨ ਨਾਲ ਦੇਖੋ ਤਾਂ ਇਹ ਸਨ ਦਾ ਕਹਿੰਦੇ ਤੋਂ ਧਰਤੀ ਤੋਂ ਡਿਸਟੈਂਸ ਹੁੰਦਾ ਸੀਗਾ ਜਿਹੜਾ ਹੈਲੇ ਉਹਨਾਂ ਨੇ ਪਤਾ ਕੀਤਾ ਸੀਗਾ, ਤੇ ਬੰਦੇ ਨੇ ਇਹਦੀ ਇੱਕ ਨਵੀਂ ਵੈਲਿਊ ਪਤਾ ਕਰ ਲਈ ਸੀ, ਇੱਕ ਨਵੀਂ ਫਿਗਰ ਪਤਾ ਕਰ ਲਈ ਸੀ ਜਿਹੜੀ ਜ਼ਿਆਦਾ ਕਲੋਜ਼ ਸੀਗੀ ਜੀ। ਤੇ ਇਹਨਾਂ ਨੇ ਲਿਖਿਆ ਪਿਆ ਜੀ, ਕਹਿੰਦੇ ਉਹ ਕੈਲਕੂਲੇਟਡ ਕੀਤਾ ਉਹਨੇ ਡਿਸਟੈਂਸ ਕਿਹਦਾ ਜੀ, ਸਨ ਦਾ ਅਰਥ ਉੱਪਰੋਂ ਜੀ, ਜਿਹੜਾ ਕਿ ਬੇਸਡ ਔਨ ਸੀਗਾ ਵੈਨਸ ਦੀਆਂ
ਜੋ ਵੈਨਸ ਦੀ ਆਬਜ਼ਰਵੇਸ਼ਨ ਸੀਗੀ ਵਿਦ ਦ ਫੇਅਰ ਡਿਗਰੀ ਐਕੂਰੇਸੀ। ਫੇਅਰ ਡਿਗਰੀ ਐਕੂਰੇਸੀ ਕਿਹੜੀ ਹੈ? ਜਿਹੜੀ ਨੰਬਰਿੰਗ ਉਹਨਾਂ ਦੀ ਉੱਥੇ ਦਿੱਤੀ ਪਈ ਹੈ ਜੀ। ਆਹ ਜੀ ਲੱਗ ਗਿਆ ਪਤਾ, ਵੀਨਸ ਦੀਆਂ ਗੱਲਾਂ ਹੋਈ ਜਾਂਦੀਆਂ ਜੀ, ਵੀਨਸ ਤੋਂ ਹੀ ਉਹਨਾਂ ਨੇ ਪਤਾ ਲਾਇਆ ਸੀ ਇਹਦਾ। ਲੱਗ ਗਿਆ ਪਤਾ ਜੀ ਹੁਣ? ਸਰ 6 ਵਾਲਾ ਕੁਝ ਕੰਪੇਅਰ ਕਿੱਥੇ ਕੀਤਾ ਆ ਉਹ, ਇਹ ਤਾਂ ਪਤਾ ਲੱਗ ਗਿਆ ਸੀ। ਕਿਹੜਾ ਜੀ? ਤੁਸੀਂ ਕਿਹਾ 6 ਵਾਲਾ? ਹਾਂਜੀ ਹਾਂਜੀ 6 ਨੰਬਰ ਵਾਲਾ, 1 ਸੈਕਿੰਡ ਜੀ। ਓਕੇ, ਤੁਸੀਂ ਇਹ 6 ਵਾਲਾ ਕਹਿ ਰਹੇ ਹੋ ਜੀ। ਧਿਆਨ ਨਾਲ ਦੇਖਿਓ ਜੀ, ਉਹਨੇ ਮਰਕਰੀ ਨੂੰ ਯਾਨੀ ਕਿ ਵੱਖੋ ਵੱਖਰੀ ਹਾਈਟ ਤੋਂ ਨਹੀਂ ਦੇਖਿਆ, ਲੈਟੀਟਿਊਡ ਤੋਂ, ਇੱਕ ਤੋਂ ਹੋਰ ਜਗ੍ਹਾ ਇੱਕ ਤੋਂ ਹੋਰ ਜਗ੍ਹਾ, ਬਟ ਦੋਨਾਂ ਤੋਂ ਹੀ ਇੱਕ ਚੀਜ਼ ਫਾਈਂਡ ਕੀਤੀ ਉਹਨੇ। ਕੋਣ? ਤੇ ਉਹ ਜਿਹੜੀਆਂ ਟ੍ਰਾਂਜ਼ਿਟਾਂ ਮਰਕਰੀ ਦੀਆਂ, ਜਦੋਂ ਉਹ ਹੋਰ ਜਗ੍ਹਾ ਤੇ ਜਾਂਦਾ ਸੀਗਾ ਤਾਂ ਹੋਰ ਲੈਟੀਟਿਊਡ ਤੋਂ ਦੇਖਦੇ ਸੀਗੇ, ਹੋਰ ਤੇ ਜਾਂਦਾ ਸੀ ਤਾਂ ਹੋਰ ਲੈਟੀਟਿਊਡ ਤੋਂ ਦੇਖਦੇ ਸੀ। ਤਾਂ ਕੀ ਕਰ ਰਹੇ ਸੀਗੇ ਜੀ? ਕੰਪੇਅਰ ਕਰ ਰਹੇ ਸੀ ਉਹਨੂੰ ਡਿਫਰੈਂਟ ਲੈਟੀਟਿਊਡ। ਕਲੀਅਰ ਹੈ ਜੀ ਇਹ ਚੀਜ਼? ਹਾਂਜੀ ਹਾਂਜੀ। ਤਾਂ ਨੈਕਸਟ ਦੇਖਿਓ ਜੀ, ਹੁਣ ਧਿਆਨ ਨਾਲ ਕੀ ਕਹਿੰਦੇ ਹੋ। ਤਾਂ ਹੁਣ ਆਪਣੇ ਕੋਲ ਕੀ ਹੋ ਗਿਆ ਜੀ? ਟਰੂ ਫਾਲਸ ਵੀ ਡਨ ਹੋ ਗਏ ਆਪਣੇ ਜੀ, ਤੇ ਉਧਰੋਂ ਆਪਣੇ ਰਾਈਟਰ ਦੇ ਨੇਮ ਵੀ ਸਾਰੇ ਡਨ ਹੋ ਗਏ। ਹੁਣ ਆਪਣੇ ਕੋਲ ਇਹ ਚੀਜ਼ਾਂ ਬਚਦੀਆਂ ਜੀ ਆ ਕੇ। ਹੁਣ ਆਪਣੇ ਕੋਲ ਇਹ ਚੀਜ਼ਾਂ ਬਚਦੀਆਂ, ਤਾਂ ਦੇਖੋ ਇਹ ਚੀਜ਼ਾਂ ਲਈ ਆਪਾਂ ਨੂੰ ਪਹਿਲਾਂ ਕਿਹੜੇ ਪੈਰਿਆਂ ਕੋਲ ਜਾਵਾਂਗੇ ਜਿਨ੍ਹਾਂ ਨਾਲ ਆਪਾਂ ਫੈਮਿਲੀਅਰ ਹੁੰਨੇ ਆ, ਤੇ ਜਿਹੜੇ ਪੈਰੇ ਛੋਟੇ ਹੁੰਦੇ ਆ ਜੀ, ਕਿਉਂਕਿ ਛੋਟੇ ਪੈਰੇ ਜਿਹੜੇ ਹੁੰਦੇ ਉਹ ਛੇਤੀ ਆਨਸਰ ਦਿੰਦੇ ਆਪਾਂ ਨੂੰ। ਤਾਂ ਚਲੋ ਜੀ ਜਾ ਕੇ ਦੇਖਦੇ ਆ। ਹਾਂਜੀ, ਤਾਂ ਦੇਖੋ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਜੀ ਕਰਨਾ ਚਾਹੀਦਾ ਜੀ। ਸਮਾਰਟ ਸਟੂਡੈਂਟ ਹੁੰਦਾ ਹੀ ਉਹ ਆ ਜਿਹੜਾ ਸੌਖੇ ਕੰਮ ਨੂੰ ਪਹਿਲਾਂ ਕਰੇ ਜੀ। ਕਿਉਂ ਕਹਿ ਰਿਹਾ ਏਦਾਂ? ਜਿਹੜਾ ਕੰਮ ਛੇਤੀ ਆਨਸਰ ਦੇ ਸਕਦਾ, ਜੇ ਤਾਂ ਉਹ ਤੁਸੀਂ ਕਰੋਗੇ, ਤੁਹਾਡਾ ਟਾਈਮ ਸੇਵ ਹੀ ਸੇਵ ਹੋਊਗਾ ਜੀ। ਜਦੋਂ ਮੇਰੇ ਤੋਂ ਕਈ ਵਾਰੀ ਬੱਚੇ ਪੁੱਛਦੇ ਹੁੰਦੇ ਕਿ ਤੁਹਾਡਾ ਟਾਈਮ ਨਹੀਂ ਮੈਨੇਜ ਹੁੰਦਾ, ਤਾਂ ਤੁਹਾਡੀ ਪਹਿਲੇ ਨੰਬਰ ਤੇ ਇੱਕ ਸਿੰਗਲ ਗਲਤੀ ਹੁੰਦੀ ਆ, ਰੋਂਗ ਅਪਰੋਚ ਫੋਲੋ ਕਰਦੇ ਹੋ ਕੁਐਸਚਨ ਨੂੰ ਸੋਲਵ ਕਰਨ ਦੀ, ਟਾਈਪ ਨੂੰ ਰੋਂਗ ਚੂਜ਼ ਕਰਦੇ ਹੋ। ਮੈਂ ਕਹਿੰਦਾ ਉਹਨਾਂ ਕੁਐਸਚਨ ਦੇ ਵਿੱਚੋਂ ਵੀ ਕੁਐਸਚਨ ਸੌਖਾ ਲੱਭਿਆ ਕਰੋ ਜੀ। ਜੇ ਹੈਡਿੰਗ ਆ, ਹੈਡਿੰਗ ਦੇ ਵਿੱਚੋਂ ਵੀ ਸੌਖੀਆਂ ਲੱਭੋ। ਡਿਫੀਕਲਟ ਕਿਉਂ ਕਰ ਰਹੇ ਹੋ? ਛੱਡੋ ਉਹਨਾਂ ਨੂੰ, ਬਾਅਦ ਚੋਂ ਹੋਣਗੀਆਂ। ਤਾਂ ਜੀ ਦੇਖਿਓ ਜੀ ਧਿਆਨ ਨਾਲ ਕੀ ਕਹਿੰਦੇ ਹੋ। ਜੂਨ 2004 ਦੀ ਜਿਹੜੀ ਟ੍ਰਾਂਜ਼ਿਟ ਸੀਗੀ, ਜਿਹੜੀ ਵੀਨਸ ਦੀ, ਵਾਸ ਦਸ ਮੋਰ ਆਫ ਦਾ ਐਸਟ੍ਰੋਨੋਮਿਕਲ ਯਾਨੀ ਕਿ ਸਪੈਕੂਲੇਟ ਦੈਨ ਏ ਸਾਇੰਟੀਫਿਕਲੀ ਇੰਪੋਰਟੈਂਟ ਇਵੈਂਟ। ਬਟ ਕਹਿੰਦੇ ਜੀ ਸੱਚ ਟ੍ਰਾਂਜ਼ਿਟ ਜਿਹੜੀ ਹੈਗੀ ਆ, ਹੈਵ ਪੇਵਡ ਦਾ ਵੇ, ਉਹ ਰਾਸਤਾ ਬਣਾ ਚੁੱਕੀ ਹੈ ਜੀ। ਕਹਿੰਦੇ ਫॉर ਵਟ ਮਾਈਟ ਪ੍ਰੂਵ, ਜੋ ਕਿ ਪ੍ਰੂਵ ਹੋ ਸਕਦਾ ਵਾ ਹੁਣ, ਟੂ ਬੀ ਦਾ ਮਤਲਬ ਫਿਊਚਰ ਦੀ ਗੱਲ ਕਰ ਰਹੇ ਆ, ਟੂ ਬੀ ਵਨ ਆਫ ਦਾ ਮੋਸਟ ਵਾਈਟਲ ਬ੍ਰੇਕ ਥਰੂ। ਬਹੁਤ ਵੱਡੀ ਬ੍ਰੇਕ ਥਰੂ ਦਾ ਮਤਲਬ ਹੁੰਦਾ ਬਹੁਤ ਵੱਡੀ ਡਿਸਕਵਰੀ, ਬਹੁਤ ਵੱਡਾ ਕੰਮ। ਕਿਹਦੇ ਵਿੱਚ ਜੀ? ਕੋਸਮੋਸ ਦੇ ਵਿੱਚ। ਤਾਂ ਧਿਆਨ ਨਾਲ ਦੇਖਿਓ ਜੀ, ਕਹਿੰਦੇ 2004 ਦੇ ਵਿੱਚ ਜਿਹੜੀ ਟ੍ਰਾਂਜ਼ਿਟ ਹੋਈ ਸੀਗੀ ਵੀਨਸ ਦੀ ਜੀ, ਕਹਿੰਦੇ ਇਹਦੇ ਨਾਲ ਕੀ ਹੋਇਆ? ਕਹਿੰਦੇ ਇਹਨੇ ਇੱਕ ਰਾਸਤਾ ਖੋਲਤਾ। ਕਹਿੰਦੇ ਜੀ, ਕਹਿੰਦੇ ਵਟ ਮਾਈਟ ਪ੍ਰੂਵ ਟੂ ਵਨ ਆਫ ਦਾ ਮੋਸਟ ਵਾਈਟਲ ਬ੍ਰੇਕ ਥਰੂ, ਜਿਹੜਾ ਕਿ ਹੁਣ ਫਿਊਚਰ ਦੇ ਵਿੱਚ ਸਭ ਤੋਂ ਵੱਡੀ ਇੱਕ ਡਿਸਕਵਰੀ ਹੋ ਸਕਦਾ, ਸਭ ਤੋਂ ਚੁਕਾ ਦੇਣ ਵਾਲੀ ਗੱਲ ਹੋ ਸਕਦਾ, ਦਾ ਹੈਲਪਫੁਲ ਚੀਜ਼ ਹੋ ਸਕਦਾ। ਕਿਹਦੇ ਵਿੱਚ ਜੀ? ਕੋਸਮਸ ਦੇ ਵਿੱਚ। ਤਾਂ ਮੈਨੂੰ ਹੁਣ ਆ ਪੜ੍ਹ ਕੇ ਦੱਸੋ ਜੀ, ਹੈਡਿੰਗਸ ਤੁਹਾਡੀਆਂ ਕਿਹੜੀਆਂ ਸਕਦੀਆਂ? ਡਿਫਰੈਂਟ ਵੇਜ਼, ਪੈਰਾਲੈਕਸ ਮੈਥਡ, ਹਾਂਜੀ ਪ੍ਰਿੰਸੀਪਲ ਕੋਈ ਗੱਲ ਨਹੀਂ ਕੀਤੀ ਜੀ। ਡਿਸਕ੍ਰਿਪਸ਼ਨ ਦਿੱਤੀ ਇੱਕ ਇਵੈਂਟ ਦੀ, ਜਦੋਂ ਟ੍ਰਾਂਜ਼ਿਟ ਜਿਹੜੀ ਸੀਗੀ ਉਹ ਰੁਕ ਗਈ ਸੀਗੀ, ਉਹ ਜਿਹੜੀ ਆਬਜ਼ਰਵੇਸ਼ਨ ਸੀਗੀ ਉਹ ਦਿਖੀ ਹੋਈ ਨਹੀਂ ਸੀਗੀ। ਤਾਂ ਇਹ ਸ਼ਾਇਦ ਤੁਹਾਡੀ ਯਾਦਦਾਸ਼ਤ ਥੋੜੀ ਤਾਜ਼ੀ ਹੋਵੇ ਤਾਂ ਤੁਹਾਨੂੰ ਇਹ ਪਤਾ ਹੋਵੇ, ਬਟ ਤੁਹਾਡੇ ਤੋਂ ਨੈਕਸਟ ਪੁੱਛਦਾ ਮੈਂ ਇਹੀ। ਅੱਗੇ ਜਾ ਕੇ ਉਹਨਾਂ ਨੇ ਕਿਹਾ ਜੀ ਸਟੇਟਮੈਂਟ, ਉਹ ਪੈਰੇ ਦੇ ਵਿੱਚ ਪੋਟੈਂਸ਼ੀਅਲ ਫਿਊਚਰ ਡਿਸਕਵਰੀ ਦੀਆਂ ਗੱਲਾਂ ਕੀਤੀਆਂ ਜੀ ਟ੍ਰਾਂਜ਼ਿਟ ਤੋਂ। ਤੇ ਅੱਗੇ ਜਾ ਕੇ ਫਿਜ਼ੀਕਲ ਸਟੇਟ ਆਫ ਵੀਨਸ, ਤਾਂ ਮੈਨੂੰ ਦੱਸੋਗੇ ਜੀ ਕਿਹੜਾ ਹੋ ਸਕਦਾ ਜੀ? ਹਾਂਜੀ ਹਾਂਜੀ, ਕਿਹੜਾ ਹੋ ਸਕਦਾ ਜੀ? ਫਿਊਚਰ ਵਾਲਾ ਸਰ। ਬਿਲਕੁਲ। ਹੁਣ ਮੈਨੂੰ ਧਿਆਨ ਨਾਲ ਦੱਸੋ, ਤੇ ਫਿਊਚਰ ਵਰਡ ਲਿਖਿਆ ਸੀ ਉੱਥੇ ਵੈਸੇ? ਟੂ ਬੀ ਲਿਖੋ। ਬਿਲਕੁਲ, ਤੇ ਉੱਥੇ ਲਿਖਿਆ ਸੀ ਮਾਈਟ ਪ੍ਰੂਵ। ਇਹਦਾ ਮਤਲਬ ਕੀ ਨਿਕਲਿਆ ਕਿ ਪੋਸੀਬਿਲਿਟੀ ਕਾਦੀ ਆ? ਮਾਈਟ ਪ੍ਰੂਵ, ਫਿਊਚਰ ਦੀ। ਯਾਨੀ ਕਿ ਜਦੋਂ ਚੀਜ਼ ਫਿਊਚਰ ਨਾ ਲਿਖੀ ਹੋਵੇ ਤਾਂ ਉੱਥੇ ਹੁਣ ਤੁਹਾਡੀ ਟ੍ਰਾਂਸਲੇਸ਼ਨ ਕੰਮ ਕਰਦੀ ਹੈ ਜੀ। ਸਹੀ ਮੈਨੇ ਟ੍ਰਾਂਸਲੇਸ਼ਨ ਕਿੱਥੇ ਕੰਮ ਕਰਦੀ ਹੈ? ਲੈਂਗੁਏਜਸ ਨੂੰ ਸਮਝਣ ਤੇ। ਕਿਉਂਕਿ ਤੁਸੀਂ ਸਾਰੀ ਰੀਡਿੰਗ ਨੂੰ ਵੀ ਛਾਣ ਦੋਗੇ ਤਾਂ ਸ਼ਾਇਦ ਤੁਹਾਨੂੰ ਫਿਊਚਰ ਵਰਡ ਨਾ ਲੱਭੇ ਜੀ, ਤੇ ਜਿੱਥੇ ਜਿਹੜਾ ਫਿਊਚਰ ਵਰਡ ਪਿਆ ਹੋਊਗਾ ਉੱਥੇ ਸ਼ਾਇਦ ਗੱਲ ਹੋਰ ਕੀਤੀ ਹੋਵੇ। ਤੇ ਤੁਹਾਡੇ ਲਾਸਟ ਵਾਲੇ ਪੈਰੇ ਵਿੱਚ ਕਿਹਾ, ਤੇ ਮੈਂ ਤੁਹਾਨੂੰ ਇੱਕ ਦਿਨ ਸ਼ਾਰਟਕੱਟ ਵੀ ਦੱਸੀ ਸੀਗੀ ਸਾਰਿਆਂ ਨੂੰ, ਜੇ ਯਾਦ ਹੋਵੇ ਤਾਂ, ਕਿ ਜਿਹਦੇ ਵਿੱਚ ਫਿਊਚਰ ਦੀਆਂ ਗੱਲਾਂ ਹੁੰਦੀਆਂ ਉਹ ਸਭ ਤੋਂ ਪਹਿਲਾਂ ਲਾਸਟ ਵਾਲਾ ਜਾ ਕੇ ਪੜ੍ਹ ਲਿਆ ਕਰੋ ਜੀ। ਸੋ ਉਹ ਤੁਹਾਨੂੰ ਸਟ੍ਰੈਟਜੀ ਵੀ ਯਾਦ ਹੋਣੀ ਚਾਹੀਦੀ ਕਿ ਜੇ ਮੇਰਾ ਇੱਕ 'ਚ ਫਿਊਚਰ ਲਿਖਿਆ ਪਿਆ ਤਾਂ ਰਾਈਟਰ ਫਿਊਚਰ ਦੀਆਂ ਗੱਲਾਂ ਕਿੱਥੇ ਕਰਦਾ ਹੁੰਦਾ ਵਾ? ਸਭ ਤੋਂ ਲਾਸਟ ਵਾਲੇ ਪੈਰੇ ਵਿੱਚ। ਤਾਂ ਮੈਨੂੰ ਦੱਸੋ ਕੀ ਕੋਈ ਇਦਾਂ ਦਾ ਪਹਿਲਾਂ ਤੁਸੀਂ ਵੇਖਿਆ ਜਿਹਦੇ ਵਿੱਚ ਇਦਾਂ ਲਿਖਿਆ ਪਿਆ, ਕਿਹੜੀ ਆਬਜ਼ਰਵੇਸ਼ਨ ਸੀਗੀ
ਉਹ ਰੁਕ ਗਈ ਸੀਗੀ ਦੇਖਣ ਤੋਂ, ਹਾਂਜੀ ਪ੍ਰੀਵੈਂਟ ਹੋ ਗਈ ਸੀ, ਏਦਾਂ ਦਾ ਪੈਰਾ ਹੈ ਕੋਈ? ਸਰ ਉਹ ਕਲਾਊਡ ਵਾਲੇ ਪੈਸੇਜ ਚ ਸੀਗੇ ਸ਼ਾਇਦ। ਹਾਂਜੀ ਕਲਾਊਡ ਵਾਲੇ ਹਾਂਜੀ ਪੈਸੇਜ ਚ ਸੀਗਾ ਜੀ, ਤੇ ਕਲਾਊਡ ਵਾਲਾ ਆਪਣੇ ਕੋਲ ਆ ਰਹੇ ਹਾਂਜੀ ਪਿਆ ਜੀ ਆਹ ਵਾਲਾ ਨਾ, ਤੇ D ਆਪਣੇ ਕੋਲ ਹਾਂਜੀ ਕਿੰਨਾ ਮੈਂ ਪੈਰਾ ਜੀ, ਇਹ ਆਪਣੇ ਕੋਲ D D ਹੈ ਜੀ। ਡੀ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਆਨਸਰ ਹੋਰ ਦਿਓ ਕਿ ਜੇ ਤੁਸੀਂ ਪਹਿਲਾਂ ਹੀ ਹੈਡਿੰਗਸ ਕਰਨ ਬਹਿ ਜਾਂਦੇ ਹੋ, ਕੀ ਤੁਹਾਨੂੰ ਏਦਾਂ ਗੈਸ ਹੋ ਸਕਦੇ ਹੁੰਦੇ ਆ ਵੀ ਕਿਹਦੇ ਵਿੱਚ ਕਿਹੜਾ ਪਿਆ ਵਾ, ਕਿਹਦੇ ਚ No. ਕਿਹੜਾ ਪਿਆ? ਨਹੀਂ ਹੋ ਨਹੀਂ ਸਕਦਾ। ਸਰ। ਜਿਹੜੀ ਇਹ ਚੀਜ਼ ਪੋਸੀਬਲ ਕਦੋਂ ਹੋ ਸਕਦੀ ਆ? ਜਦੋਂ ਰੈਸਟ ਆਫ ਦਾ ਕੁਐਸਚਨ ਸੋਲਵ ਕਰ ਲਈਏ। ਲੱਗਿਆ ਪਤਾ ਜੀ? ਸੋ ਜੇ Yes, sir. ਤੁਸੀਂ ਹੈਡਿੰਗ ਨੂੰ ਪਹਿਲਾਂ ਕਰੋਗੇ ਤਾਂ ਤੁਹਾਡਾ ਟਾਈਮ ਵੇਸਟ ਹੋਊਗਾ, ਜਾਣੀ ਕਿ ਸਾਰੇ ਪੂਰੇ ਟਾਈਮ ਤੇ ਨਹੀਂ ਹੋਣਗੇ, ਪੈਨਿਕ ਵੀ ਹੋਵੋਗੇ, ਡਰ ਵੀ ਜਾਓਗੇ, ਰੀਡਿੰਗ ਖਰਾਬ ਵੀ ਹੋ ਸਕਦੀ ਆ। ਤੇ ਜੇ ਤੁਸੀਂ ਪਹਿਲਾਂ ਵਾਲੀ ਚੀਜ਼ ਤੇ ਕ੍ਰੋਸ ਮਾਰ ਕੇ ਨੀਚੇ ਜਾ ਵੜਮੋ ਤਾਂ ਤੁਹਾਡਾ ਸਾਰਾ ਪੈਸੇ ਸਹੀ ਹੋਣ ਦੀ ਗਰੰਟੀ ਹੋ ਸਕਦੀ ਹੈ ਜੀ, ਕਿਉਂਕਿ ਹੁਣ ਤਾਂ ਤੁਸੀਂ ਵੈਸੇ ਹੀ ਲਾਈ ਜਾਣੇ। ਕਈ ਬੱਚੇ ਹੈਗੇ ਆ ਜਿਹੜੇ ਸਾਰੇ ਕੁਐਸਚਨ ਕਰਨ ਤੋਂ ਬਾਅਦ ਚੋਂ ਆ ਹੈਡਿੰਗ ਵੈਸੇ ਲਾ ਦਿੰਦੇ ਆ ਜੀ, ਤੇ ਉਹਨਾਂ ਦੀਆਂ 4 ਦੇ ਵਿੱਚੋਂ 3 ਸਹੀ ਆਉਂਦੀਆਂ, ਤੇ ਉਹਨਾਂ ਦਾ ਤੁੱਕਾ ਨਹੀਂ ਹੁੰਦਾ। ਜਿਵੇਂ ਤੁਸੀਂ ਮਿੰਟੋ ਮਿੰਟ ਹੀ ਬੋਲੇ ਹੋ ਕਿ ਸਰ ਉਹਦੇ ਵਿੱਚ ਸੀਗਾ ਕਲਾਊਡ ਵਾਲੇ ਵਿੱਚ, ਏਦਾਂ ਹੀ ਉਹ ਸਟੂਡੈਂਟ ਕਰਦੇ ਆ ਜੀ, ਉਹ 4 ਦੇ 4 ਹੀ ਮਾਰਕ ਕਰ ਜਾਂਦੇ ਏਦਾਂ ਜੀ, ਤੇ 4 ਵਿੱਚੋਂ 3 ਉਹਨਾਂ ਦੇ ਹਮੇਸ਼ਾ ਸਹੀ ਹੁੰਦੇ ਆ ਬਿਨਾਂ ਪੜ੍ਹਿਆ। ਐਕਚੁਅਲ ਦੇ ਵਿੱਚ ਉਹਨਾਂ ਨੇ ਪੜ੍ਹੇ ਹੁੰਦੇ ਆ ਜਦੋਂ ਰੈਸਟ ਆਫ ਦਾ ਕੁਐਸਚਨ ਕਰੀ ਜਾਂਦੇ ਹੁੰਦੇ ਆ। ਹਾਂਜੀ, ਤਾਂ ਆਪਾਂ ਹੁਣ ਦੇਖਾਂਗੇ ਕਿ ਇੱਥੇ ਐਗਜ਼ਾਮਪਲਸ ਲਿਖੀਆਂ ਹੋਈਆਂ ਡਿਫਰੈਂਟ ਵੇ ਦੀਆਂ ਪੈਰਾਲੈਕਸ ਮੈਥਡ ਦੇ ਵਿੱਚ, ਸੌਰੀ ਪੈਰਾਲੈਕਸ ਪ੍ਰਿੰਸੀਪਲ। ਚਲੋ ਜਾ ਕੇ ਦੇਖਦੇ ਹਾਂ ਜੀ। ਆਪਾਂ ਵੈਸੇ ਪੈਰਾਲੈਕਸ ਪ੍ਰਿੰਸੀਪਲ ਜਿਹੜਾ ਸੀਗਾ ਉਹ ਆਪਾਂ ਲਾਸਟ ਵਾਲੇ ਪੈਰਿਆਂ 'ਚ ਪੜ੍ਹਿਆ ਜੀ। ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਤਾਂ ਆਪਾਂ ਪੈਰਾਲੈਕਸ ਪ੍ਰਿੰਸੀਪਲ ਕਿਹਦੇ ਵਿੱਚ ਪੜ੍ਹਿਆ ਜੀ? ਲਾਸਟ ਜੇ ਵਾਲਿਆਂ ਵਿੱਚ। ਤਾਂ ਇੱਥੋਂ ਆਪਾਂ ਇਹਨੂੰ ਅਰੇਜ਼ ਕਰਦੇ ਹਾਂ ਜੀ ਥੋੜਾ ਜਿਹਾ ਪਹਿਲਾਂ। ਹਾਂਜੀ, ਇਹਨੂੰ ਆਪਾਂ ਇੱਥੋਂ ਅਰੇਜ਼ ਕਰਦੇ ਹਾਂ। ਜੇ ਤੁਸੀਂ ਸਟਾਰਟਿੰਗ ਵਾਲੇ ਪੈਰਿਆਂ 'ਚ ਜਾਓਗੇ ਤਾਂ ਤੁਹਾਨੂੰ ਕਿਤੇ ਪੈਰਾਲੈਕਸ ਪ੍ਰਿੰਸੀਪਲ ਦੀ ਗੱਲ ਹੋਈ ਨਹੀਂ ਹੋਣੀ ਜੀ, ਤੁਹਾਨੂੰ ਬਲਕਿ ਪੈਰਾਲੈਕਸ ਐਂਗਲ ਦੀ ਗੱਲ ਹੋਈ ਹੋਊਗੀ। ਆਪਾਂ ਪੈਰਾਲੈਕਸ ਪ੍ਰਿੰਸੀਪਲ ਲੱਭਦੇ ਫਿਰਦੇ ਹਾਂ, ਤੇ ਪੈਰਾਲੈਕਸ ਪ੍ਰਿੰਸੀਪਲ ਜਿਹੜਾ ਤੁਹਾਡਾ ਪਿਆ ਉਹ ਇੱਕ ਤਾਂ ਪਿਆ ਜੀ ਆਹ ਵਾਲੇ ਪੈਰੇ ਦੇ ਵਿੱਚ। ਜੇ ਤੁਸੀਂ ਉੱਪਰ ਵੀ ਜਾ ਕੇ ਦੇਖੋ ਉੱਪਰਲੇ ਪੈਰੇ ਵਿੱਚ ਪੈਰਾਲੈਕਸ ਪ੍ਰਿੰਸੀਪਲ ਨਹੀਂ ਪਿਆ ਜੀ, ਇਹਦੇ ਵਿੱਚ ਪੈਰਾਲੈਕਸ ਪ੍ਰਿੰਸੀਪਲ ਦੀ ਗੱਲ ਨਹੀਂ ਹੋਈ। ਇਹਦਾ ਮਤਲਬ ਜਿਹਦੇ ਚ ਤੁਹਾਨੂੰ ਯਾਦਦਾਸ਼ਤ ਤੁਹਾਡੀ ਤੇਜ਼ ਸੀਗੀ ਵੀ ਹਾਂ ਮੈਂ ਕਿਤੇ ਨਾ ਕਿਤੇ ਬਣਿਆ ਤਣਿਆ ਪੜ੍ਹਿਆ ਵਾ, ਤੁਸੀਂ ਉਹ ਜਾ ਕੇ ਦੇਖੋ ਜੀ ਪੈਰਾਲੈਕਸ ਪ੍ਰਿੰਸੀਪਲ। ਉਹਨਾਂ ਨੇ ਕਿਹਾ ਸੀ ਕਿ ਡਿਫਰੈਂਟ ਰਾਸਤੇ ਦੱਸੇ ਆ ਜੀ। ਡਿਫਰੈਂਟ ਰਾਸਤੇ ਕਾਹਦੇ ਦੱਸੇ ਆ? ਪੜ੍ਹ ਕੇ ਆਉਂਦੇ ਇੱਕ ਵਾਰੀ। ਡਿਫਰੈਂਟ ਰਾਸਤੇ ਕਿਹੜੇ ਆ ਜੀ? ਜਿਨ੍ਹਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਵਾ। ਤੇ ਹੁਣ ਜੇ ਤੁਸੀਂ ਇਹ ਪੈਰੇ ਵਿੱਚ ਧਿਆਨ ਨਾਲ ਜਾ ਕੇ ਦੇਖੋ, ਇੱਕ ਤਾਂ ਪੈਰਾਲੈਕਸ ਪ੍ਰਿੰਸੀਪਲ ਚਲੋ ਕਿਸੇ ਹੋਰ ਯੂਜ਼ ਕਰ ਲਿਆ ਉਹਨਾਂ ਨੇ, ਫਾਈਨਲੀ ਉਹਨਾਂ ਨੇ ਕੀ ਕਿਹੜੀ ਚੀਜ਼ ਪਤਾ ਕੀਤੀ ਸੀਗੀ? ਸਨ ਦਾ ਜਿਹੜਾ ਅਰਥ ਤੋਂ ਡਿਸਟੈਂਸ ਸੀਗਾ, ਕਾਹਦੇ ਤੇ? ਪੈਰਾਲੈਕਸ ਮੈਜ਼ਰਮੈਂਟ ਤੋਂ। ਦੂਜੇ ਨੰਬਰ ਤੇ ਪੈਰਾਲੈਕਸ ਪ੍ਰਿੰਸੀਪਲ ਇੱਕ ਹੋਰ ਚੀਜ਼ ਲਈ ਯੂਜ਼ ਹੁੰਦਾ ਸੀਗਾ, ਕਾਹਦੇ ਵਿੱਚ? ਸਟਾਰਸ ਦੀ ਦੂਰੀ ਪਤਾ ਕਰਨ ਵਿੱਚ। ਇਹਦਾ ਮਤਲਬ ਹੈ ਪੈਰੇ ਵਿੱਚ ਤਾਂ ਇਹਦੇ ਡਿਫਰੈਂਟ ਵੇਜ਼ ਲਿਖੇ ਪਏ ਆ ਜੀ ਇਹਨੂੰ ਅਪਲਾਈ ਕਰਨ ਦੇ, ਇਹਨੂੰ ਯੂਜ਼ ਕਰਨ ਦੇ। ਯੈਸ ਔਰ ਨੋ ਜੀ? ਪਈ ਹੈ ਜਾਂ ਨਹੀਂ ਜੀ? yes, sir. ਬਿਲਕੁਲ ਜੀ। ਤੇ ਇਹ ਹੁਣ ਦੇਖੋ ਇਹ ਆਪਣੇ ਵੈਸੇ ਹੀ ਫ੍ਰੀ ਖਾਤੇ 'ਚ ਹੋਈ ਜਾਂਦੇ ਆ ਜਦੋਂ ਆਪਾਂ ਰੈਸਟ ਆਫ ਦਾ ਕੁਐਸਚਨ ਕਰ ਲੈਂਦੇ ਆ ਸਾਰੇ, ਜੋ ਕਿ ਸਟਾਰਟਿੰਗ ਦੇ ਵਿੱਚ ਪੋਸੀਬਲ ਹੀ ਨਹੀਂ ਹੋ ਸਕਦਾ ਜੀ। ਤਾਂ ਇਹਨੂੰ ਆਪਾਂ ਕੀ ਮਾਰਕ ਕਰਤਾ ਜੀ? ਆਪਣਾ ਕਿਹੜਾ ਪੈਰਾ? ਇੱਕ ਨੰਬਰ ਵਾਲਾ ਪੈਰਾ। ਆਪਣਾ ਇੱਕ ਲਾਸਟ ਵਾਲਾ ਰਹਿ ਗਿਆ ਜੀ। ਲਾਸਟ ਵਾਲਾ ਕਿਹੜਾ ਜੀ? ਉਹ ਪੈਰੇ ਦੇ ਵਿੱਚ ਕਹਿੰਦੇ ਜੀ ਡਿਸਕ੍ਰਿਪਸ਼ਨ ਦਿੱਤੀ ਹੋਈ ਆ। ਉਹ ਪੈਰੇ ਦੇ ਵਿੱਚ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ ਜੀ। ਡਿਸਕ੍ਰਿਪਸ਼ਨ ਕਾਹਦੀ ਦਿੱਤੀ ਹੋਈ ਹੈ ਜੀ? ਫਿਜ਼ੀਕਲ ਸਟੇਟਸ ਜਿਹੜੀਆਂ ਹੈਗੀਆਂ, ਜਿਹੜੀਆਂ ਕਨੈਕਟਡ ਆ ਕਿਹਦੇ ਨਾਲ ਜੀ? ਵੀਨਸ ਦੇ ਨਾਲ। ਓਕੇ, ਵਿਚ ਅਰਲੀ ਐਸਟ੍ਰੋਨੋਮਿਕਲ ਜਿਹੜੇ ਸੀਗੇ ਇੰਸਟਰੂਮੈਂਟ ਫੇਲ ਟੂ ਓਵਰਕਮ। ਤਾਂ ਆਪਾਂ ਜਾ ਕੇ ਦੇਖਦੇ ਵੀ ਕਿਹੜੇ ਪੈਰੇ ਦੇ ਵਿੱਚ ਫਿਜ਼ੀਕਲ ਸਟੇਟਸ ਦਿੱਤੀਆਂ ਪਈਆਂ ਜਿਹੜੀਆਂ ਕਨੈਕਟਡ ਆ ਜੀ ਵੀਨਸ ਦੇ ਨਾਲ, ਜਿਹੜਾ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਲੱਗ ਸਕਿਆ, ਯਾਨੀ ਕਿ ਪਹਿਲਾਂ ਪਤਾ ਨਹੀਂ ਲੱਗ ਸਕਿਆ ਸੀ। ਜਾ ਕੇ ਦੇਖਦੇ ਹਾਂ ਜੀ ਆਪਾਂ। ਆਪਣਾ ਇੱਥੇ ਆਹ ਵਾਲਾ ਆਪਣਾ ਹੋ ਗਿਆ ਜੀ। ਆਪਾਂ ਦੇਖ ਲੈਂਦੇ ਵੀ ਆਪਣੇ ਇੱਥੇ ਕਿਹੜੇ ਕਿਹੜੇ ਹੋ ਗਏ ਤਾਂ ਕਿ ਆਪਾਂ ਪਜ਼ਲ ਨਾ ਹੋਈਏ। ਤਾਂ ਆਪਣਾ ਇੱਥੇ ਡੀ ਵਾਲਾ ਹੋ ਗਿਆ ਜੀ। ਡੀ ਤੇ ਆਪਾਂ ਕ੍ਰਾਸ ਕਰ ਦਿੰਦੇ ਹਾਂ ਜੀ। ਇੱਧਰੋਂ ਆਪਣਾ ਨੰਬਰ ਵਾਲਾ ਪੈਰਾਗ੍ਰਾਫ ਜੋ ਸੀਗਾ ਵੀ ਆਪਣਾ ਹੋ ਗਿਆ ਜੀ, ਐਫ ਨੰਬਰ ਵਾਲਾ। ਅੱਗੇ ਜਾ ਕੇ ਆਪਾਂ ਜੀ ਵਾਲਾ ਦੇਖੀਏ ਤਾਂ ਆਪਣਾ ਜੀ ਵਾਲਾ ਵੀ ਹੋ ਗਿਆ। ਤਾਂ ਆਪਣਾ ਇੱਕ ਤਾਂ ਜੀ ਆਹ ਵਾਲਾ ਪੈਰਾਗ੍ਰਾਫ ਰਹਿ ਗਿਆ ਜੀ। ਤੇ ਜੇ ਆਪਾਂ ਬੈਕ ਜਾ ਕੇ ਦੇਖੀਏ ਤਾਂ ਆਪਣਾ ਆ ਸੀ ਹੋ ਗਿਆ ਜੀ। ਸੀ ਵੈਸੇ ਆਪਾਂ ਪਹਿਲਾਂ ਪੜ੍ਹ ਲਏ ਸੀਗੇ। ਹਾਂਜੀ, ਤਾਂ ਆ ਆਪਣੇ ਜੋ ਪੈਰੇ ਹੈ ਜੀ ਉਹ ਪਏ। ਆਪਾਂ ਪਹਿਲਾਂ ਜਿਹੜਾ ਆਪਣਾ ਇਧਰਲੇ ਪਾਸੇ ਇੱਕ ਪੈਰਾ ਰਹਿੰਦਾ ਵਾ ਜੀ ਉਹਨੂੰ ਆਪਾਂ ਪਹਿਲਾਂ ਪੜ੍ਹਦੇ। ਹਾਂਜੀ,
ਤੁਹਾਡੇ ਸਾਹਮਣੇ ਪੈਰਾ ਜੀ ਆਹ ਵਾ। ਤਾਂ ਮੈਨੂੰ ਇੱਕ ਵਾਰੀ ਪੜ੍ਹ ਕੇ ਦੱਸੋ ਜੀ ਕੀ ਇਹਦੇ ਵਿੱਚ ਲਿਖਿਆ ਹੋਇਆ ਜੀ, ਕੀ ਇਹਦੇ ਵਿੱਚ ਕਿਤੇ ਲਿਖਿਆ ਹੋਇਆ ਜੀ ਕਿ ਵੀਨਸ ਦੀਆਂ ਫਿਜ਼ੀਕਲ ਸਟੇਟਸ ਦੇ ਬਾਰੇ ਗੱਲ ਕੀਤੀ ਪਈ ਹੋਵੇ, ਜਿਹੜਾ ਪਹਿਲਾਂ ਵਾਲੇ ਜਿਹੜੇ ਇੰਸਟਰੂਮੈਂਟ ਸੀਗੇ ਉਹਨਾਂ ਨੂੰ ਓਵਰਕਮ ਨਹੀਂ ਕਰ ਪਾਏ ਸੀ। ਕਹਿੰਦੇ ਜਿਹੜੀ ਪਹਿਲਾਂ ਵਾਲੀ ਜਿਹੜੀ ਟ੍ਰਾਂਜ਼ਿਟ ਟਾਈਮਿੰਗ ਸੀਗੀ ਜੀ, ਉਹ ਕਹਿੰਦੇ ਪ੍ਰੀਸਾਈਜ਼ ਇੰਨੀ ਸੀਗੀ, ਜਿਹੜੇ ਇੰਸਟਰੂਮੈਂਟ ਸੀਗੇ ਜੀ ਵੁੱਡ ਅਲਾਉ ਦਾ ਮੈਜ਼ਰਮੈਂਟ ਜਿਹੜੀਆਂ ਸੀਗੀਆਂ ਡੌਗਡ ਬਾਈ, ਉਹ ਕਹਿੰਦੇ ਕਿ ਬਲੈਕ ਡ੍ਰੌਪ ਇਫੈਕਟ, ਕੋਈ ਇੱਥੇ ਕੋਈ ਚੀਜ਼ ਹੋ ਗਈ ਸੀਗੀ ਜਿਹਦਾ ਨਾਮ ਲਿਖਿਆ ਗਈ, ਉਹ ਕਹਿੰਦੇ ਕਿ ਬਲੈਕ ਡ੍ਰੌਪ ਇਫੈਕਟ, ਜਿਹਦੇ ਕਰਕੇ ਮੈਜ਼ਰਮੈਂਟ ਉਹਨਾਂ ਦੀਆਂ ਡੌਗਡ ਹੀ ਹੋ ਗਈਆਂ। ਨੈਚੁਰਲ ਦੀ ਗੱਲ ਆ, ਕੋਈ ਨਾ ਕੋਈ ਨੈਗੇਟਿਵ ਚੀਜ਼ ਦੀ ਗੱਲ ਹੀ ਕਰੀ ਜਾਂਦੇ ਹੋਣਗੇ ਜੀ, ਪੱਕਾ ਕੋਈ ਨਾ ਕੋਈ ਪ੍ਰਭਾਵ ਪੈਣ ਕਰਕੇ ਮੈਜ਼ਰਮੈਂਟ ਡੌਗਡ ਹੋ ਗਈਆਂ। ਇਹਦਾ ਮਤਲਬ ਡੌਗਡ ਇੱਕ ਪੋਜ਼ਿਟਿਵ ਵਰਡ ਨਹੀਂ ਹੋ ਸਕਦਾ। ਇਹਦਾ ਮਤਲਬ ਜਿਹੜੇ ਇੰਸਟਰੂਮੈਂਟ ਸੀਗੇ ਪਹਿਲਾਂ ਵਾਲੇ, ਉਹਨਾਂ ਤੋਂ ਇੱਥੇ ਕੋਈ ਗਲਤੀ ਹੋਈ ਹੈ ਜੀ, ਉਹ ਚੀਜ਼ ਨੂੰ ਕਰ ਨਹੀਂ ਸਕੀ। ਜਦੋਂ ਵੀਨਸ ਨੇ ਕਹਿੰਦੇ ਸਾਨੂੰ ਕ੍ਰੋਸ ਕਰਨਾ ਸ਼ੁਰੂ ਕੀਤਾ ਤਾਂ ਯਾਨੀ ਕਿ ਸਮੀਡ ਦਿਖਣ ਲੱਗ ਗਿਆ, ਵਿਚ ਮੇਕ ਇਟ ਡਿਫਿਕਲਟ, ਜਿਹਨੇ ਨੂੰ ਡਿਫਿਕਲਟ ਕਰਤਾ ਜੀ ਉਹ ਕਹਿੰਦੇ ਦਿਸ ਇਜ਼ ਡਿਊ ਟੂ ਡਿਫਰੈਕਸ਼ਨ ਆਫ ਲਾਈਟ, ਕਹਿੰਦੇ ਡਿਫਰੈਕਸ਼ਨ ਆਫ ਲਾਈਟ ਕਰਕੇ ਹੋਇਆ ਸੀਗਾ। ਸੈਕਿੰਡ ਪ੍ਰੋਬਲਮ ਫਿਰ ਕਿਹੜੀ ਪੈ ਗਈ ਜੀ, ਜਿਹੜਾ ਵੀਨਸ ਸੀਗਾ ਐਗਜ਼ੀਬਿਟ ਏ ਹੋਲੋ ਆਫ ਲਾਈਟ, ਹੋਲੋ ਆਫ ਲਾਈਟ ਸ਼ੋ ਕਰਨ ਲੱਗ ਗਿਆ ਸੀਗਾ। ਉਹ ਕਹਿੰਦੇ ਕਿ ਵੈਨ ਇਟ ਇਜ਼ ਸੀਨ ਜਸਟ ਸਾਈਡ ਦਾ ਸਨਸ ਡਿਸਕ, ਜਦੋਂ ਉਹਦੇ ਤੋਂ ਬਾਹਰ ਆਇਆ ਯਾਨੀ ਕਿ ਸਨ ਦੀ ਡਿਸਕ ਤੋਂ, while this showed astronomer that Venus was surrounded by a thick layer of gases, ਆ ਇਹਦੀਆਂ ਫਿਜ਼ੀਕਲ ਸਟੇਟਸ ਦਿੱਤੀਆਂ ਪਈਆਂ ਜੀ, ਇਹਦੇ ਆਸੇ ਪਾਸੇ ਥਿਕ ਲੇਅਰ ਗੈਸ ਦੀ ਸੀਗੀ, ਤਾਂ ਉਹ ਇਹਦੀ ਇੱਕ ਫਿਜ਼ੀਕਲ ਸਟੇਟ ਹੀ ਹੈ ਇਹਦੇ ਆਸੇ ਪਾਸੇ। ਤਾਂ ਬੋਥ ਜਿਹੜੀਆਂ ਇਹ ਦੋਨੇ ਚੀਜ਼ਾਂ ਸੀਗੀਆਂ, ਉਹਨੇ ਕਹਿੰਦੇ ਜੀ ਪੋਸੀਬਲ ਹੀ ਨਹੀਂ ਹੋ ਸਕਿਆ ਇਹਦੀ ਜਿਹੜੀ ਕਰੈਕਟ ਟਾਈਮਿੰਗ ਸੀਗੀ ਜੀ। ਇਹਦਾ ਮਤਲਬ ਜਿਹੜੇ ਪਹਿਲਾਂ ਵਾਲੇ ਇੰਸਟਰੂਮੈਂਟ ਸੀਗੇ ਜੀ, ਇੱਕ ਤਾਂ ਉਹਨਾਂ ਵਿੱਚ ਕੋਈ ਡੌਗਡ ਨਾਮ ਦੀ ਕੋਈ ਉਹਦੇ ਵਿੱਚ ਬਲੈਕ ਡ੍ਰੌਪ ਕੋਈ ਚੀਜ਼ ਦਿਖਣ ਲੱਗ ਗਈ ਤੇ ਉਹ ਮੈਜ਼ਰਮੈਂਟ ਨਹੀਂ ਕਰ ਸਕੇ, ਤੇ ਇਹਦੇ ਵਿੱਚ ਫਿਜ਼ੀਕਲ ਸਟੇਟ ਵੈਨਸ ਦੀਆਂ ਦਿੱਤੀਆਂ ਹੋਈਆਂ ਜਿਨ੍ਹਾਂ ਨਾਲ ਇਹ ਕਨੈਕਟਡ ਆ, ਤੇ ਕਨੈਕਟਡ ਕਿਹਨਾਂ ਨਾਲ, ਥਿਕ ਲੇਅਰ ਆਫ ਗੈਸਸ ਇਹਦੀਆਂ ਕੀ ਆ, ਫਿਜ਼ੀਕਲ ਸਟੇਟਸ ਆ ਜੀ। ਯੈਸ অর ਨੋ ਜੀ, ਲੱਗਿਆ ਪਤਾ ਜੀ? ਸਰ ਇਹ ਸਮਝ ਨਹੀਂ ਆਇਆ। ਜਾਨੀ ਕਿ ਪਹਿਰੇ ਚ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਪਹਿਲਾਂ ਵਾਲੇ ਐਸਟਰੋਨੋਮਰ ਹੈਗੇ ਆ ਜੀ, ਕਹਿੰਦੇ ਉਹ ਜਦੋਂ ਉਹਦੀ ਮੈਜ਼ਰਮੈਂਟ ਕਰਨ ਲੱਗੇ ਸੀਗੇ ਤਾਂ ਜਾਨੀ ਕਿ ਕੋਈ ਡ੍ਰੌਪ ਇਫੈਕਟ ਨਾਮ ਦੀ ਚੀਜ਼ ਹੋ ਗਈ ਸੀਗੀ, ਜਿਹਦੇ ਕਰਕੇ ਮੈਜ਼ਰਮੈਂਟ ਡੌਗਡ ਹੋ ਗਈਆਂ। ਤਾਂ ਇੱਥੇ ਆ ਦੂਸਰੀ ਲਾਈਨ ਦੇ ਵਿੱਚ ਲਿਖਿਆ ਪਿਆ ਜੀ ਸਾਫ਼-ਸਾਫ਼ ਕਿ ਪਹਿਲਾਂ ਵਾਲੇ ਇੰਸਟਰੂਮੈਂਟ ਜਿਹੜੇ ਹੈਗੇ ਆ ਉਹ ਫੇਲ ਹੋ ਗਏ ਸੀਗੇ ਚੀਜ਼ ਨੂੰ ਕਰਨ ਦੇ ਵਿੱਚ। ਤੇ ਪੈਰੇ ਦੇ ਵਿੱਚ ਲਿਖਿਆ ਪਿਆ ਕਿ ਵੀਨਸ ਦੇ ਵਿੱਚ ਆਸੇ-ਪਾਸੇ ਗੈਸ ਦੀ ਲੇਅਰ ਸੀਗੀ, ਤੇ ਉਹਦੀਆਂ ਕੀ ਆ ਜੀ ਫਿਜ਼ੀਕਲ ਸਟੇਟ ਆ ਜਿਹੜੀਆਂ ਉਹਨਾਂ ਨਾਲ ਕਨੈਕਟਡ ਹੋਈਆਂ ਸੀਗੀਆਂ, ਕਨੈਕਟਡ ਨੂੰ ਸਰਾਊਂਡਡ ਲਿਖਿਆ ਪਿਆ ਜੀ ਉਹਨਾਂ ਨੇ। ਕਲੀਅਰ ਹੈ ਜੀ? ਹੁਣ 6 ਨੰਬਰ ਵਾਲਾ ਦੇਖਿਓ ਜੀ, ਜਿਹੜੇ ਸਟੂਡੈਂਟ ਨੇ ਇੱਕ ਨੇ ਪੁੱਛਿਆ ਸੀਗਾ ਟਰੂ ਫਾਲਸ, ਕਿਹੜੇ ਨੰਬਰ ਵਾਲਾ ਪੁੱਛਿਆ ਸੀ ਜੀ ਇੱਕ ਬੱਚੇ ਨੇ? 13 ਸਰ, ਲਾਸਟ 13 ਦੇ ਵਿੱਚ ਉਹਨਾਂ ਨੇ ਕਿਹਾ ਜੀ ਪੈਰਾਲੈਕਸ ਮੈਥਡ ਜਿਹੜਾ ਹੈਗਾ ਉਹ ਹੈਲਪ ਕਰ ਸਕਦਾ ਐਸਟਰੋਨੋਮਰਸ ਦੀ, ਕਿਹਦੇ ਵਿੱਚ ਜੀ, ਜਿਹੜੇ ਦੂਰ ਦੇ ਤਾਰੇ ਹੈਗੇ ਆ, ਸੌਰੀ ਜੋ ਸਟਾਰਸ ਹੈਗੇ ਆ ਵੀ ਉਹਨਾਂ ਦਾ ਡਿਸਟੈਂਸ ਪਤਾ ਕਰਨ ਦੇ ਵਿੱਚ ਜੀ, ਡਿਸਟੈਂਟ ਬਈ ਜਿਹੜੇ ਡਿਸਟੈਂਟ ਤਾਰੇ ਆ ਉਹ ਕਿੰਨੀ ਦੂਰ ਆ ਕਿਹਦੇ ਤੋਂ, ਧਰਤੀ ਤੋਂ। ਤੇ ਜੇ ਤੁਸੀਂ ਉਹ ਪਹਿਰੇ ਵਿੱਚ ਜਾ ਕੇ ਦੇਖੋ ਤਾਂ ਉੱਥੇ ਸਾਫ਼-ਸਾਫ਼ ਲਿਖਿਆ ਪਿਆ ਜੀ, ਇੱਥੇ ਪੈਰਾਲੈਕਸ ਮੈਥਡ ਦੀ ਆਪਣੇ ਕੋਲੇ ਗੱਲ ਹੋਈ ਸੀ, ਹਾਂਜੀ ਪੈਰਾਲੈਕਸ ਪ੍ਰਿੰਸੀਪਲ, ਆ ਦੇਖੋ ਪੈਰਾਲੈਕਸ ਪ੍ਰਿੰਸੀਪਲ ਦਾ ਇੱਕ ਯੂਜ਼ ਤਾਂ ਉੱਪਰ ਹੁੰਦਾ ਵਾ, ਇੱਥੇ ਤੁਸੀਂ ਦੇਖ ਲਿਆ। ਦੂਜਾ ਜੀ ਕਹਿੰਦੇ ਦਾ ਇੱਕ ਹੋਰ ਯੂਜ਼ ਹੁੰਦਾ ਮੈਜ਼ਰ ਕਰਨ ਦੇ ਵਿੱਚ, ਕਿਹਦੇ ਵਿੱਚ, ਡਿਸਟੈਂਸ, ਕਿਹਦਾ ਜੀ, ਸਟਾਰਸ ਦਾ, ਕਿਹਦੇ ਤੋਂ, ਅਰਥ ਤੋਂ। ਇਹ ਆਪਣਾ ਟਰੂ ਹੋ ਗਿਆ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ।